गया जी। हाँ जी, तो जो अज आपां बुक करनी है जी आह, जे तुसीं इहनूं देख भी लओ तो मैं तुहानूं हाँ जी पहले पे ते दिखा भी दिंदा जी। आ सेम वैबसाइट है जिहड़ी मैं तुहानूं भेजी है, इहदे विचों वॉल्यूम 4 ते टेस्ट 1 इहदा अज आपां करन लगे आ। जो तुसीं कोई भी रीडिंग इहदे विचों करदे हो ना, मन तुसीं प्रिंट कढा लई, मन के तुसीं इहदे प्रिंट कढा रहे हो, बस आ पहला पैसेज आ दूसरा हो गया ते आ हो गया तीसरा। जदों ये सारी रीडिंग खत्म हो जाती है तो इहदे अगे जाके सोल्यूशन उन्हां दे दस्से भी पए हुंदे आ जी। एक मिनट मैं तुहानूं दसदा इहनां दे विच, इन्हां दी जिहड़ी वैबसाइट है मैं तुहानूं खोल के दसदा जी, तुहानूं शायद इहदा पता ना होवे। इत्थे जिवें तुसीं जदों इहनूं इहदे ते सर्च मारोगे जी, आ मान के चलो तुसीं इहनूं सर्च मार लिया जी, आ देखो तुसीं आह वाली वैबसाइट सेम जिहड़ी मैं तुहानूं भेजी आ, अज वाली मन तुसीं इदां इहनूं सर्च कर लिया, तुसीं ਉਹਦੇ ਉੱਤੇ ਸੋਲੂਸ਼ਨ ਤੇ ਓਕੇ ਕਰੋਗੇ ਜੀ, ਜਾਂ ਤੁਸੀਂ ਸਬਮਿਟ ਤੇ ਓਕੇ ਕਰੋਗੇ, ਸਬਮਿਟ ਤੇ ਰਿਵਿਊ। ਮੈਂ ਤੁਹਾਨੂੰ ਦੱਸਦਾ ਇਹਨਾਂ ਵਿੱਚ ਕਿਵੇਂ ਬਾਅਦ ਚੋਂ ਦੱਸਿਆ ਪਿਆ ਹੁੰਦਾ ਵਾ। ਸਭ ਤੋਂ ਬੈਸਟ ਵੈਬਸਾਈਟ ਹੈ ਜਿਹਦੇ ਵਿੱਚ ਰਾਈਟਰ ਐਕਸਪਲੇਨੇਸ਼ਨ ਵੀ ਦਿੰਦਾ ਕਿ ਕਿੱਦਾਂ ਕਿੱਦਾਂ ਆਨਸਰ ਲਾਏ ਸੀਗੇ ਜੀ। ਆਹ ਦੇਖੋ ਧਿਆਨ ਨਾਲ ਜੀ, ਆਹ ਦੇਖੋ ਇੱਧਰ ਤੁਹਾਨੂੰ ਮੋਬਾਈਲ ਫੋਨ ਤੇ ਤੁਹਾਡੇ ਮੋਬਾਈਲ ਫੋਨ ਦੇ ਜਾਣੀ ਕਿ ਹਿਸਾਬ ਨਾਲ ਸ਼ੋ ਹੋਊਗਾ। ਮੇਰੀ ਇੱਥੇ ਟੈਬ ਆ ਤਾਂ ਕਰਕੇ ਥੋੜਾ ਜਿਹਾ ਜਾਣੀ ਕਿ ਬ੍ਰੌਡ ਸ਼ੋ ਹੋ ਰਿਹਾ ਇਹਦੇ ਤੇ। ਆਹ ਦੇਖੋ ਜੀ, ਇਹਨਾਂ ਨੇ ਦੱਸਿਆ ਕਿ ਪਹਿਲਾ ਕੁਐਸਚਨ ਕਿੱਥੋਂ ਲਾਇਆ ਇਹਨਾਂ ਨੇ, ਦੂਸਰਾ, ਤੀਸਰਾ, ਪੰਜਵਾਂ, ਸਾਰੀਆਂ ਹਾਈਲਾਈਟਡ ਕੀਤੀਆਂ। ਤੇ ਬਾਏ ਚਾਂਸ ਜੇ ਤੁਹਾਨੂੰ ਨਾ ਸਮਝ ਲੱਗੇ, ਜੇ ਤੁਹਾਨੂੰ ਪਤਾ ਲੱਗੇ ਕਿ ਮੈਨੂੰ ਨਹੀਂ ਪਤਾ ਲੱਗਿਆ ਵੀ ਤੀਸਰੇ ਨੰਬਰ ਵਾਲਾ ਟਰੂ ਕਿਉਂ ਲਾਇਆ ਇਹਨਾਂ ਨੇ, ਤਾਂ ਤੁਸੀਂ ਜਿਹੜਾ ਤੀਸਰੇ ਨੰਬਰ ਦੇ ਨੀਚੇ ਐਕਸਪਲੇਨ ਲਿਖਿਆ ਪਿਆ ਹੁੰਦਾ ਨਾ ਆ ਵਾਲੀ ਚੀਜ਼, ਤੁਸੀਂ ਇਹਦੇ ਤੇ ਓਕੇ ਕਰੋਗੇ, ਤੁਹਾਨੂੰ ਰਾਈਟਰ ਨੇ ਸਮਝਾਇਆ ਵਾ ਜੀ। ਆਹ ਦੇਖੋ ਤੁਹਾਨੂੰ ਆ ਰਾਈਟਰ ਨੇ ਸਮਝਾਇਆ ਵਾ ਕਿ ਇਹ ਜਿਹੜਾ ਟਰੂ ਲਾਇਆ ਤੇ ਲਾਇਆ ਕਿਉਂ। ਐਗਜ਼ਾਮੀਨਰ ਨੇ ਸਾਰਾ ਤੁਹਾਨੂੰ ਦੱਸਿਆ ਪਿਆ ਜੀ। ਇੱਥੇ ਤੁਹਾਨੂੰ ਦੱਸਿਆ ਕਿ ਸਾਰੇ ਕੀਵਰਡ ਜਿਹੜੇ ਸੀਗੇ ਕੁਐਸਚਨ ਨੰਬਰ 10 ਦੇ, ਉਹ ਕਹਿੰਦਾ ਪੈਰਾਫਰੇਜ਼ਡ ਕੀਤੇ ਆ ਤੇ ਦੇਖੇ ਜਾ ਸਕਦੇ ਆ, ਕਹਿੰਦਾ ਫਸਟ ਹਾਫ ਆਫ ਦਾ ਸੈਕੰਡ ਸੈਂਟੈਂਸ ਦੇ ਵਿੱਚ, ਤੇ ਕਈਆਂ ਵਿੱਚ ਡੀਟੇਲ ਦੇ ਵਿੱਚ ਐਕਸਪਲੇਨ ਕਰ ਕਰਕੇ ਦੱਸਦੇ ਵੀ ਕਿਵੇਂ ਲਾਇਆ ਜਾਂ ਕਿਵੇਂ ਨਹੀਂ ਲਾਇਆ ਜੀ। ਜਿਵੇਂ ਨੀਚੇ ਵਾਲਾ ਨੋਟ ਗਿਵਨ ਆ ਜੀ, ਆ ਦੇਖੋ ਧਿਆਨ ਨਾਲ, ਆ ਨੋਟ ਗਿਵਨ ਦਾ ਦੱਸਿਆ ਇਹਨੇ। ਆ ਤੁਸੀਂ ਇੱਥੇ ਨੀਚੇ ਜਾਓਗੇ ਤਾਂ ਨੋਟ ਗਿਵਨ ਦਾ ਦੱਸਿਆ ਜੀ ਇਹਨਾਂ ਨੇ। ਆ ਦੇਖੋ ਇਹਨਾਂ ਨੇ ਨਾਲ ਰੀਜ਼ਨ ਵੀ ਦੱਸਿਆ ਰਾਈਟਰ ਨੇ। ਤੁਹਾਨੂੰ ਕੀ ਕਹਿੰਦਾ, ਕਹਿੰਦਾ ਪੈਰਾਗ੍ਰਾਫ ਸੀ ਦੇਖੀਏ, ਸੈਂਟੈਂਸ 3 ਹਾਂਜੀ 3 ਤੋਂ 5 ਵਿੱਚ ਦੇਖੀਏ, ਤਾਂ ਕਹਿੰਦੇ ਉਹਨਾਂ ਨੇ ਮੈਂਸ਼ਨ ਕੀਤਾ ਵਾ ਨੰਬਰ ਤੇ ਸਾਈਜ਼ ਆਫ ਦਾ ਆਬਜੈਕਟ ਜਿਹੜੇ ਇਨਸਾਈਡ ਦਾ 2 ਟਰਮਸ, ਬਟ ਕਹਿੰਦਾ ਇਹਨਾਂ ਨੇ ਇੱਕ ਚੀਜ਼ ਤਾਂ ਕੀਤੀ ਨਹੀਂ ਜੀ ਮੈਂਸ਼ਨ, ਕਹਿੰਦੇ ਸਾਈਜ਼ ਆਫ ਦੋਜ਼ ਟਰਮਸ ਨਹੀਂ ਕੀਤਾ। ਟਰਮਸ ਦਾ ਕਹਿੰਦਾ ਵਿੱਚ ਵਾਲੀਆਂ ਚੀਜ਼ਾਂ ਦਾ ਸਾਈਜ਼ ਜ਼ਰੂਰ ਮੈਂਸ਼ਨ ਕੀਤਾ ਵਾ, ਬਟ ਟਰਮ ਦਾ ਖੁਦ ਦਾ ਸਾਈਜ਼ ਨਹੀਂ ਕਹਿੰਦਾ ਮੈਂਸ਼ਨ ਕੀਤਾ, ਤਾਂ ਕਰਕੇ ਕਹਿੰਦਾ ਨੋਟ ਗਿਵਨ ਹੈ ਜੀ। ਸੋ ਇਹ ਵੈਬਸਾਈਟ ਦੇ ਵਿੱਚ ਤੁਹਾਨੂੰ ਬਾਅਦ ਚੋਂ ਜਸਟੀਫਿਕੇਸ਼ਨ ਵੀ ਦਿੰਦੇ ਆ ਕਿ ਅਸੀਂ ਇਹ ਲਾਇਆ ਤਾਂ ਕਿਉਂ ਲਾਇਆ ਜੀ। ਮੈਂ ਤੁਹਾਨੂੰ ਮਿਊਟ ਤੋਂ ਖੋਲਦਾ, ਮੈਨੂੰ ਯੈਸ ਔਰ ਨੋ ਦੱਸ ਦਿਓ। ਤੁਸੀਂ ਇਹਦੇ ਤੋਂ ਸੈਲਫ ਡਿਸਕਸ ਕਰ ਸਕਦੇ ਹੋ ਰੀਡਿੰਗ। ਹਾਂਜੀ ਲੱਗ ਗਿਆ ਪਤਾ ਜੀ ਸਾਰਿਆਂ ਨੂੰ? ਹਾਂਜੀ ਸਰ। ਕਲੀਅਰ ਹੈ ਜੀ? ਬੈਸਟ ਵੈਬਸਾਈਟ ਹੈ, ਜੇ ਤੁਹਾਨੂੰ ਨਹੀਂ ਵੀ ਪਤਾ ਲੱਗ ਰਿਹਾ ਤੁਹਾਨੂੰ ਖੁਦ ਸਮਝਾ ਦੇਣਗੇ ਵੀ ਅਸੀਂ ਕਿਉਂ ਟਰੂ ਲਾਇਆ ਜੀ ਇਹ। ਠੀਕ ਹੈ ਜੀ ਸਰ, ਥੈਂਕ ਯੂ ਜੀ। ਸਰ ਇਹਦੇ 'ਚ ਬਹੁਤ ਦਿੱਕਤ ਆ ਰਹੀ ਸੀ, ਮਤਲਬ ਪਤਾ ਨਹੀਂ ਲੱਗਦਾ ਸੀ ਨਾ ਵੀ ਕਿਵੇਂ ਠੀਕ ਹੋਇਆ ਕਿਵੇਂ ਗਲਤ ਹੋਇਆ। ਤੁਸੀਂ ਦੇਖੋਗੇ ਜਿੰਨੀਆਂ ਜਾਨੀ ਕਿ ਬੁੱਕਸ ਨਾ ਵੈਬਸਾਈਟ ਦੇ ਵਿੱਚ, ਤੁਸੀਂ ਕੋਈ ਬੁੱਕ ਖੋਲ ਲਓ ਭਾਵੇਂ +1 2, ਉਹਨਾਂ ਸਾਰਿਆਂ ਦੀ ਜਸਟੀਫਿਕੇਸ਼ਨ ਕੀਤੀ ਹੈ ਇਹਨਾਂ ਨੇ ਨਾਲ ਨਾਲ, ਲੋਕੇਸ਼ਨਾਂ ਵੀ ਦੱਸੀਆਂ ਸੀ ਕਿੱਥੋਂ ਨਾ ਕਿ ਇਹਨਾਂ 'ਚ 374 ਤੁਸੀਂ ਇੰਨੇ ਦੱਸੇ ਸੀ ਨਾ ਸਰ, ਮੇਰੇ ਕੋਲ ਥੋੜੀ ਜਿਹੀ ਨਿਕਲਦੀ ਹੈ ਉਹ, ਮਤਲਬ ਮੈਂ ਤੁਹਾਨੂੰ ਫੁੱਲ ਵੈਬਸਾਈਟ ਹੀ ਸੈਂਡ ਕੀਤੀ ਜਿਹੜੀ ਹੁਣ ਕੀਤੀ ਹੈ ਨਾ, ਡੋਂਟ ਵਰੀ, ਹੁਣ ਖੋਲ ਕੇ ਦੇਖਿਓ। ਠੀਕ ਹੈ ਹਾਂਜੀ ਚਲੋ ਜੀ, ਹੁਣ ਅੱਜ ਵਾਲੀ ਰੀਡਿੰਗ ਸਟਾਰਟ ਕਰਦੇ ਹਾਂ। ਸੋ ਇਹ ਜਿਹੜੀ ਵੈਬਸਾਈਟ ਹੈ ਜੀ, ਇਹਦੇ ਵਿੱਚੋਂ ਤੁਸੀਂ ਕੋਈ ਵੀ ਰੀਡਿੰਗ ਕਰਦੇ ਹੋ, ਤੁਹਾਨੂੰ ਕੋਈ ਨਹੀਂ ਵੀ ਸਮਝ ਆਉਂਦਾ ਤਾਂ ਤੁਸੀਂ ਉੱਥੇ ਜਾ ਕੇ ਦੇਖ ਵੀ ਸਕਦੇ ਹੋ ਕਿ ਟਰੂ ਕਿਵੇਂ ਲਾਇਆ, ਫਾਲਸ ਕਿਵੇਂ ਲਾਇਆ, ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹੁੰਦੇ। ਕਈ ਇੱਕ ਅੱਧਾ ਕੁਐਸਚਨ ਹੁੰਦਾ ਜਿਨ੍ਹਾਂ ਵਿੱਚ ਜ਼ਿਆਦਾ ਨਹੀਂ ਸਮਝਾਉਂਦੇ, ਬਟ ਮੋਸਟਲੀ ਇਹ ਸਮਝਾ ਦਿੰਦੇ ਸਟੂਡੈਂਟ ਨੂੰ ਕਿ ਅਸੀਂ ਇਹ ਕਿਉਂ ਲਾਇਆ ਜੀ। ਓਕੇ ਜੀ, ਸੋ ਅੱਜ ਵਾਲੀ ਜੋ ਆਪਾਂ ਪੈਰਾ ਕਰਨਾ ਜੀ ਉਹ ਤੁਹਾਡੇ ਸਾਹਮਣੇ ਜੀ ਆਹ ਵਾਲਾ ਜੀ, ਜਿੰਦਾ ਨਾਮ ਹੈਗਾ ਵਾ ਓਕੇ ਸੇਵਿੰਗ ਦਾ ਬ੍ਰਿਟਿਸ਼ ਬ੍ਰਿਟਨਸ। ਤੇ ਆਪਾਂ ਨੂੰ ਪਿਕਚਰ ਤੋਂ ਪਤਾ ਲੱਗ ਰਿਹਾ ਕਿ ਇੱਕ ਤਰ੍ਹਾਂ ਦਾ ਕੋਈ ਪੰਛੀ ਵਗੈਰਾ ਜੀ ਜਿਹਦੀ ਇਹ ਗੱਲ ਕਰ ਰਹੇ ਆ। ਸੋ ਓਕੇ ਜੀ, ਜਾਣੇ ਆਪਾਂ ਜੀ ਦੇਖਦੇ ਕਿ ਫਾਰਮੈਟ ਕਿੱਦਾਂ ਦਾ ਜੀ ਆਪਣਾ। ਸੋ ਅੱਜ ਹੈਡਿੰਗ ਕਰਦੇ ਆ ਜੀ। ਹੈਡਿੰਗ ਇਹਦੀ ਇਦਾਂ ਦੀ ਹੈ, ਕਿਤੇ ਕਿਤੇ ਕੋਈ ਨਾ ਕੋਈ ਸੌਖੀ ਵੀ ਆ, ਵਿੱਚੋਂ ਥੋੜੀਆਂ ਥੋੜੀਆਂ ਕਨਫਿਊਜ਼ਿੰਗ ਵੀ ਹੈ ਜੀ। ਜਾ ਕੇ ਦੇਖਦੇ ਹਾਂ ਆਪਾਂ ਜੀ ਇਹਨੂੰ। ਤਾਂ 14 ਤੋਂ 20 ਤੱਕ ਦੇਖੀਏ ਤਾਂ ਆਪਣੇ ਕੋਲ ਹੈਗੀਆਂ ਜੀ ਅੱਜ ਹੈਡਿੰਗਸ, ਤੇ ਜੇ ਆਪਾਂ 21 ਤੋਂ ਲੈ ਕੇ 26 ਤੱਕ ਦੇਖੀਏ ਤਾਂ ਆਪਣੇ ਕੋਲ ਹੈਗੇ ਆ ਜੀ ਕੁਐਸਚਨ। ਅੱਜ ਕੁਐਸਚਨ ਜਿਹੜੇ ਹੁੰਦੇ ਆ ਉਹ ਤੁਹਾਨੂੰ ਪਤਾ ਕਿ ਉਹ ਸੀਕੁਐਂਸ ਦੇ ਵਿੱਚ ਚੱਲਦੇ ਹੁੰਦੇ ਆ ਜੀ। ਕੁਐਸਚਨ ਜਿਹੜੇ ਹੁੰਦੇ ਉਹ ਆਪਣੇ ਸੀਕੁਐਂਸ ਦੇ ਵਿੱਚ ਚੱਲਦੇ ਹੁੰਦੇ ਆ ਜੀ। ਇਹਦਾ ਮਤਲਬ ਹੈਡਿੰਗ ਦੀ ਤਾਂ ਕੋਈ ਲੋਕੇਸ਼ਨ ਹੁੰਦੀ ਨਹੀਂ ਜੀ। ਜੇ ਆਪਾਂ ਹੈਡਿੰਗ ਦੀ ਦੇਖੀਏ ਤਾਂ ਹੈਡਿੰਗ ਦੀ ਹੁੰਦੀ ਨੋ ਲੋਕੇਸ਼ਨ, ਇਹਨੇ ਸਾਰੀ ਰੀਡਿੰਗ ਹੀ ਕਵਰ ਕਰਨੀ ਹੁੰਦੀ ਹੈ ਜੀ।
ਇਹਦਾ ਮਤਲਬ ਜਿਹੜੇ ਅੱਗੇ ਵਾਲੇ ਕੁਐਸਚਨ ਉਹ ਕਿੱਥੋਂ ਸਟਾਰਟ ਹੋਣਗੇ, ਉਹ ਸਟਾਰਟਿੰਗ ਤੋਂ ਹੀ ਸਟਾਰਟ ਹੋ ਜਾਣੇ ਆ ਜੀ। ਉਹਨਾਂ ਦੀ ਸਟਰੋਂਗ ਪੋਸੀਬਿਲਿਟੀ ਹੈ। ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਹੈਡਿੰਗ ਤੋਂ ਬਾਅਦ ਚੋਂ ਜਿਹੜੀ ਚੀਜ਼ ਆਉਂਦੀ ਹੁੰਦੀ ਆ ਉਹ ਸਟਾਰਟਿੰਗ ਤੋਂ ਸਟਾਰਟ ਹੋਣ ਦੀ ਸੰਭਾਵਨਾ ਹੁੰਦੀ ਹੈ ਜੀ ਉਹਦੀ। ਤੇ ਹੁਣ ਜੇ ਆਪਾਂ ਇੱਕ ਪਲ ਲਈ ਦੇਖੀਏ ਕਿ ਆਪਣਾ 27ਵੇਂ ਨੰਬਰ ਵਾਲਾ ਕੀ ਆ, 27ਵੇਂ ਨੰਬਰ ਵਾਲਾ ਤਾਂ ਜਸਟ ਉਹਨਾਂ ਨੇ ਪੁੱਛਿਆ ਜੀ ਕਿ ਸਾਰੇ ਪੈਸੇ ਦਾ ਮੇਨ ਪਰਪਸ ਕੀ ਹੈ। ਇਹ ਤਾਂ ਆਪਾਂ ਵੈਸੇ ਹੀ ਤੁੱਕਾ ਲਾਉਂਦੇ ਹੁੰਦੇ ਆ, ਸਾਰਾ ਆਪਾਂ ਨੂੰ ਰੀਡਿੰਗ ਬਾਰੇ ਤੋਂ ਪਤਾ ਲੱਗ ਜੇ ਆਪਾਂ ਦੇਖ ਲੈਂਦੇ ਹੁੰਦੇ ਕਿ ਸਭ ਤੋਂ ਕਲੋਜ਼ ਚੀਜ਼ ਕਿਹੜੀ ਹੈ। ਇਹਦਾ ਮਤਲਬ ਕੀ ਹੈ ਜੀ, ਇਹਦਾ ਮਤਲਬ ਹੈਡਿੰਗ ਦੀ ਕੋਈ ਲੋਕੇਸ਼ਨ ਹੈ ਨਹੀਂ ਗੀ ਤੇ ਕੁਐਸਚਨ ਇਸ ਤੋਂ ਬਾਅਦ ਚੋਂ ਜੇ ਸਟਾਰਟਿੰਗ ਤੋਂ ਸਟਾਰਟ ਹੋਏ, ਮੰਨ ਕੇ ਚੱਲੋ ਇੱਥੋਂ 21ਵੇਂ ਨੰਬਰ ਵਾਲਾ ਕੁਐਸਚਨ ਤੁਹਾਡਾ ਸਟਾਰਟ ਹੋਇਆ ਜੀ, ਆਹ ਦੋ ਪੈਰਿਆਂ ਦੇ ਵਿੱਚੋਂ ਮੰਨ ਕੇ ਲਓ 21ਵੇਂ ਨੰਬਰ ਵਾਲਾ ਕੁਐਸਚਨ ਸਟਾਰਟ ਹੋਇਆ, ਇਹਦਾ ਮਤਲਬ ਕੁਐਸਚਨ ਵੀ ਤੁਹਾਡੇ ਲਾਸਟ ਤੱਕ ਚੱਲਣਗੇ ਜੀ। ਜਿਹੜੇ ਤੁਹਾਡੇ ਕੁਐਸਚਨ ਆ, ਕੁਐਸਚਨ ਵੀ ਤੁਹਾਡੇ ਲਾਸਟ ਤੱਕ ਚੱਲਣਗੇ, ਯਾਨੀ ਕਿ 26ਵੇਂ ਨੰਬਰ ਵਾਲਾ ਕੁਐਸਚਨ ਤੁਹਾਡਾ ਹੋ ਸਕਦਾ ਇੱਥੋਂ ਤੱਕ ਚੱਲੇ ਲਾਸਟ ਤੱਕ, ਕਿਉਂਕਿ ਸਾਰੀ ਰੀਡਿੰਗ ਕਵਰ ਕਰਨੀ ਹੁੰਦੀ ਜੀ ਇਹਨੂੰ, ਸਾਰੀ ਰੀਡਿੰਗ। ਚਲੋ ਜੀ ਜਾ ਕੇ ਦੇਖਦੇ ਹਾਂ ਆਪਾਂ ਪਹਿਲਾਂ ਜੋ ਸਟਾਰਟ ਕਰਦੇ ਆ ਹੈਡਿੰਗ ਤੋਂ ਵੀ ਸਟਾਰਟ ਕਰ ਸਕਦੇ ਹਾਂ ਜੀ। ਚਲੋ ਜੀ, ਤੇ ਉਦੋਂ ਪਹਿਲਾਂ ਆਪਾਂ ਕੁਐਸਚਨ ਦੇ ਵਿੱਚ ਦੇਖ ਲਈਏ ਕਿੱਦਾਂ ਕਿੱਦਾਂ ਦੇ ਕੀਵਰਡ ਕੰਮ ਕਰੀ ਜਾਂਦੇ ਆ ਤਾਂ ਕਿ ਆਪਣੀ ਬਾਤ ਹੈਲਪ ਹੋ ਸਕਦੀ। ਵੈਸੇ ਜੇ ਅੱਜ ਦੇਖੀਏ ਤਾਂ ਕੁਐਸਚਨ ਦੇ ਵਿੱਚ ਕੋਈ ਏਦਾਂ ਦਾ ਪ੍ਰੋਪਰ ਨਾਉਨ ਨਹੀਂ ਮੈਨੂੰ ਦਿਖ ਰਿਹਾ ਜਿਹੜਾ ਸਿੱਧਾ ਟਾਰਗੇਟ ਹੋ ਸਕੇ। ਅੱਗੇ ਆਪਾਂ ਕੀ ਕਰਦੇ ਹੁੰਦੇ, ਆਪਾਂ ਕੋਈ ਨਾ ਕੋਈ ਬੈਰੀਅਰ ਕ੍ਰੀਏਟ ਕਰ ਲੈਂਦੇ ਹੁੰਦੇ, ਮੰਨ ਕੇ ਲਓ ਆਪਾਂ ਨੂੰ 23ਵਾਂ ਲੱਭ ਜੇ, 23ਵੇਂ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਤੇ ਯਾਨੀ ਕਿ 22ਵਾਂ 21ਵਾਂ ਉੱਪਰ ਆ ਤੇ ਬਾਅਦ ਚੋਂ ਆਹ ਵਾਲੇ ਸਾਰੇ ਨੀਚੇ ਆ। ਬਟ ਜੇ ਤੁਸੀਂ ਅੱਜ ਇਹ ਚੋਂ ਦੇਖੋ ਤਾਂ ਕੋਈ ਵੀ ਪ੍ਰੋਪਰ ਨਾਉਨ ਰੀਡਿੰਗ ਨੇ ਪਾਇਆ ਹੀ ਨਹੀਂ ਜੀ, ਜਿਸ ਤੋਂ ਕੋਈ ਟਾਰਗੇਟ ਹੋ ਸਕੇ ਲੋਕੇਸ਼ਨ। ਹਾਂ ਬਟ ਆਪਾਂ ਨੂੰ ਇੱਕ ਚੀਜ਼ ਜ਼ਰੂਰ ਹੈ ਜੀ, ਕੁਐਸਚਨ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਜੀ, ਵੈਨ ਦਾ ਮਤਲਬ ਪਹਿਲੇ ਦਾ ਆਨਸਰ ਟਾਈਮ ਹੋਣਾ ਜੀ। ਟਾਈਮ ਦਾ ਮਤਲਬ ਕੋਈ ਨਾ ਕੋਈ ਸਾਲ ਹੋ ਸਕਦਾ। ਕੀ ਕਹਿੰਦੇ, ਵੈਨ ਡਿਡ ਦਾ ਬਰਥ ਆਫ ਬੀਟਨ ਰੀਚ, ਓਕੇ ਸਪੀਕ ਆਫ ਨੰਬਰ, ਉਹਦਾ ਕਹਿੰਦੇ ਜਿਹੜਾ ਜਾਨੀ ਕਿ ਬਰਥ ਸੀਗਾ ਜੀ ਬੀਟਨ ਦਾ, ਕਦੋਂ ਕਹਿੰਦੇ ਪੀਕ ਉੱਪਰ ਪਹੁੰਚਿਆ ਸੀ, ਉਹ ਵਾਲਾ ਟਾਈਮ ਲੱਭ ਕੇ ਲਿਆਉਣਾ ਇਹਦੇ ਵਿੱਚ ਆਪਾਂ। ਅੱਗੇ ਕਹਿੰਦਾ ਜੀ what does the author okay describe the Beaton's character, ਇਹਦਾ ਮਤਲਬ ਇਹਦਾ ਕੋਈ ਨਾ ਕੋਈ ਕਰੈਕਟਰ ਆਨਸਰ ਆਉਣਾ ਜੀ। ਕਰੈਕਟਰ ਕਿਹਨੂੰ ਕਹਿ ਦਿੰਦੇ ਆ, ਜਿਹੜਾ ਗੁਣ ਹੁੰਦਾ ਆਪਣਾ ਕੋਈ ਨਾ ਕੋਈ। ਅੱਗੇ ਕਹਿੰਦੇ what is the main cause, ਕੋਈ ਕਾਰਨ ਦੱਸਣਾ ਜੀ ਇਹਦੇ ਵਿੱਚ, ਕੋਈ ਕਾਰਨ, ਕਾਰਨ ਕਿਹਦਾ, ਉਹਨਾਂ ਦੀ ਡੈਥ ਦਾ। ਅੱਗੇ ਜਾ ਕੇ ਦੇਖੀਏ ਤਾਂ ਇਹਦੇ ਵਿੱਚ ਆਪਾਂ what is the main food, ਇੱਕ ਮੇਨ ਫੂਡ ਲੱਭ ਕੇ ਲਿਆਉਣਾ ਜੀ ਆਪਾਂ ਉਧਰ। ਅਗਲੇ ਚ ਆਪਾਂ ਨੂੰ ਕਿਹਾ okay what system does it secure the stability of Beaton's population, ਉਹ ਕਿਹੜਾ ਸਿਸਟਮ ਹੈ ਜੀ ਜਿਹੜਾ ਇਹਨਾਂ ਦੀ ਪੋਪੂਲੇਸ਼ਨ ਨੂੰ ਸਟੇਬਲ ਰੱਖਦਾ, ਸਿਕਿਉਰ ਰੱਖਦਾ ਵਾ। ਆਪਾਂ ਉਹ ਸਿਸਟਮ ਲੱਭ ਕੇ ਲਿਆਉਣਾ ਇਹਦੇ ਵਿੱਚ ਕੋਈ ਨਾ ਕੋਈ ਰੀਡਿੰਗ ਦੇ ਵਿੱਚ। ਅੱਗੇ ਵਾਲੇ ਚ ਜਾ ਕੇ ਦੇਖੀਏ ਤਾਂ ਜੀ ਕਹਿੰਦੇ besides, besides ਦਾ ਮਤਲਬ ਕੀ ਹੁੰਦਾ ਜੀ, besides ਦਾ ਮਤਲਬ ਹੁੰਦਾ with। ਕਹਿੰਦੇ ਜੀ ਬੀਟਨ ਤੇ ਰੇਅਰ ਵੈਜੀਟੇਸ਼ਨ ਦੇ ਨਾਲ what mammals, ਹੋਰ ਕਿਹੜੇ ਮੈਮਲਸ ਆ does the plan benefit, ਜਿਨ੍ਹਾਂ ਨੂੰ ਜਾਨੀ ਕਿ ਬੈਨੀਫਿਟ ਹੁੰਦਾ ਵਾ ਪਲਾਨ ਤੋਂ। ਤਾਂ ਆਪਾਂ ਇਹਦੇ ਵਿੱਚ ਕੀ ਆ 26ਵੇਂ ਦੇ ਵਿੱਚ ਕੀ ਆ what mammals, mammals ਦਾ ਮਤਲਬ ਮੈਮਲਸ ਨਾਲ ਇਹਨਾਂ ਨੇ ਪਲੂਰਲ ਰੱਖਿਆ ਪਿਆ, ਇਹਦਾ ਮਤਲਬ ਇਹ ਆਨਸਰ ਪੱਕਾ ਏਦਾਂ ਦਾ ਆਊਗਾ ਜੀ। ਇਹਦੇ ਮੂਹਰੇ ਵੀ ਇੱਕ ਨਾਉਨ ਪਿਆ ਹੋਊਗਾ ਤੇ ਬਾਅਦ ਚੋਂ ਆਪਾਂ ਨੂੰ ਇਹਦੇ ਵਿੱਚ ਐਂਡ ਵੀ ਰੱਖਣਾ ਪੈਣਾ ਵਾ ਤੇ ਇਹਦੇ ਆ ਪਿੱਛੇ ਵੀ ਇੱਕ ਨਾਉਨ ਪਿਆ ਹੋਊਗਾ, ਜਾਨੀ ਕਿ ਇਹ 3 ਵਰਡਸ ਦਾ ਆਨਸਰ ਆਊਗਾ ਤੁਹਾਡਾ ਜੀ। ਤੇ ਉਹਨਾਂ ਨੇ ਲਿਖੇ ਵੀ 3 ਵਰਡ ਹੈ ਜੀ। ਪਹਿਲੇ ਵਾਲੇ ਵਿੱਚ ਤਾਂ ਨੰਬਰ ਆਨਸਰ ਆਉਣਾ ਜੀ, ਪਹਿਲੇ ਤਾਂ ਨੰਬਰ ਆਉਣਾ। ਦੂਸਰੇ ਦੇਖੀਏ ਕੋਈ ਕਰੈਕਟਰ, ਕਰੈਕਟਰ ਇੱਕ ਦੇਖੋ ਉਹਨਾਂ ਨੇ ਸਿੰਗਲ ਕਰੈਕਟਰ ਪੁੱਛਿਆ ਜੀ ਇੱਥੇ, ਉਹਨਾਂ ਨੇ ਕਰੈਕਟਰਸ ਨਹੀਂ ਪੁੱਛੇ, ਉਹਨਾਂ ਨੇ ਕਰੈਕਟਰ ਪੁੱਛਿਆ ਵਾ। ਇਹਦਾ ਮਤਲਬ ਇੱਕ ਸਿੰਗਲ ਆਊਗਾ ਜੀ, ਇਹਦਾ ਮਤਲਬ 1 ਵਰਡ ਆਨਸਰ ਆਊ ਜੀ ਇਹਦਾ। ਮੈਂ ਪ੍ਰੈਡਿਕਸ਼ਨ ਕਰ ਰਿਹਾ ਐਕਚੁਅਲ ਦੇ ਵਿੱਚ ਜਿੱਥੋਂ ਤੱਕ ਮੈਂ ਕਰ ਸਕਦਾ ਜੀ। ਉਹਨਾਂ ਨੇ ਮੇਨ ਕਾਜ਼ ਕਿਹਾ ਵਾ ਨਾ ਕਿ ਮੇਨ ਕਾਜ਼ਸ, ਇਹਦਾ ਮਤਲਬ 1 ਵਰਡ ਆਨਸਰ ਆਊਗਾ ਜੀ। ਤੁਹਾਨੂੰ ਪਹਿਲਾਂ ਹੀ ਨਹੀਂ ਉਹ ਚੀਜ਼ ਹੋ ਸਕਦੀ ਕਿ ਸਰ ਅਸੀਂ 2 ਲਾਈਏ ਜਾਂ 1 ਲਾਈਏ। ਮੈਂ ਕਹਿ ਰਿਹਾ ਤੁਸੀਂ ਪ੍ਰੈਡਿਕਸ਼ਨ ਕਰ ਲਓ ਨਾ ਉਹਨਾਂ ਦੀ। ਮੇਨ ਫੂਡ ਪੁੱਛਿਆ 1 ਵਰਡ ਆਨਸਰ ਆਉਣਾ ਜੀ, ਮੇਨ ਫੂਡ। ਸਿਸਟਮ ਪੁੱਛਿਆ ਜੀ ਉਹਨਾਂ ਨੇ, ਸਿਸਟਮ ਹੁਣ ਡਿਪੈਂਡ ਕਰਦਾ ਜੀ, ਸਿਸਟਮ 1 ਵਰਡ ਦਾ ਵੀ ਹੋ ਸਕਦਾ, ਸਿਸਟਮ 2 ਵਰਡ ਦਾ ਵੀ ਹੋ ਸਕਦਾ। ਇਹ ਕੋਈ ਪ੍ਰੋਪਰ ਨਾਉਨ ਆ ਸਕਦਾ ਜੀ ਇਹਦੇ ਵਿੱਚ, ਕੋਈ ਪ੍ਰੋਪਰ, ਜੇ ਕੋਈ ਸਿਸਟਮ ਦਾ ਕੋਈ ਪ੍ਰੋਪਰ ਨਾਉਨ ਹੋਇਆ ਤਾਂ ਜੀ ਉਧਰ। ਇੱਥੇ ਇਹਨਾਂ ਨੇ ਮੈਮਲਸ ਹੀ ਪੁੱਛ ਲਿਆ, ਇਹਦਾ ਮਤਲਬ ਪੱਕਾ ਇੱਥੇ 3 ਵਰਡਸ ਹੋਣੇ ਆ ਜੀ। ਤੇ ਮੈਨੂੰ ਯੈਸ ਔਰ ਨੋ ਦੱਸ ਦਿਓ ਕਿ ਤੁਹਾਨੂੰ ਇੰਨੀ ਵੀ ਚੀਜ਼ ਪਤਾ ਲੱਗ ਸਕਦੀ ਆ ਕੁਐਸਚਨ ਦੇ ਵਿੱਚ ਕਿ ਕਿੰਨੇ ਵਰਡਸ ਦਾ ਆਨਸਰ ਹੋ ਸਕਦਾ ਮੇਰਾ ਜੀ। ਯੈਸ ਔਰ ਨੋ ਜੀ? ਹਾਂਜੀ ਸਰ। ਲੱਗਿਆ ਪਤਾ ਜੀ ਸਾਰਿਆਂ ਨੂੰ ਇਹ ਚੀਜ਼ ਦਾ? ਹਾਂਜੀ। ਚਲੋ ਜੀ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ। ਹੁਣ ਆਪਾਂ ਕਰਦੇ ਹਾਂ ਆਪਣੀਆਂ ਹੈਡਿੰਗਸ ਕਰਦੇ ਹਾਂ ਜੀ ਇਹਨਾਂ ਤੇ। ਬਾਅਦ ਚੋਂ ਆਪਾਂ ਦੇਖੋ ਇਹਨਾਂ ਵਿੱਚ ਇੱਕ ਤਾਂ ਦੇਖੋ ਕੋਈ ਨੰਬਰ ਹੋ ਗਿਆ, ਕਰੈਕਟਰ ਹੋ ਗਿਆ,
ਜਾਂ ਕਾਰਨ ਹੋ ਗਏ, ਇੱਕ ਫੂਡ ਦੀ ਗੱਲ ਹੋਈ ਜਾਂਦੀ ਆ, ਹਲਕੇ ਹਲਕੇ ਕੀਵਰਡ ਆਪਦੇ ਮਾਈਂਡ 'ਚ ਰੱਖਿਓ। ਪੋਪੂਲੇਸ਼ਨ ਹੋ ਗਿਆ ਤੇ ਕੋਈ ਨਾ ਕੋਈ ਹੋਰ ਮੈਮਲਸ ਹੋ ਗਏ ਜੀ ਜਿਹੜੇ। ਵੈਸੇ ਵੀ ਇਹ 26ਵਾਂ ਕਿੱਥੋਂ ਮਿਲਣ ਦੀ ਸੰਭਾਵਨਾ ਵਾ, ਲਾਸਟ ਵਾਲੇ ਪੈਰੇ ਦੇ ਵਿੱਚੋਂ ਮਿਲਣ ਦੀ ਇਹਦੀ ਸੰਭਾਵਨਾ ਹੈਗੀ ਹੈ ਅਕੋਰਡਿੰਗ ਟੂ ਮੈਪ ਰੀਡਿੰਗ। ਚਲੋ ਜੀ ਹੁਣ ਆਪਾਂ ਜਾ ਕੇ ਦੇਖਦੇ ਹਾਂ ਹੈਡਿੰਗਸ ਨੂੰ ਆਪਣੀਆਂ। ਸੋ ਹੈਡਿੰਗਸ ਦੇ ਵਿੱਚ ਉਹਨਾਂ ਨੇ ਆਪਣੇ ਤੋਂ, ਠੀਕ ਹੈ ਜੀ, ਐਚ ਤੇ ਬਾਅਦ ਚੋਂ ਆ ਆਪਾਂ ਨੂੰ ਦੱਸਿਆ ਪਿਆ ਜੀ 7ਵੇਂ ਨੰਬਰ ਵਾਲਾ ਉਹਨਾਂ ਨੇ ਆਪਾਂ ਨੂੰ ਦੱਸਿਆ ਪਿਆ ਜੀ, ਉਹਨੂੰ ਆਪਾਂ ਪਹਿਲਾਂ ਹੀ ਕੱਢ ਦਿੰਦੇ ਤਾਂ ਕਿ ਆਪਾਂ ਨੂੰ ਭੁਲੇਖਾ ਨਾ ਪਾਵੇ। ਉਹ ਜੀ ਆ ਆਪਾਂ ਪਹਿਲਾਂ ਹੀ ਕੱਢਤਾ ਜੀ ਹਲੋ, ਤਾਂ ਕਿ ਆਪਾਂ ਨੂੰ ਭੁਲੇਖਾ ਨਾ ਪਾਵੇ। ਚਲੋ ਜੀ ਸਭ ਤੋਂ ਪਹਿਲੇ ਨੰਬਰ ਵਾਲਾ ਪੈਰਾਗ੍ਰਾਫ ਪੜ੍ਹਦੇ ਆ ਜੀ, ਨਾਲ ਨਾਲ ਪੜ੍ਹਨਾ ਤੁਸੀਂ ਜੀ। ਤੇ ਦੇਖੋ ਇਹਦੇ ਵਿੱਚ ਕੀ ਆ, ਹੁਣ ਪੈਰਿਆਂ ਦੀ ਲੈਂਥ ਦੇਖੋ ਜੀ। ਦੇਖੋ ਪੈਰਾ ਇਹਦੇ ਵਿੱਚ ਇੱਕ ਛੋਟਾ, ਬੀ ਥੋੜਾ ਜਿਹਾ ਉਦੋਂ ਵੱਡਾ, ਸੀ ਥੋੜਾ ਜਿਹਾ ਉਦੋਂ ਵੱਡਾ ਜੀ, ਤੇ ਡੀ ਆਪਾਂ ਜਾ ਕੇ ਦੇਖੀਏ ਤਾਂ ਉਹਦੇ ਤੋਂ ਵੀ ਵੱਡਾ ਜੀ। ਆ ਆਪਾਂ ਨੂੰ ਦਿੱਤਾ ਵੀ ਹੈ, ਇਹ ਇੱਥੇ ਤੇ ਮੈਂ ਕ੍ਰਾਸ ਮਾਰ ਦਿੰਦਾ, ਆ ਆਪਾਂ ਨੂੰ ਦਿੱਤਾ ਹੀ ਹੈ। ਤੇ ਇਹਨਾਂ ਦੀ ਲੈਂਥ 80 ਹੋ, ਇਹਦੀ ਲੈਂਥ ਫੇਰ ਕੀ ਹੋਗੀ ਜੀ, ਕਾਫੀ ਵੱਡੀ ਹੋਗੀ। ਚਲੋ ਜੀ ਹੁਣ ਜਾ ਕੇ ਦੇਖਦੇ ਆਪਾਂ। ਇਹ ਆਪਣਾ ਛੋਟਾ ਜਿਹਾ ਪੈਰਾ ਜੀ, ਛੋਟੇ ਜਿਹੇ ਪੈਰੇ ਦਾ ਛੇਤੀ ਮਿਲਣ ਦੀ ਸੰਭਾਵਨਾ ਹੁੰਦੀ। ਕੀ ਕਹਿੰਦੇ ਜੀ, ਹਾਂਜੀ ਕਹਿੰਦੇ ਬਰੀਡਿੰਗ ਬਿਟਨਸ, ਜਿਹੜੀ ਇਹਨਾਂ ਦੀ ਬਰੀਡਿੰਗ ਹੈ ਜੀ, ਬਿਕੇਮ ਐਕਸਟਿੰਕਟ। ਐਕਸਟਿੰਕਟ ਦਾ ਮਤਲਬ ਅਲੋਪ ਹੋਣਾ ਜੀ, ਖਤਮ ਹੋ ਜਾਣਾ ਜੀ, ਅਲੋਪ ਹੋਣਾ ਜੀ, ਡਿਸਅਪੀਅਰ ਹੋ ਜਾਣਾ ਜੀ। ਕਹਿੰਦੇ ਜਿਹੜੀ ਇਹਨਾਂ ਦੀ ਬਰੀਡਿੰਗ ਹੈ ਜੀ ਉਹ ਐਕਸਟਿੰਕਟ ਹੋ ਗਈ ਸੀਗੀ, ਉਹ ਡਿਸਅਪੀਅਰ ਹੋ ਗਈ ਸੀ ਯੂਕੇ ਦੇ ਵਿੱਚ 1896 ਓਕੇ 86 ਦੇ ਦੌਰਾਨ। ਬਟ ਫੋਲੋਇੰਗ ਰੀਕਲੋਨਾਈਜੇਸ਼ਨ, ਓਕੇ ਰੀਕਲੋਨਾਈਜੇਸ਼ਨ ਦਾ ਮਤਲਬ ਫਿਰ ਇਕੱਠੇ ਹੋਣੇ ਸ਼ੁਰੂ ਹੋ ਗਏ, ਫਿਰ ਕਲੋਨੀਆਂ ਬਣਨੀਆਂ ਸ਼ੁਰੂ ਹੋ ਗਈਆਂ ਜੀ ਇਹਨਾਂ ਦੀਆਂ। ਕਦੋਂ ਜੀ, ਕਹਿੰਦੇ ਅਰਲੀ ਲਾਸਟ ਸੈਂਚੁਰੀ। ਯਾਨੀ ਕਿ ਪਹਿਲੀ ਲਾਈਨ ਦਾ ਮੇਨ ਮੋਟਿਵ ਕੀ ਹੈ ਜੀ, ਪਹਿਲਾਂ ਇਹ ਐਕਸਟਿੰਕਟ ਹੋ ਗਏ, ਫਿਰ ਯਾਨੀ ਕਿ ਰਾਈਜ਼ ਹੋਣ ਲੱਗ ਗਏ। ਤੇ ਨੰਬਰ ਕਹਿੰਦੇ ਇਹਨਾਂ ਦਾ ਪਹੁੰਚ ਗਿਆ ਪੀਕ ਤੱਕ ਜੀ, ਅਬਾਊਟ, ਹਾਂਜੀ ਕਿੱਥੋਂ ਤੱਕ ਪਹੁੰਚ ਗਿਆ, ਕਹਿੰਦੇ 70 ਬੂਮਿੰਗ ਮੇਲਸ, ਓਕੇ 70 ਬੂਮਿੰਗ ਮੇਲਸ ਇਨ ਕਦੋਂ ਜੀ, ਓਕੇ 1950, ਫੋਲਿੰਗ ਟੂ ਫੇਵਰ ਦੈਨ 20 ਬਾਈ 8। ਯਾਨੀ ਕਿ ਪਹਿਲੇ ਜੋ ਦੋ ਲਾਈਨਾਂ ਆਪਾਂ ਪੜ੍ਹੀਆਂ, ਇਹਦਾ ਮੇਨ ਮਕਸਦ ਕੀ ਹੈ, ਇਹਦਾ ਮੇਨ ਮਕਸਦ ਹੈਗਾ ਵਾ ਕਿ 1886 ਦੇ ਵਿੱਚ ਇਹਨਾਂ ਦੀ ਜਿਹੜੀ ਪੋਪੂਲੇਸ਼ਨ ਆ ਜੀ, ਜਿਹੜੀ ਬਰੀਡਿੰਗ ਆ ਉਹ ਘਟਣੀ ਸ਼ੁਰੂ ਹੋ ਗਈ ਸੀ। ਤੇ ਬਾਅਦ ਦੇ ਵਿੱਚੋਂ ਇੱਕ ਵਾਰੀ ਫਿਰ ਇਹਨਾਂ ਦੀ ਜਿਹੜੀ ਪੋਪੂਲੇਸ਼ਨ ਆ ਉਹ ਪੀਕ ਦੇ ਉੱਪਰ ਪਹੁੰਚ ਗਈ ਸੀਗੀ। ਓਕੇ ਜੀ, ਜਾ ਕੇ ਦੇਖ ਕੇ ਉਹਨੇ ਆਪਾਂ ਵੀ ਕੀ ਕੋਈ ਮੈਚ ਹੁੰਦਾ ਜੀ, ਆਪਾਂ ਨੂੰ ਉਹਦੀ ਸੈਂਸ ਪਤਾ ਲੱਗ ਗਈ ਕਿ ਕੀ ਆ। ਦੇਖੋ ਪਹਿਲੇ ਵਿੱਚ ਕਹੀ ਜਾਂਦੇ ਆ ਰਿਸਰਚ ਫਾਈਂਡਿੰਗ ਇਨਟੂ ਹੈਬਿਟ ਐਂਡ ਡਿਸੀਜਨ, ਏਦਾਂ ਦੀ ਕੋਈ ਵੀ ਚੀਜ਼ ਦਾ ਜ਼ਿਕਰ ਨਹੀਂ ਕੀਤਾ ਜੀ। ਇਹਦੇ ਵਿੱਚ ਕੀ ਹੈ ਜੀ, ਫਲਕਚੁਏਸ਼ਨ ਇਨ ਬਿਟਰ ਨੰਬਰ, ਉਹਨਾਂ ਦੇ ਨੰਬਰ ਦੇ ਵਿੱਚ ਫਲਕਚੁਏਸ਼ਨ ਆਈ ਹੈ। ਜੇ ਆਪਾਂ ਜਾ ਕੇ ਦੇਖੀਏ ਉੱਥੇ ਤਾਂ ਸਭ ਤੋਂ ਪਹਿਲਾਂ ਉਹ ਡਿਕਰੀਜ਼ ਹੋਏ ਜੀ, ਬਾਅਦ ਦੇ ਵਿੱਚੋਂ ਉਹ ਰੀਕਲੋਨਾਈਜੇਸ਼ਨ ਇਨਕਰੀਜ਼ ਹੋ ਗਏ ਜੀ, ਅੱਗੇ ਜਾ ਕੇ ਫਿਰ ਫਾਲ ਹੋ ਰਹੇ ਆ ਜੀ। ਤੇ ਇਦੋਂ ਅੱਗੇ ਜਾ ਕੇ ਦੇਖੀਏ ਤਾਂ ਆਪਾਂ ਜੀ ਉਹਨਾਂ ਵਿੱਚ ਫਿਰ ਰਿਕਵਰੀ ਹੋਈ। ਤਾਂ ਇਹਦਾ ਮਤਲਬ ਜਿਹੜੀ ਆ ਮੈਂ ਡਾਇਗਰਾਮ ਬਣਾਈ ਹੈ ਕੀ ਹੈ ਜੀ, ਦਿਸ ਇਜ਼ ਫਲਕਚੁਏਸ਼ਨ। ਤਾਂ ਇਹਦਾ ਮਤਲਬ ਉਹ ਤਾਂ ਆਪਣਾ ਮੈਚ ਹੋ ਹੀ ਰਿਹਾ ਡਿਟੋ ਜੀ। ਅਗਲਾ ਜਾ ਕੇ ਦੇਖੀਏ ਕਿ ਪ੍ਰੋਟੈਕਟ ਬਾਈ ਯੰਗ, ਕਿਤੇ ਨਹੀਂ ਗੱਲ ਹੋਈ, ਜਾਂ ਇੰਟਰਨੈਸ਼ਨਲ ਕੋਆਪਰੇਸ਼ਨ, ਕਿਤੇ ਨਹੀਂ ਗੱਲ ਹੋਈ ਜੀ। ਬਿਗਿਨ ਇਨ ਕੈਲਕੂਲੇਸ਼ਨ ਆਫ ਦਾ ਨੰਬਰ, ਕਹਿੰਦੇ ਜੀ ਜਿਹੜੀ ਉਹਨਾਂ ਦੇ ਨੰਬਰ ਦੀ ਕੈਲਕੂਲੇਸ਼ਨ ਸੀਗੀ ਉਹ ਸ਼ੁਰੂ ਕੇ, ਹਾਂਜੀ ਕੈਲਕੂਲੇਸ਼ਨ ਦੀ ਤਾਂ ਕਿਤੇ ਗੱਲ ਨਹੀਂ ਕੀਤੀ ਜੀ। ਫੂਡ ਦੀ ਤਾਂ ਕਿਤੇ ਨਹੀਂ ਗੱਲ ਕੀਤੀ ਇਹਨਾਂ ਨੇ, ਨਾ ਹੀ ਕਿਤੇ ਰਿਸਰਚ ਇਨਟੂ ਰੈਡ ਕੋਈ ਏਦਾਂ ਦੀ ਗੱਲ ਕੀਤੀ ਰਿਸਰਚ ਦੀ ਜੀ, ਨਾ ਹੀ ਕਿਤੇ ਰਿਵਰਸ ਐਸਟੈਬਲਿਸ਼ਡ ਹੋਲਡਿੰਗ ਬਿਟਨ, ਨਾ ਹੀ ਕਿਤੇ ਵਿੰਟਰ ਦੀ ਗੱਲ ਕੀਤੀ। ਤਾਂ ਆਪਣਾ ਕਿਹੜਾ ਲੌਕ ਹੋਇਆ ਜੀ, ਆਪਣਾ ਦੂਸਰੇ ਨੰਬਰ ਵਾਲੀ ਹੈਡਿੰਗ ਆਈ ਜੀ। ਸੌਖਾ ਸੀ ਕਾਫੀ, ਫਲਕਚੁਏਸ਼ਨ ਵਰਡ ਸਿੱਧਾ ਨਹੀਂ ਲਿਖਿਆ, ਬਟ ਉਹ ਗੱਲਾਂ ਕਰੀ ਜਾਂਦੇ, ਪਹਿਲਾਂ ਉਹ ਘਟੀ, ਫਿਰ ਵਧੀ, ਫਿਰ ਘਟੀ, ਤੇ ਫਿਰ ਜਾ ਕੇ ਉਹ ਵਧੀ। ਸੋ ਆਪਣਾ ਫਲਕਚੁਏਸ਼ਨ ਜਿਹੜਾ ਹੈਗਾ ਉਹਦਾ ਆਂਸਰ ਨਿਕਲਿਆ ਜੀ। ਚਲੋ ਜੀ ਬੀ ਦੇਖਦੇ ਜੀ, ਜਾ ਕੇ ਧਿਆਨ ਨਾਲ ਦੇਖੀ ਪੈਰਾਗ੍ਰਾਫ ਨੰਬਰ ਬੀ ਪੜ੍ਹਦੇ ਆ ਜੀ, ਜਿਹੜਾ ਉਹਦੇ ਤੋਂ ਥੋੜਾ ਲੌਂਗ ਆ। ਕੀ ਕਹਿੰਦੇ ਜੀ, ਕਹਿੰਦੇ ਬਿਟਨਸ ਜਿਹੜੇ ਹੈਗੇ ਆ ਜੀ ਹੈਵ ਕ੍ਰਿਪਟਿਕ, ਉਹ ਕਹਿੰਦੇ ਪਲਮਿਕ, ਹਾਂਜੀ ਕ੍ਰਿਪਟਿਕ ਦਾ ਮਤਲਬ ਹੁੰਦਾ ਜਿਹੜੀ ਚੀਜ਼ ਸੀਕ੍ਰੇਟ ਜੀ ਹੋਵੇ, ਤੇ ਪਲਮਿੰਗ ਦਾ ਮਤਲਬ ਹੁੰਦਾ ਫੈਦਰਸ, ਜਿਹੜੇ ਉਹਨਾਂ ਦੇ ਖੰਭਾਂ ਜਿਹਾਂ ਨੂੰ ਆਪਾਂ ਕਹਿ ਦਿੰਦੇ ਹੁੰਦੇ। ਕਹਿੰਦੇ ਬਿਟਨਸ ਜਿਹੜੇ ਹੁੰਦੇ ਉਹਨਾਂ ਕੋਲੇ ਕ੍ਰਿਪਟਿਕ, ਯਾਨੀ ਕਿ ਜੇ ਮੰਨ ਕੇ ਚਲੋ ਤੁਹਾਨੂੰ ਫਾਈਨਲ ਚ ਇਹਦਾ ਹੁਣ ਮੀਨਿੰਗ ਨਹੀਂ ਪਤਾ, ਹੁਣ ਧਿਆਨ ਨਾਲ ਦੇਖਿਓ ਜੀ। ਜਦੋਂ ਫਾਈਨਲ ਚ ਇਹਦਾ ਮੀਨਿੰਗ ਨਹੀਂ ਪਤਾ ਤਾਂ ਆਪਾਂ ਦੇਖਣਾ ਵੀ ਕੀ ਇਹਦੇ ਉੱਪਰ ਆਨਸਰ ਆਪਣਾ ਖੜਾ ਸੀ ਕਿ ਨਹੀਂ ਖੜਾ ਸੀ। ਕੀ ਆਪਾਂ ਨੂੰ ਇਹਨਾਂ ਦਾ ਮੀਨਿੰਗ ਪਤਾ ਹੋਣਾ ਜ਼ਰੂਰੀ ਹੈ ਜੀ। ਆਪਾਂ ਨਾਲ ਦੀ ਨਾਲ ਜਿਹੜੀ ਇਹ ਚੀਜ਼ ਹੈ ਪਤਾ ਕਰਦੇ, ਧਿਆਨ ਨਾਲ ਦੇਖਿਓ ਜੀ। ਕਹਿੰਦੇ ਜਿਹੜੇ ਬਿਟਨਸ ਹੈਗੇ ਆ ਜੀ ਉਹਨਾਂ ਕੋਲੇ ਕ੍ਰਿਪਟਿਕ, ਉਹ ਕਹਿੰਦੇ ਕਿ ਪਲਮਿਕ ਹੁੰਦਾ, ਮੰਨ ਕੇ ਚਲੋ ਮੈਨੂੰ ਤਾਂ ਮੀਨਿੰਗ ਨਹੀਂ ਪਤਾ, ਚਲੋ ਜੀ ਮੈਂ ਇਹਨੂੰ ਛੱਡਤਾ। ਨਾਲ ਨਾਲ ਕੀ ਹੈ ਜੀ, ਕਹਿੰਦੇ ਸ਼ਾਏ ਨੇਚਰ ਹੁੰਦਾ ਜੀ ਉਹਨਾਂ ਦਾ,
ਇਹਦਾ ਮਤਲਬ ਮੈਨੂੰ ਪਤਾ ਲੱਗ ਗਿਆ ਵੀ ਆ ਉਹਨਾਂ ਦਾ ਕੋਈ ਨਾ ਕੋਈ ਨੇਚਰ ਆ ਤੇ ਆ ਵੀ ਉਹਨਾਂ ਦੀ ਕੋਈ ਨਾ ਕੋਈ ਚੀਜ਼ ਹੁੰਦੀ ਹੋਊਗੀ ਜੀ। ਤਾਂ ਮੈਨੂੰ ਪਤਾ ਲੱਗ ਗਿਆ ਪੈਰਾਗ੍ਰਾਫ ਬੀ ਦੇ ਵਿੱਚ ਬਿਟਰਨ ਦੀ ਖਾਸੀਅਤ ਜੀ ਬਾਰੇ ਦੱਸ ਰਹੇ ਆ, ਭਾਵੇਂ ਕਿ ਮੈਨੂੰ ਇਹਦਾ ਮੀਨਿੰਗ ਮੰਨ ਕੇ ਚਲੋ ਨਹੀਂ ਵੀ ਪਤਾ, ਬਟ ਮੈਂ ਇਹਦੇ ਨਾਲ ਜਿਹੜੀ ਚੀਜ਼ ਪਈ ਸੀਗੀ ਜੀ, ਮੈਂ ਕੀ ਦੇਖਿਆ ਕਿ ਇਹਦੇ ਨਾਲ ਜਿਹੜੀ ਚੀਜ਼ ਪਈ ਆ ਉਹਦੇ ਤੋਂ ਗੈਸ ਕੀਤਾ ਵੀ ਇਹਦਾ ਮਤਲਬ ਕੀ ਹੋ, ਵੀ ਕੋਈ ਨਾ ਕੋਈ ਖਾਸੀਅਤ ਹੋ ਸਕਦੀ ਜੀ ਇਹਦੀ। ਯੂਜ਼ਲੀ ਕਹਿੰਦੇ ਰਿਮੇਨਿੰਗ ਹਿਡਨ ਓਕੇ ਵਿਦਿਨ ਦਾ ਕਵਰ ਆਫ ਰੀਡ ਬੈਡ ਵੈਜੀਟੇਸ਼ਨ, ਕਹਿੰਦੇ ਯੂਜ਼ਲੀ ਇਹ ਜਾਨੀ ਕਿ ਲੁਕੇ ਜਿਹੇ ਰਹਿੰਦੇ। ਹੁਣ ਦੇਖੋ ਬਾਕੀ ਵਰਡਸ ਤਾਂ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ, ਜੇ ਤੁਹਾਨੂੰ ਇੱਕ ਅੱਧਾ ਵਰਡ ਨਹੀਂ ਵੀ ਪਤਾ ਇਹਦੀ ਟੈਨਸ਼ਨ ਨਹੀਂ ਲਈਦੀ ਹੁੰਦੀ, ਬਾਕੀ ਵਰਡ ਤਾਂ ਪਤਾ ਹੀ ਹੈ। ਕਹਿੰਦੇ ਜੀ ਇਹ ਯੂਜ਼ਲੀ ਕਹਿੰਦੇ ਬਈ ਜਾਨੀ ਕਿ ਜਨਰਲੀ ਇਹ ਲੁਕੇ ਜਿਹੇ ਰਹਿੰਦੇ ਆ, ਕਹਿੰਦੇ ਜਿਹੜੇ ਰੈੱਡ ਬੈਡ ਵੈਜੀਟੇਸ਼ਨ ਹੁੰਦਾ ਉਹਦੇ ਜਾਨੀ ਕਿ ਵਿੱਚ ਲੁਕੇ ਜਿਹੇ ਰਹਿੰਦੇ ਆ ਜੀ ਕਹਿੰਦੇ। ਤਾਂ ਪਹਿਲੇ ਤੋਂ ਆਪਾਂ ਨੂੰ ਕੀ ਪਤਾ ਲੱਗਿਆ, ਪਹਿਲੇ ਵਿੱਚ ਤਾਂ ਨੇਚਰ ਦੱਸਿਆ ਜੀ ਉਹਨਾਂ ਨੇ ਇਹਦਾ। ਉਹਨਾਂ ਨੇ ਤਾਂ ਜੇ ਆ ਤੁਸੀਂ ਟੌਪਿਕ ਸੈਂਟੈਂਸ ਜਾ ਕੇ ਮੈਚ ਵੀ ਕਰਨਾ ਹੋਵੇ ਤਾਂ ਸਪੀਡ ਨਾਲ ਚੈੱਕ ਕਰਨਾ, ਕੋਈ ਡਿਸੀਜ਼ਨ ਦੀ ਗੱਲ ਨਹੀਂ ਹੋਈ ਪਹਿਲੀ ਲਾਈਨ 'ਚ, ਕੋਈ ਪ੍ਰੋਟੈਕਟ ਦੀ ਗੱਲ ਨਹੀਂ ਹੋਈ, ਕੋਈ ਇੰਟਰਨੈਸ਼ਨਲ ਦੀ ਗੱਲ ਨਹੀਂ ਹੋਈ, ਕੋਈ ਕੈਲਕੂਲੇਸ਼ਨ ਦੀ ਗੱਲ ਨਹੀਂ ਹੋਈ, ਕੋਈ ਫੂਡ ਦੀ ਗੱਲ ਨਹੀਂ ਹੋਈ, ਕੋਈ ਰਿਸਰਚ ਇਨਟੂ ਹਲੇ ਤੱਕ ਨਹੀਂ ਦੱਸਿਆ ਵੀ ਰਿਸਰਚ, ਅੱਗੇ ਜਾ ਕੇ ਜੀ ਕੋਈ ਰਿਵਰਸ ਇਹਦੀ ਕੋਈ ਗੱਲ ਨਹੀਂ ਹੋਈ। ਤਾਂ ਇਹਨਾਂ ਨੂੰ ਜੇ ਕ੍ਰੋਸ ਵੀ ਮਾਰਨਾ ਤਾਂ ਬਹੁਤ ਸਪੀਡ ਦੇ ਨਾਲ ਮਾਰਨਾ ਜੀ। ਵੈਸੇ ਵੀ ਤੁਹਾਨੂੰ ਇਹ 2-3 ਵਾਰੀ ਪੜ੍ਹਨ ਨੂੰ ਤਾਂ ਸਾਰੀਆਂ ਯਾਦ ਹੀ ਹੋ ਜਾਂਦੀਆਂ ਵੀ ਹੁਣ ਕਿਹੜੀਆਂ ਕਿਹੜੀਆਂ ਹੈਗੀਆਂ ਜੀ, ਕਿਹੜੀਆਂ ਕਿਹੜੀਆਂ ਨਹੀਂ। ਚਲੋ ਜਾ ਕੇ ਨੈਕਸਟ ਲਾਈਨ ਪੜ੍ਹਨੀ ਪੈਣੀ ਜੀ। ਸਾਡਾ ਕਹਿੰਦੇ ਫਸਟ ਚੈਲੰਜ ਜਿਹੜਾ ਸੀਗਾ, ਹੁਣ ਤੁਸੀਂ ਇੱਕ ਗੱਲ ਇੱਥੇ ਨੋਟ ਕਰਿਓ, ਜੇ ਤੁਸੀਂ ਸਿਰਫ ਗਿਣਤੀ ਦੀਆਂ 5 ਰੀਡਿੰਗਸ ਨੂੰ ਸਮਝ ਲਓ ਨਾ ਤੇ ਤੁਹਾਨੂੰ ਸਾਰੀਆਂ ਰੀਡਿੰਗਸ ਦੇ ਬਾਰੇ ਪਤਾ ਲੱਗਣ ਲੱਗ ਗਿਆ। ਹੁਣ ਜੇ ਤੁਸੀਂ ਧਿਆਨ ਨਾਲ ਦੇਖੋ, ਆਪਾਂ ਜਿਹਨੂੰ ਦੇਖੀਏ ਤਾਂ ਧਿਆਨ ਨਾਲ, ਮੇਰਾ ਅੱਜ ਮੇਨ ਮੋਟਿਵ ਆ ਵੀ ਤੁਹਾਨੂੰ ਆਹ ਚੀਜ਼ ਸਿਖਾਉਣੀ ਬਸ, ਤਾਂ ਕਿ ਤੁਹਾਨੂੰ ਸਾਰੀਆਂ ਰੀਡਿੰਗ ਦਾ ਪਤਾ ਲੱਗ ਜੇ। ਦੇਖੋ ਪਹਿਲੀ ਲਾਈਨ ਦੇ ਵਿੱਚ ਰਾਈਟਰ ਨੇ ਕੀ ਕੀਤਾ, ਉਹਨੇ ਬਿਟਨ ਦੀਆਂ ਖਾਸੀਅਤ ਦੱਸੀਆਂ। ਇੱਕ ਤਾਂ ਉਹਦਾ ਆਹ ਕੋਈ ਗੁਣ ਦੱਸਿਆ ਉਹਨੇ, ਦੂਸਰੇ ਚ ਉਹਨੇ ਉਹਦਾ ਨੇਚਰ ਦੱਸਿਆ ਜੀ। ਠੀਕ ਹੈ ਜੀ, ਆਹ 2 ਗੁਣ ਇਹਨੇ ਇਹਦੇ ਦੱਸਤੇ ਜੀ। ਇਹ ਇਹਦਾ ਟੌਪਿਕ ਸੈਂਟੈਂਸ ਸੀਗਾ, ਜਿਸ ਤੋਂ ਆਪਾਂ ਨੂੰ ਪਤਾ ਲੱਗਿਆ ਵੀ ਸ਼ਾਇਦ ਇਹਦੇ ਸਾਰੇ ਦੇ ਵਿੱਚ ਬਿਟਨਸ ਦੇ ਬਾਰੇ ਹੀ ਉਹਨਾਂ ਦੀ ਖਾਸੀਅਤ ਦੀ ਗੱਲ ਹੀ ਕੀਤੀ ਹੋ ਸਕਦੀ ਹੈ। ਬਟ ਨੈਕਸਟ ਲਾਈਨ ਦੇ ਵਿੱਚ ਜਿਹੜਾ ਰਾਈਟਰ ਸੀਗਾ ਉਹ ਇਮੀਡੀਏਟਲੀ ਆਪਣਾ ਟੌਪਿਕ ਚੇਂਜ ਕਰ ਗਿਆ ਜੀ। ਨੈਕਸਟ ਲਾਈਨ ਦੇ ਵਿੱਚ ਉਹ ਕੋਈ ਚੈਲੰਜ ਦੀ ਗੱਲ ਕਰਨ ਲੱਗ ਗਿਆ। ਹੁਣ ਮੈਨੂੰ ਤੁਸੀਂ ਦੱਸੋ ਵੀ ਕੀ ਪਹਿਲੀ ਲਾਈਨ ਤੇ ਦੂਸਰੀ ਲਾਈਨ ਦੇ ਵਿੱਚ ਕੋਈ ਕਨੈਕਟੀਵਿਟੀ ਹੈ? ਤੁਸੀਂ ਕੋਈ ਕਨੈਕਟੀਵਿਟੀ ਜੋੜ ਪਾ ਰਹੇ ਹੋ ਇਹਦੇ ਵਿੱਚ ਜੀ? ਯੈਸ ਸਰ ਨਹੀਂ ਸਰ। ਯਾਨੀ ਕਿ ਜੇ ਤੁਸੀਂ ਗਿਣਤੀ ਦੀਆਂ 5 ਰੀਡਿੰਗਸ ਨੂੰ ਵੀ ਯਾਨੀ ਕਿ ਬਿਨਾਂ ਟਾਈਮ ਲਾਏ ਕਰ ਲਓ, ਤੁਹਾਨੂੰ ਪਤਾ ਲੱਗਣ ਲੱਗ ਜੇ ਵੀ ਕਿੱਦਾਂ ਟੌਪਿਕ ਕਈ ਵਾਰੀ ਡੀਫੋਕਸ ਹੋ ਜਾਂਦੇ ਆ, ਕਿਵੇਂ ਕਈ ਵਾਰੀ ਕੋਈ ਵੀ ਪੈਰੇ ਦੇ ਵਿੱਚ ਪਹਿਲੀਆਂ 2 ਲਾਈਨਾਂ ਹੋਰ ਗੱਲਾਂ ਕਹੀ ਜਾਂਦੀਆਂ, ਗਾਂਹ ਜਾ ਕੇ ਟੌਪਿਕ ਹੀ ਚੇਂਜ ਹੋ ਜਾਂਦਾ। ਤੁਹਾਨੂੰ ਗਿਣਤੀ ਦੀਆਂ 5-6 ਰੀਡਿੰਗਾਂ ਏਦਾਂ ਕਰਨੀਆਂ ਪੈਣੀਆਂ, ਬਾਅਦ ਚੋਂ ਹਿਊਮਨ ਬ੍ਰੇਨ ਆ ਇਹ ਸ਼ਾਰਪ ਹੋ ਜਾਂਦਾ ਹੁੰਦਾ ਖੁਦ ਬਾਈ ਖੁਦ, ਫਿਰ ਉਹ ਚੀਜ਼ ਨੂੰ ਫਾਸਟਰ ਕਰਨ ਲੱਗ ਜਾਂਦਾ, ਗਰੋਥ ਹੋ ਜਾਂਦੀ ਇਹਦੀ ਯਾਨੀ ਕਿ ਪਹਿਲਾਂ ਨਾਲੋਂ। ਪਰ ਤੁਹਾਨੂੰ 4 ਜਾਂ 5 ਰੀਡਿੰਗ ਨੂੰ ਆਹ ਵਾਲੇ ਤਰੀਕੇ ਨਾਲ ਕਰਨਾ ਜ਼ਰੂਰ ਪੈਣਾ ਜੀ, ਫਿਰ ਤੁਸੀਂ ਫਾਸਟ ਹੋਵੋਗੇ। ਏਦਾਂ ਹੁਣ ਜੇ ਕਈ ਬੱਚੇ ਇਹਨਾਂ ਨੂੰ ਕਰੀਏ, ਉਹਨਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਵੀ ਕਿਹੜੀ ਲਾਈਨ ਦਾ ਕਿਹਦੇ ਨਾਲ ਕੋਈ ਲੈਣਾ ਦੇਣਾ ਵਾ। ਜੋ ਤੁਸੀਂ ਕਹਿੰਦੇ ਹੋ ਕਿ ਸਰ ਫਾਈਨਲ ਦੇ ਵਿੱਚ ਤਾਂ ਇੰਨਾ ਟਾਈਮ ਹੀ ਨਹੀਂ ਹੁੰਦਾ, ਮੈਂ ਕਹਿ ਰਿਹਾ ਵੀ ਘਰੇ ਜੇ ਤੁਸੀਂ ਆਹ ਵਾਲੀ ਚੀਜ਼ 4 ਤੋਂ 5 ਰੀਡਿੰਗਾਂ ਵੀ ਇਦਾਂ ਕਰ ਲਈਆਂ, ਤੁਸੀਂ ਸ਼ਾਰਪ ਹੋ ਜਾਣਾ, ਤੇ ਸ਼ਾਰਪ ਹੋ ਕੇ ਤੁਸੀਂ ਇਹਦੇ ਵਿੱਚ ਆਪੇ ਥੋੜਾ ਫਾਸਟ ਹੋ ਜਾਣਾ। ਤੇ ਆਪਾਂ ਉੱਥੇ ਕੋਈ ਜ਼ਿਆਦਾ ਰਿਸਰਚ ਥੋੜ੍ਹਾ ਕਰਨੀ ਹੁੰਦੀ ਆ, ਪਹਿਲੀ ਲਾਈਨ ਨੂੰ ਮਿੰਟੋ ਮਿੰਟ ਹੀ ਪੜੋਗੇ, ਤੁਹਾਨੂੰ ਪਤਾ ਲੱਗ ਗਿਆ ਨਾ ਜੀ ਨੇਚਰ ਮਿਲਿਆ ਹੀ ਨਹੀਂ ਉਧਰ ਕਿਸੇ ਨਾਲ ਵੀ। ਅਗਲੀ ਲਾਈਨ ਦੇ ਵਿੱਚ ਇੱਕ ਨਵੀਂ ਚੀਜ਼ ਸਟਾਰਟ ਹੋਈ ਜੀ, ਕਿਹੜੀ? ਕਹਿੰਦੇ ਸਾਡਾ ਜਿਹੜਾ ਫਸਟ ਚੈਲੰਜ ਆ ਉਹ ਕੀ ਸੀਗਾ ਜੀ? ਕਹਿੰਦੇ ਸਾਡਾ ਚੈਲੰਜ ਸੀਗਾ, ਕਹਿੰਦੇ ਆਹ ਦੇਖੋ ਹੁਣ ਤੁਸੀਂ ਵੇਖੋਗੇ ਤੁਹਾਨੂੰ ਸਾਰੀ ਵੋਕੈਬ ਪਤਾ ਇਹਦੀ ਜੀ, ਆਹ ਵਾਲੇ ਵਰਡ ਨੂੰ ਤੁਹਾਨੂੰ ਕੋਈ ਡਿੱਕਾ ਹੀ ਨਹੀਂ ਲਾਇਆ ਇਹਦਾ ਮਤਲਬ ਜੀ। ਕਹਿੰਦੇ ਜਿਹੜਾ ਸਾਡਾ ਫਸਟ ਚੈਲੰਜ ਸੀਗਾ ਕੀ ਸੀਗਾ? ਡਿਵੈਲਪ ਕਰਨਾ। ਕੀ ਡਿਵੈਲਪ ਕਰਨਾ? ਅਸੀਂ ਇੱਕ ਮੈਥਡ ਡਿਵੈਲਪ ਕਰਨਾ ਸੀ ਜੀ। ਕਹਿੰਦੇ ਮੈਥਡ ਕਿਹਦੇ ਲਈ? ਮੋਨੀਟਰ। ਮੋਨੀਟਰ ਦਾ ਮਤਲਬ ਕੈਲਕੂਲੇਟ ਜੀ। ਅਸੀਂ ਇੱਕ ਜੀ ਕਹਿੰਦੇ ਮੈਥਡ ਡਿਵੈਲਪ ਕਰਨਾ ਸੀਗਾ, ਕਾਹਦੇ ਲਈ ਜੀ? ਮੈਥਡ ਸੀ ਉਹ ਹਾਂਜੀ ਕੈਲਕੂਲੇਟ ਕਰਨ ਦਾ। ਕੀ ਕੈਲਕੂਲੇਟ ਕਰਨ ਦਾ? ਉਹਨਾਂ ਦਾ ਨੰਬਰ। ਅਸੀਂ ਕੋਈ ਏਦਾਂ ਦਾ ਮੈਥਡ ਲੱਭ ਰਹੇ ਹਾਂ ਜਿਹਨਾਂ ਨਾਲ ਅਸੀਂ ਉਹਨਾਂ ਨੂੰ ਗਿਣ ਸਕੀਏ ਜੀ। ਉਹ ਕਹਿੰਦੇ ਅਗਲੀ ਲਾਈਨ ਦੇਖੋ, ਦਾ ਬੂਮ ਆਫ ਦਾ ਮੇਲ। ਬੂਮ ਦਾ ਮਤਲਬ ਕੀ ਹੁੰਦਾ ਜੀ? ਸ਼ਾਰਪ ਇਨਕਲਾਈਨ, ਬੂਮ ਹੋਣਾ ਕਿਸੇ ਚੀਜ਼ ਦੇ ਵਿੱਚ। ਕਹਿੰਦੇ ਜੀ ਜਿਹੜਾ ਉਹਨਾਂ ਵਿੱਚ ਬੂਮ ਹੁੰਦਾ ਵਾ ਉਹ ਕਹਿੰਦੇ ਮੋਸਟ ਡਿਸਟਿੰਕਟਿਵ ਫੀਚਰ ਆ ਉਹਨਾਂ ਦੇ ਵਿੱਚ ਬਰੀਡਿੰਗ ਦੇ ਜਾਣੀ ਕਿ ਸੀਜ਼ਨ ਦੇ ਦੌਰਾਨ। ਅੱਗੇ ਜਾ ਕੇ ਕਾਹਦੀ ਗੱਲ ਕਰੀ ਜਾਂਦੀ ਹੈ? ਮੈਥਡ ਆਫ ਕਾਊਂਟ। ਹੁਣ ਮੈਨੂੰ ਯੈਸ ਔਰ ਨੋ ਦੱਸੋ ਕਿ ਤੁਹਾਡੀ ਕਿਤੇ ਨਾ ਕਿਤੇ ਜਿਹੜਾ ਸਟਾਰਟਿੰਗ ਦੇ ਵਿੱਚ ਕੀਵਰਡ ਚੱਲਿਆ ਸੀਗਾ ਉਹ ਕਿਤੇ ਨਾ ਕਿਤੇ ਗਾਂਹ ਜਾ ਕੇ ਮੈਚ ਹੋ ਰਿਹਾ, ਤੇ ਜੇ ਤੁਸੀਂ ਗਾਂਹ ਦੀ ਜਾ ਕੇ ਗੱਲ ਕਰੋ ਤਾਂ ਫਿਰ ਤੁਹਾਡਾ ਕਿਤੇ ਨਾ ਕਿਤੇ ਨੰਬਰਸ ਨੂੰ ਲੈ ਕੇ ਗੱਲ ਹੋਈ ਜਾਂਦੀ ਹੈ। ਤਾਂ ਤੁਸੀਂ ਮੈਨੂੰ ਦੱਸੋ ਕਿ ਥਰੂ ਆਊਟ ਦਾ BP
ਉਹ ਉਹਨਾਂ ਦੇ ਨੰਬਰ ਨੂੰ ਲੈ ਕੇ ਗੱਲ ਨਹੀਂ ਕਰ ਰਹੇਗੇ, ਯੈਸ ਔਰ ਨੋ? ਹਾਂਜੀ ਸਰ। ਹਾਂਜੀ ਤੇ ਸਰ ਉਹਦੇ ਵਿੱਚ ਉਹ ਇੱਕ ਮੈਥਡ ਫਾਈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਕਿ ਸਾਨੂੰ ਉਹਨਾਂ ਦਾ ਨੰਬਰ ਬਸ ਕਹਿੰਦੇ ਪਤਾ ਲੱਗ ਜੇ, ਸਾਡੀ ਇਹ ਫਸਟ ਚੈਲੰਜ ਆ ਸਾਡੇ ਲਈ। ਹੁਣ ਜਾ ਕੇ ਹੈਡਿੰਗ ਦੇਖੋ ਸਭ ਤੋਂ ਕਲੋਜ਼ ਕਿਹੜੀ ਆ, ਇਹਦੇ ਵਿੱਚ ਕੋਈ ਡਿਸੀਜਨ ਨਹੀਂ ਲਿਆ ਗਿਆ ਜੀ, ਜਾਂ ਕੋਈ ਆਪਾਂ ਹਾਂਜੀ ਹੈਬੀਟੈਂਟ ਦੀ ਤਾਂ ਗੱਲ ਹੀ ਨਹੀਂ ਹੋਈ ਜੀ। ਹੈਬੀਟੈਂਟ ਤਾਂ ਜਗ੍ਹਾ ਹੁੰਦੀ ਹੈ ਜੀ ਜਿੱਥੇ ਉਹ ਰਹਿੰਦੇ ਆ। ਕਿਤੇ ਪ੍ਰੋਟੈਕਟ ਦੀ ਗੱਲ ਨਹੀਂ ਕੀਤੀ ਗਈ ਜੀ, ਕਿਤੇ ਕੋਈ ਇੰਟਰਨੈਸ਼ਨਲ ਕਾਰਪੋਰੇਸ਼ਨ ਨਹੀਂ ਆਈ। ਕੈਲਕੂਲੇਸ਼ਨ ਤੇ ਨੰਬਰ ਤੇ ਕੋਈ ਚੀਜ਼ ਦਾ ਸ਼ੁਰੂ ਹੋਣਾ ਜੀ, ਇਹ ਤੇ ਮੈਨੂੰ ਡਾਊਟ ਆ। ਫੂਡ ਦੀ ਕੋਈ ਗੱਲ ਨਹੀਂ ਹੋਈ ਜੀ। ਰਿਸਰਚ ਇਨਟੂ ਰੈਡ ਓਕੇ ਰੀਡ ਬੈਡ ਕੋਈ ਗੱਲ ਨਹੀਂ ਹੋਈ ਜੀ। ਰਿਵਰਸ ਐਸਟੈਬਲਿਸ਼ਡ ਹੋਲਡਿੰਗ ਵਿੰਟਰ ਇਹਦੀ ਕੋਈ ਗੱਲ ਨਹੀਂ ਹੋਈ ਜੀ। ਤਾਂ ਫਿਰ ਮੈਚ ਕਿਹੜਾ ਕੀਤਾ ਜੀ ਸਭ ਤੋਂ ਜ਼ਿਆਦਾ ਜੀ? ਉਹਨਾਂ ਨੇ ਇੱਕ ਚੀਜ਼ ਸ਼ੁਰੂ ਕਰਤੀ ਸੀ ਨਾ, ਕਿਹੜੀ ਚੀਜ਼ ਦੀ ਸ਼ੁਰੂਆਤ ਹੋਈ ਆ? ਸਰ ਕੈਲਕੂਲੇਸ਼ਨ। ਕੈਲਕੂਲੇਸ਼ਨ ਆਫ ਨੰਬਰ। ਪੈਰਾਗ੍ਰਾਫ B ਦੇ ਵਿੱਚ ਇਹ ਚੀਜ਼ ਦੀ ਸ਼ੁਰੂਆਤ ਹੋ ਗਈ। ਉਹਨਾਂ ਨੇ ਇਹ ਚੀਜ਼ ਤੇ ਗੌਰ ਕਰਨੀ ਸ਼ੁਰੂ ਕਰਤੀ, ਮੈਥਡ ਡਿਵੈਲਪ ਕਰਨ ਤੇ ਟਕਲਾ ਮਾਰ ਲੱਗ ਗਏ ਜੀ। ਤਾਂ ਤੁਸੀਂ ਦੇਖਣਾ ਹੁੰਦਾ ਕਿ ਥਰੂ ਆਊਟ ਦਾ BP ਤੁਹਾਡੀ ਗੱਲ ਕਿਹੜੀ ਹੋਈ। ਹੁਣ ਜੇ ਟੌਪਿਕ ਸੈਂਟੈਂਸ ਦੇਖੀਏ ਤਾਂ ਚੇਂਜ ਹੋ ਗਿਆ ਸੀ ਜੀ। ਪਹਿਲੀ ਲਾਈਨ ਦਾ ਸਾਰੇ ਪੈਰੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ। ਇਹ ਚੀਜ਼ ਜੇ ਆਪਾਂ ਰਾਈਟਿੰਗ ਦੇ ਵਿੱਚ ਦੇਖ ਲਈ ਤਾਂ ਤੁਹਾਡੇ ਬੈਂਡ ਕਟਾ ਸਕਦੀ ਹੈ ਜੀ, ਕਿਉਂਕਿ ਕੋਈ ਵੀ ਪੈਰਾ ਵਾ, ਜੇ ਕੋਈ ਵੀ ਪੈਰਾ ਵਾ ਉਹਦਾ ਜਿਹੜਾ ਟੌਪਿਕ ਸੈਂਟੈਂਸ ਆ ਉਹ ਸਾਥ ਦੇਣਾ ਚਾਹੀਦਾ ਹੁੰਦਾ ਕਿਹਦਾ? ਰੈਸਟ ਆਫ ਦਾ ਜਿਹੜਾ ਸਾਰਾ BP ਹੈ ਜੀ, ਟੌਪਿਕ ਸੈਂਟੈਂਸ। ਬਟ ਰੀਡਿੰਗ ਥੋੜੀ ਜਿਹੀ ਚਲਾਕ ਹੈ ਜੀ। ਰੀਡਿੰਗ ਨੂੰ ਪਤਾ ਕਿ ਅਸੀਂ ਜੇ ਸਾਰੇ ਟੌਪਿਕ ਸੈਂਟੈਂਸ ਤੋਂ ਹੈਡਿੰਗ ਪਾਉਣ ਲੱਗ ਗਏ ਤਾਂ ਬੱਚੇ ਨੇ ਹਾਂ ਇਹਦੀ ਇੱਕ ਸਟਰੋਂਗ ਪੋਸੀਬਿਲਿਟੀ ਹੋ ਸਕਦੀ ਸੀ ਟੌਪਿਕ ਸੈਂਟੈਂਸ ਦੇ ਕੀਵਰਡ ਚੱਕ ਕੇ ਪਾ ਦਿੰਦੇ ਹੈਡਿੰਗ ਚ ਕਿਸੇ ਜਾਣ ਬੁੱਝ ਕੇ। ਚਲੋ ਜੀ ਅੱਗੇ ਜਾ ਕੇ ਦੇਖਦੇ, ਧਿਆਨ ਰੱਖਿਓ ਜੀ। ਪੈਰਾਗ੍ਰਾਫ C ਦੇਖਦੇ ਜੀ ਆਪਾਂ ਕੀ ਕਿਹਾ ਇਹਨਾਂ ਨੇ। ਪੈਰਾਗ੍ਰਾਫ C B ਤੋਂ ਥੋੜਾ ਜਿਹਾ ਵੱਡਾ ਵਾ ਜੀ। ਕਹਿੰਦੇ ਸਾਡੀ ਜਿਹੜੀ ਫਸਟ ਡਾਇਰੈਕਟ ਅੰਡਰਸਟੈਂਡਿੰਗ ਹੈ ਜੀ, ਇਹਨੂੰ ਲੈ ਕੇ ਜਿਹੜਾ ਹੈਬੀਟੈਟ ਨੀਡਸ ਆ, ਜਿਹੜੀ ਕਹਿੰਦੇ ਸਾਡੀ ਜਿਹੜੀ ਫਸਟ ਡਾਇਰੈਕਟ ਅੰਡਰਸਟੈਂਡਿੰਗ ਹੈ, ਹੈਬੀਟੈਟ ਨੀਡਸ ਕਿਹੜੀਆਂ ਹੁੰਦੀਆਂ? ਜਿਹੜੀਆਂ ਉਹਨਾਂ ਦੀਆਂ ਜਾਨੀ ਕਿ ਜਗ੍ਹਾ ਨੂੰ ਲੈ ਕੇ ਨੀਡਸ ਆ। ਓਕੇ ਬਰੀਡਿੰਗ ਬਿਟਰਨਸ ਕੇਮ ਫਰੋਮ, ਉਹ ਜਿਹੜੀ ਸਾਡੀ ਅੰਡਰਸਟੈਂਡਿੰਗ ਉਹ ਕਿਹਦੇ ਤੋਂ ਆਈ ਜੀ? ਉਹ ਕਹਿੰਦੇ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਕਹਿੰਦੇ ਜੀ ਜਿਹੜੀ ਸਾਡੀ ਅੰਡਰਸਟੈਂਡਿੰਗ ਆ ਕਿਹਨੂੰ ਲੈ ਕੇ? ਹੈਬੀਟੈਂਟ ਨੂੰ ਲੈ ਕੇ, ਉਹਨਾਂ ਦੀ ਜਗ੍ਹਾ ਨੂੰ ਲੈ ਕੇ, ਉਹਨਾਂ ਦੀਆਂ ਨੀਡਸ ਨੂੰ ਲੈ ਕੇ। ਉਹ ਕਿਹਦੇ ਤੋਂ ਆਈ ਜੀ? ਕੇਮ ਫਰੋਮ ਦਾ ਕੰਪੈਰੀਜ਼ਨ, ਉਹ ਕੰਪੈਰੀਜ਼ਨ ਤੋਂ ਆਈ। ਇਹਦਾ ਮਤਲਬ ਇਹਨਾਂ ਨੇ ਪੱਕਾ ਕਿਸੇ ਚੀਜ਼ ਨੂੰ ਕੰਪੇਅਰ ਕੀਤਾ। ਕਿਹੜੀ ਚੀਜ਼ ਨੂੰ ਕੰਪੇਅਰ ਕੀਤਾ ਸੀ ਇਹਨਾਂ ਨੇ? ਰੀਡ ਬੈਡ ਸਾਈਟਸ। ਰੀਡ ਬੈਡ ਕੋਈ ਨਾ ਕੋਈ ਹੋਣਗੇ ਜੀ। ਸਾਈਟ ਜਗ੍ਹਾ ਨੂੰ ਕਹਿ ਦਿੰਦੇ ਆ ਜੀ। ਫਿਰ ਹੈਬੀਟੈਟ ਦਾ ਸਿਨੋਨਿਮ ਪਤਾ। ਕਹਿੰਦੇ ਜੀ ਅਸੀਂ ਕੰਪੈਰੀਜ਼ਨ ਕੀਤਾ ਇੱਕ ਹਿਸਾਬ ਦਾ ਕਿ ਇਹਨੂੰ ਰੀਡ ਬੈਡ ਸਾਈਟਸ that had lost their booming birds, ਜਿਨ੍ਹਾਂ ਨੇ ਆਪਣੇ ਜਿਹੜੇ ਬੂਮਿੰਗ ਬਰਡਸ ਆ ਉਹ ਖੋਤੇ ਸੀਗੇ ਉਹਨਾਂ ਨੇ, with those that retained them। ਹੁਣ ਪਹਿਲਾਂ ਨੂੰ ਲੈ ਕੇ ਕੀ ਕਰ ਰਹੇ ਆ ਜੀ? ਪਹਿਲੀ ਹੈਡਿੰਗ ਕਿਹਦੇ ਤੇ ਆ? ਪਹਿਲੀ ਹੈਡਿੰਗ ਹੈ ਜੀ ਕਹਿੰਦੇ ਜੀ ਸਾਡੀ ਜਿਹੜੀ ਫਸਟ ਅੰਡਰਸਟੈਂਡਿੰਗ ਆ ਹੈਬੀਟੈਟ ਨੀਡਸ ਨੂੰ ਲੈ ਕੇ, ਉਹ ਕਿਹਦੇ ਤੋਂ ਆਈ ਜੀ? ਉਹ ਕਿਹਦੇ ਤੋਂ ਡਿਵੈਲਪ ਹੋਈ? ਕੰਪੈਰੀਜ਼ਨ ਤੋਂ ਡਿਵੈਲਪ ਹੋਈ। ਕੰਪੈਰੀਜ਼ਨ ਕਿਹਦੇ ਨਾਲ ਕੀਤਾ ਸੀ? ਰੀਡ ਬੈਡ ਸਾਈਟ ਸੀਗੀਆਂ ਜਿਨ੍ਹਾਂ ਨੇ ਪਾਸਟ ਵਿੱਚ ਆਪਣੇ ਕੋਈ ਬਰਡਸ ਵਗੈਰਾ ਖੋਏ ਸੀਗੇ। ਹੁਣ ਜੇ ਤੁਸੀਂ ਆ ਪਹਿਲੀ ਲਾਈਨ ਲੈ ਜਾਓ ਉਹਦੇ ਤੇ ਜੀ, ਜੇ ਤੁਸੀਂ ਹੁਣ ਪਹਿਲੀ ਲਾਈਨ ਲੈ ਜਾਓ ਤਾਂ ਧਿਆਨ ਨਾਲ ਦੇਖਿਓ ਇਹਨਾਂ ਨੇ ਇੱਕ ਵਰਡ ਹੈਬੀਟੈਟ ਤਾਂ ਜ਼ਰੂਰ ਲਿਖਿਆ ਪਿਆ ਵਾ, ਬਟ ਕਿਤੇ ਨਾ ਕਿਤੇ ਹਾਲੇ ਮੈਨੂੰ ਇੰਨਾ ਨਹੀਂ ਪਤਾ ਵੀ ਇਹ ਪੈਰੇ ਵਿੱਚ ਕੋਈ ਨਾ ਕੋਈ ਡਿਸੀਜ਼ਨ ਲਿਆ ਗਿਆ ਕਿ ਨਹੀਂ ਲਿਆ ਗਿਆ। ਆਹ ਚੀਜ਼ ਨਹੀਂ ਕਲੀਅਰ ਹੈਗੀ। ਪ੍ਰੋਟੈਕਟ ਜੇ ਕਿਤੇ ਨਹੀਂ ਲਾਇਆ ਜੀ, ਇੰਟਰਨੈਸ਼ਨਲ ਕਿਤੇ ਨਹੀਂ ਲਾਇਆ ਜੀ, ਇੰਪੋਰਟੈਂਸ ਆਫ ਫੂਡ ਕਿਤੇ ਨਹੀਂ ਲਾਇਆ ਜੀ, ਰਿਸਰਚ ਇਨਟੂ ਰੈਡ ਬੀਡ ਦੇ ਵਿੱਚ ਰਿਸਰਚ ਥੋੜੀ ਕੀਤੀ ਇਹਨਾਂ ਨੇ। ਜੇ ਤੁਸੀਂ ਧਿਆਨ ਨਾਲ ਦੇਖੋ ਇਹਨਾਂ ਨੇ ਤਾਂ ਉਹਨਾਂ ਦੇ ਹੈਬੀਟੈਟ ਦਾ ਕੰਪੈਰੀਜ਼ਨ ਕੀਤਾ ਕਿ ਇਹਨਾਂ ਦੀ ਰੈਡ ਬੀਡ ਨਾਲ। ਜਾ ਕੇ ਗਾਂ ਦੇਖਦੇ ਆਪਾਂ ਵੀ ਇਹਨਾਂ ਨੇ ਕਿਤੇ ਰੈਡ ਬੀਡ ਉੱਪਰ ਆਪਣੀ ਰਿਸਰਚ ਤਾਂ ਨਹੀਂ ਵਧਾਤੀ ਕਿਤੇ, ਪਰ ਪਹਿਲੇ ਲਾਈਨ ਤੋਂ ਨਹੀਂ ਆਪਾਂ ਗੈਸ ਲਾ ਸਕਦੇ ਜੀ। ਪਹਿਲੀ ਲਾਈਨ ਵਿੱਚ ਕੱਲੇ ਰੈਡ ਬੀਡ ਤੇ ਰਿਸਰਚ ਥੋੜੀ ਆ, ਮੇਨ ਮੋਟਿਵ ਤਾਂ ਉਹਨਾਂ ਦਾ ਬਿਟਰਨਸ ਆ ਉਹਨਾਂ ਵਿੱਚ ਜੀ, ਬਿਟਰਨਸ ਦੇ ਹੈਬੀਟੈਟ ਨੂੰ ਲੈ ਕੇ ਹੈ ਜੀ। ਤਾਂ ਕਰਕੇ ਵੇਟੇਜ ਇਹਦੇ ਤੇ ਹਲੇ ਤੱਕ ਕਰਨੀ ਹੈਗੀ, ਗਾਂ ਜਾ ਕੇ ਕੋਈ ਪਤਾ ਨਹੀਂ, ਸ਼ਾਇਦ ਸਾਰਾ ਹੀ ਇਹ ਰਿਸਰਚ ਹੀ ਇਹਦੇ ਤੇ ਕਰਨ ਲੱਗ ਗਏ ਜੀ। ਓਕੇ ਰਿਵਰਸ ਆ ਕਿਤੇ ਨਹੀਂ ਗੱਲ ਕੀਤੀ ਜੀ ਇਹਨਾਂ ਦੀ। ਚਲੋ ਜਾ ਕੇ ਦੇਖਦੇ ਜੀ ਆਪਾਂ ਅੱਗੇ ਪੜ੍ਹਨਾ ਪੈਣਾ ਜੀ। ਆਪਾਂ ਟੌਪਿਕ ਸੈਂਟੈਂਸ ਇਹਦਾ ਫੇਲ ਹੋ ਗਿਆ ਆਨਸਰ ਦੇਣ ਦੇ ਵਿੱਚ, ਆਪਾਂ ਨੂੰ ਅੱਗੇ ਪੜ੍ਹਨਾ ਪੈਣਾ ਜੀ। ਕੀ ਕਹਿੰਦੇ ਜੀ? ਧਿਆਨ ਨਾਲ ਦੇਖਿਓ ਜੀ। ਜੇ ਤੁਸੀਂ ਧਿਆਨ ਨਾਲ ਜਾ ਕੇ ਦੇਖੋ ਜੀ ਤਾਂ ਕਹਿੰਦੇ ਜਿਹੜੀ ਰਿਸਰਚ ਆ ਸ਼ੋਡ ਦੈਟ, ਇਹਨੇ ਕਹਿੰਦੇ ਸ਼ੋ ਕੀਤਾ ਜੀ ਜਿਹੜੇ ਬਿਟਰਨਸ ਆ, ਦੇਖੋ ਗੱਲ ਬਿਟਰਨਸ ਤੇ ਹੋ ਰਹੀ ਗਾ ਨਾ ਕਿ ਰੈਡ ਬੀਟਸ। ਕਹਿੰਦੇ ਜੀ ਇਹ ਰਿਸਰਚ ਨੇ ਸ਼ੋ ਕੀਤਾ ਕਿ ਜਿਹੜੇ ਬਿਟਰਨਸ ਆ ਜੀ ਹੈਡ ਬੀਨ ਰਿਟੇਨਡ ਇਨ,
ਓਕੇ ਰੀਡ ਬੈਡਸ ਜਿਹੜੇ ਬਿਟਨਸ ਆ ਉਹ ਰੀਡ ਬੈਡਸ ਦੇ ਵਿੱਚ ਰਿਟੇਨ ਹੋ ਚੁੱਕੇ ਸੀਗੇ ਜੀ, ਜਿੱਥੇ ਨੈਚੁਰਲ ਪ੍ਰੋਸੈਸ ਆ ਕਹਿੰਦੇ ਸਕਸੈਸ਼ਨ ਦਾ, ਡਰਾਈਂਗ ਆਊਟ ਹੈਡ ਬੀਨ ਸਲੋਡ ਓਕੇ ਮੈਨੇਜਮੈਂਟ ਦੀਆਂ ਗੱਲਾਂ ਕਰੀ ਜਾਂਦੇ ਆ। ਅੱਗੇ ਹੀ ਕਹਿੰਦੇ ਜੀ ਬੇਸਡ ਔਨ ਦਿਸ ਵਰਕ, ਕਹਿੰਦੇ ਜੀ ਇਹ ਵਰਕ ਦੇ ਉੱਪਰ ਬ੍ਰੌਡ ਰეკਮੈਂਡੇਸ਼ਨ ਸੀਗੀਆਂ ਹਾਊ ਟੂ ਮੈਨੇਜ, ਵੀ ਕਿਵੇਂ ਮੈਨੇਜ ਕਰਨਾ, ਰੀਹੈਬਿਲਿਟੇਟ ਰੀਡ ਵਰ ਮੇਡ, ਕਹਿੰਦੇ ਜੀ ਕਾਫੀ ਜ਼ਿਆਦਾ ਰეკਮੈਂਡੇਸ਼ਨਸ ਜਿਹੜੀਆਂ ਸੀਗੀਆਂ ਉਹ ਲਈਆਂ ਗਈਆਂ। ਵਰ ਮੇਡ, ਰეკਮੈਂਡੇਸ਼ਨ ਦਾ ਮਤਲਬ ਕੀ ਹੁੰਦਾ, ਸੁਜੈਸ਼ਨਸ ਮੀਨ ਜਿਹੜੇ ਓਪੀਨੀਅਨ ਵਗੈਰਾ ਹੁੰਦੇ ਆ ਉਹ ਬਾਅਦ ਚੋਂ ਲਏ ਗਏ ਜੀ ਉਹ ਕਹਿੰਦੇ। ਓਕੇ ਜੀ, ਹੁਣ ਜੇ ਮੈਂ ਇਹਨੂੰ ਰਿਲੇਟ ਕਰਾਂ ਜਾ ਕੇ ਇੱਕ ਵਾਰੀ ਫੇਰ, ਤਾਂ ਪਹਿਲੇ ਚ ਕਿਹਾ ਸੀਗਾ ਜੀ ਉਹਨਾਂ ਨੇ ਕਹਿੰਦੇ ਜੀ ਹੈਬੀਟੇਟ ਤੇ ਰਿਸਰਚ ਕੀਤੀ ਆ ਤੇ ਨਾਲ ਕੁਝ ਇੱਕ ਡਿਸੀਜ਼ਨ ਵੀ ਲਏ ਆ। ਹੁਣ ਇਹਦੇ ਤੇ ਮੈਨੂੰ ਪੋਸੀਬਿਲਿਟੀ ਹੈ, ਕੋਈ ਵੀ ਪ੍ਰੋਟੈਕਟ ਦੀ ਗੱਲ ਨਹੀਂ ਹੋਈ, ਇੰਟਰਨੈਸ਼ਨਲ ਦੀ ਗੱਲ ਨਹੀਂ ਹੋਈ, ਇੰਪੋਰਟੈਂਸ ਆਫ ਫੂਡ ਦੀ ਗੱਲ ਨਹੀਂ ਹੋਈ, ਕੱਲੇ ਰੈੱਡ ਬੀਟ ਤੇ ਰਿਸਰਚ ਦੀ ਗੱਲ ਨਹੀਂ ਹੋਈ ਜੀ। ਉਹ ਗੱਲ ਉਹ ਜਾਣੀ ਕਿ ਬਿਟਨਸ ਤੇ ਹੀ ਗੱਲ ਕਰ ਰਹੇ ਆ, ਨਾਲ ਨਾਲ ਕੰਪੈਰੀਜ਼ਨ ਜ਼ਰੂਰ ਕਰ ਰਹੇ ਆ, ਬਟ ਇਹਦੇ ਤੇ ਕੱਲੇ ਉੱਪਰ ਰਿਸਰਚ ਥੋੜੀ ਹੋਈ ਉਹ ਪੈਰੇ ਦੇ ਵਿੱਚ, ਤੇ ਰਿਵਰਸ ਆ ਕਿਤੇ ਨਹੀਂ ਗੱਲ ਹੋਈ ਜੀ। ਤਾਂ ਕਿਹੜਾ ਲੋਕ ਹੋਇਆ ਜੀ? ਹਾਂਜੀ, ਕਿਹੜਾ ਲੱਗ ਰਿਹਾ ਜੀ ਤੁਹਾਨੂੰ ਇਹਦਾ? ਹਾਂਜੀ ਫਸਟ ਹੈ ਜੀ, ਫਸਟ। ਫਸਟ ਹੈ ਸਰ ਪਰ ਡਿਸੀਜਨ ਮੇਡ ਦੀ ਕਿੱਥੇ ਗੱਲ ਹੋਈ ਆ? ਜਿਹੜੀਆਂ ਰეკਮੈਂਡੇਸ਼ਨਸ ਕਹਿੰਦੇ ਲਈਆਂ ਜੀ ਅਸੀਂ, ਰეკਮੈਂਡੇਸ਼ਨ ਦਾ ਮਤਲਬ ਕੀ ਹੁੰਦੇ ਆ, ਸੁਜੈਸ਼ਨ ਕੀ ਓਪੀਨੀਅਨ ਕਹਿੰਦੇ ਅਸੀਂ ਕੁਝ ਕੁ ਬਣਾਏ ਆ। ਓਪੀਨੀਅਨ ਦਾ ਮਤਲਬ ਕੀ ਹੋ ਗਿਆ ਕਿ ਅਸੀਂ ਕੁਝ ਕੁ ਹੁਣ ਠੀਕ ਹੈ ਸਰ, ਹਾਂਜੀ ਕਿਆ ਪਤਾ ਜੀ। ਹਾਂਜੀ ਹਾਂਜੀ ਸਰ ਹੈਬੀਟੇਟ ਦੀ ਫਿਰ ਬਟ ਉੱਪਰ ਨਹੀਂ ਗੱਲ ਹੋਈ? ਕਿਹਦੀ ਜੀ? ਹੈਬੀਟੇਟ ਮੈਂ ਬਿਲਕੁਲ ਮੈਂ ਤੁਹਾਨੂੰ ਦੱਸਦਾ, ਹੈਬੀਟੈਂਟ ਦੀ ਗੱਲ ਪਹਿਲੀ ਲਾਈਨ ਚ ਹੋਈ ਆ, ਉਹ ਆਪਣਾ ਮੈਚ ਹੋ ਗਿਆ ਸੀ 50%। ਆਪਾਂ ਨੀਚੇ ਤਾਂ ਗਏ ਸੀ ਤਾਂ ਕਿ ਕਨਫਰਮ ਹੋ ਜਾਵੇ ਵੀ ਕਿਤੇ ਨਾ ਕਿਤੇ ਲਿਖਿਆ ਵਾ, ਸਮਝ ਲੱਗੀ? ਜਦੋਂ 100% ਮੈਚ ਹੋਇਆ ਆਪਾਂ ਨੂੰ ਆ ਕੇ ਟਿਕ ਕਰਤਾ, ਲੱਗ ਗਿਆ ਪਤਾ ਸਾਰਿਆਂ ਨੂੰ ਜੀ? ਹਾਂਜੀ। ਅੱਗੇ ਜਾਣ ਦਾ ਇੱਕ ਰੀਜ਼ਨ ਸੀਗਾ, ਆਪਾਂ ਵੈਸੇ ਹੀ ਨਹੀਂ ਗਏ ਸੀ। ਜੇ ਆਪਾਂ ਨੂੰ ਪਹਿਲੀ ਲਾਈਨ 'ਚ ਸਾਰਾ ਕੁਝ ਮਿਲ ਜਾਂਦਾ ਆਪਾਂ ਕਦੇ ਵੀ ਅੱਗੇ ਨਹੀਂ ਜਾਣਾ ਸੀਗਾ। ਹਾਂਜੀ ਚਲੋ ਜੀ ਅੱਗੇ ਚੱਲਦੇ, ਹੁਣ ਆਪਾਂ ਧਿਆਨ ਨਾਲ ਦੇਖੀਏ ਜੀ। ਅੱਗੇ ਹੁਣ ਆਪਾਂ ਪੈਰਾਗ੍ਰਾਫ ਆਪਣਾ ਡੀ ਆਉਂਦਾ ਜੀ, ਅੱਗੇ ਆਪਣਾ ਪੈਰਾਗ੍ਰਾਫ ਹੁੰਦਾ ਜੀ ਡੀ। ਕੀ ਕਹਿੰਦੇ ਜੀ? ਟੂ ਰਿਫਾਈਨ। ਅੱਛਾ, ਰਿਫਾਈਨ ਦਾ ਮਤਲਬ ਕੀ ਹੁੰਦਾ ਜੀ? ਰਿਫਾਈਨ ਦਾ ਮਤਲਬ ਹੁੰਦਾ ਪਿਓਰੀਫਾਈ ਕਰਨਾ, ਪਿਓਰੀਫਾਈ ਕਲੀਅਰ ਕਰਨਾ ਕਿਸੇ ਚੀਜ਼ ਨੂੰ ਜੀ। ਕਹਿੰਦੇ ਟੂ ਰਿਫਾਈਨ ਥੀਸ ਰეკਮੈਂਡੇਸ਼ਨ, ਤੁਸੀਂ ਕਨੈਕਟੀਵਿਟੀ ਜੋੜ ਪਾ ਰਹੇ ਹੋ। ਉੱਪਰਲੇ ਪੈਰੇ ਦੇ ਵਿੱਚ ਰეკਮੈਂਡੇਸ਼ਨਸ ਲਿਖਿਆ ਵਾ, ਅੱਗੇ ਜਾ ਕੇ ਫਿਰ ਉਹਨਾਂ ਦੇ ਉੱਪਰ ਗੱਲ ਤੋਰੀ ਵੀ ਹੈ ਜੀ। ਯਾਨੀ ਕਿ ਪੈਰਾਗ੍ਰਾਫ ਸੀ ਦੀ ਕਨੈਕਟੀਵਿਟੀ ਬਣਾ ਰਿਹਾ ਡੀਲਰ। ਇਹ ਚੀਜ਼ ਦੇ ਲਈ ਮੈਨੂੰ ਕਿਹੜੀ ਚੀਜ਼ ਦੇਖਣੀ ਪਈ? ਜਸਟ ਮੈਨੂੰ ਆਹ ਦੋ ਵਰਡ ਦੇਖਣੇ ਪਏ, ਮੈਨੂੰ ਪਤਾ ਲੱਗ ਗਿਆ ਕਿ ਠੀਕ ਆ, ਇੱਕ ਤਾਂ ਇਹਨਾਂ ਨੇ ਗਾਂ ਰეკਮੈਂਡੇਸ਼ਨਸ ਨੂੰ ਹੀ ਤੋਰਿਆ ਵਾ ਜੀ ਗਾ। ਹੋਰ ਹੁਣ ਕੀ ਕਹਿੰਦੇ, ਧਿਆਨ ਨਾਲ ਦੇਖਿਓ। ਕਹਿੰਦੇ ਜੀ ਜਿਹੜੀਆਂ ਰეკਮੈਂਡੇਸ਼ਨਾਂ ਇਹਨਾਂ ਨੂੰ ਕਹਿੰਦੇ ਪਿਓਰੀਫਾਈ ਕਰਨ ਦੇ ਲਈ, ਕੋਈ ਹੋਊਗਾ ਉਹਨਾਂ ਵਿੱਚੋਂ ਕੋਈ ਥੋੜਾ ਮੋਟਾ ਜਾਣੀ ਕਿ ਪਿਓਰੀਫਾਈ ਕਰਨਾ ਹੋਊ ਉਹਨਾਂ ਨੂੰ। ਤੇ ਕਹਿੰਦੇ ਪ੍ਰੋਵਾਈਡ ਫਾਈਨ ਸਕੇਲ, ਇੱਕ ਫਾਈਨ ਸਕੇਲ ਪ੍ਰੋਵਾਈਡ ਕਰਨੀ ਸੀ। ਫਾਈਨ ਦਾ ਮਤਲਬ ਕੀ ਹੋ ਗਿਆ? ਕੋਈ ਵਧੀਆ ਲੈਵਲ ਦੀ ਚੀਜ਼। ਜੇ ਮੀਨਿੰਗ ਨਹੀਂ ਪਤਾ ਤਾਂ ਗੈਸ ਲਾਓ ਜੀ। ਕਹਿੰਦੇ ਕੁਆਂਟੀਟੇਟਿਵ ਹੈਬੀਟੈਂਟ, ਉਹ ਕਹਿੰਦੇ ਕਿ ਜੋ ਪ੍ਰਿਸਕ੍ਰਿਪਸ਼ਨ ਸੀਗੀਆਂ ਜੀ ਜਿਹੜੀਆਂ ਹੁੰਦਾ, ਓਕੇ ਬਿਟਰਨ, ਓਕੇ ਪ੍ਰੈਫਰਡ ਫੀਡਿੰਗ ਹੈਬਿਟੈਟ, ਵੀ ਰੇਡੀਓ ਟਰੈਕਡ ਮੇਲ ਬਿਟਨਸ ਔਨ। ਕਹਿੰਦੇ ਅਸੀਂ ਰੇਡੀਓ ਟਰੈਕ ਕੀਤੇ, ਉਹ ਕਹਿੰਦੇ ਤੇ ਜੀ ਆ ਕੋਈ ਨਾ ਕੋਈ ਇੱਥੇ ਲਿਖਿਆ ਹੋਇਆ ਸਿਸਟਮ ਜੀ। ਤੇ ਕਿਹੜੀ ਚੀਜ਼ ਹੈ ਜੀ? ਆਹ ਵਾਲੀ ਕੋਈ ਪ੍ਰੋਪਰ ਨਾਉਨ ਲਿਖਿਆ ਜੀ। ਹੁਣ ਧਿਆਨ ਨਾਲ ਦੇਖਿਓ ਜੀ। ਕਹਿੰਦੇ ਜੀ ਰੈਕੋਮੈਂਡੇਸ਼ਨਸ ਨੂੰ ਪਿਓਰੀਫਾਈ ਕਰਨ ਦੇ ਲਈ ਤੇ ਜੀ ਕਹਿੰਦੇ ਫਾਈਨ ਸਕੇਲ ਪ੍ਰੋਵਾਈਡ ਕਰਨ ਦੇ ਲਈ ਅਸੀਂ ਕੀ ਕੀਤਾ ਜੀ? ਜਿਹੜੇ ਕੁਆਂਟੀਟੇਟਿਵ ਹੈਬੀਟੈਂਟ ਜੋ ਪ੍ਰਿਸਕ੍ਰਿਪਸ਼ਨ ਸੀਗੀਆਂ ਜੀ ਉਹਨਾਂ ਦੀਆਂ ਬਿਟਨ ਦੀਆਂ, ਉਹਨਾਂ ਨੇ ਪ੍ਰੈਫਰ ਕੀ ਕੀਤੇ? ਫੀਡਿੰਗ ਹੈਬੀਟੈਂਟ ਪ੍ਰੈਫਰਡ ਕੀਤੇ ਜੀ। ਓਕੇ, ਉਹਨਾਂ ਨੇ ਰੇਡੀਓ ਟਰੈਕ ਕੀਤੇ ਜਿਹੜੇ ਮੇਲ ਬਿਟਰਨ ਸੀਗੇ ਜੀ। ਕੋਈ ਨਾ ਕੋਈ ਸਿਸਟਮ ਵਗੈਰਾ ਲਾਇਆ ਹੋਊ ਉਹਨਾਂ ਤੇ। ਹੁਣ ਜਾ ਕੇ ਦੇਖਦੇ ਵੀ ਹੁਣ ਤੱਕ ਕੋਈ ਨਾ ਕੋਈ ਚੀਜ਼ ਮੈਚ ਹੋਈ ਜੀ। ਦੇਖੋ ਆਪਾਂ ਨੂੰ ਨਹੀਂ ਪਤਾ ਅਜੇ ਤੱਕ ਕੋਈ ਵੀ ਜਾਣੀ ਕਿ ਪ੍ਰੋਟੈਕਸ਼ਨ ਕਰ ਰਹੇ ਆ ਜਾਂ ਕੀ, ਆਪਾਂ ਨੂੰ ਹਲੇ ਤੱਕ ਕੁਝ ਨਹੀਂ ਪਤਾ ਜੀ। ਕਿਤੇ ਨਹੀਂ ਪਤਾ ਵੀ ਇੰਟਰਨੈਸ਼ਨਲ ਕਾਰਪੋਰੇਸ਼ਨ ਹੋ ਰਿਹਾ ਜਾਂ ਨਹੀਂ ਹੋ ਰਿਹਾ ਜੀ। ਆਪਾਂ ਨੂੰ ਹਲੇ ਤੱਕ ਕਿਤੇ ਨਹੀਂ ਪਤਾ ਜੀ ਕਈ ਫੂਡ ਦੀ ਇੰਪੋਰਟੈਂਸ ਦੇ ਬਾਰੇ ਕੋਈ ਗੱਲਾਂ ਵਗੈਰਾ ਕੀਤੀਆਂ ਹੋਣ। ਆਪਾਂ ਨੂੰ ਹਲੇ ਤੱਕ ਜਮਾ ਨਹੀਂ ਪਤਾ ਵੀ ਰੀਡ ਬੈਡ ਦੀ ਰਿਸਰਚ ਹੈ ਜਾਂ ਕਿਹਦੀ ਹੈ ਜੀ। ਵੈਸੇ ਤਾਂ ਬਿਟਨਸ ਦੀ ਹੈ ਜੀ। ਅੱਗੇ ਜਾ ਕੇ ਕਿਤੇ ਨਹੀਂ ਪਤਾ ਕਿ ਜੀ ਇਹ ਵਿੰਟਰ ਦੀ ਜਾਂ ਨਜ਼ੀਰ ਜਾਂ ਕੋਈ ਰਿਵਰਸ ਦੀ ਗੱਲ। ਤਾਂ ਮੈਨੂੰ ਦੱਸੋ ਵੀ ਕੀ ਟੌਪਿਕ ਸੈਂਟੈਂਸ ਤੋਂ ਆਨਸਰ ਲੱਗ ਰਿਹਾ ਜੀ ਇਹਦਾ?
ਨੋ ਸਰ। ਨਹੀਂ ਲੱਗ ਰਿਹਾ ਨਹੀਂ ਜੀ। ਹਾਲੇ ਤੱਕ ਤਾਂ ਮੈਚ ਨਹੀਂ ਨਾ ਹੋ ਰਿਹਾ। ਇਹਦਾ ਮਤਲਬ ਆਪਾਂ ਨੂੰ ਗਾਂਹ ਪੜਨਾ ਪੈਣਾ। ਤੇ ਸੇਮ ਫਾਈਨਲ ਚ ਹੋਣਾ ਜੀ। ਫਾਈਨਲ ਚ ਜੇ ਤੁਹਾਡਾ ਟੌਪਿਕ ਸੈਂਟੈਂਸ ਮਿਲ ਹੀ ਨਹੀਂ ਰਿਹਾ ਤਾਂ ਤੁਸੀਂ ਹੁਣ ਤੁੱਕਾ ਨਹੀਂ ਲਾ ਸਕਦੇ ਜੀ। ਜੇ ਤੁਸੀਂ ਤੁੱਕਾ ਲਾਓਗੇ ਤਾਂ ਤੁਹਾਡੇ ਮੰਨ ਕੇ ਚਲੋ 6 ਹੋਈਆਂ, 6 ਦੇ ਵਿੱਚੋਂ 4 ਸਿੱਧੀਆਂ ਗਲਤ ਹੋ ਜਾਣੀਆਂ, ਸਿਰਫ 2 ਸਹੀ ਹੋਣੀਆਂ ਤੁਹਾਡੀਆਂ। ਜੇ ਤੁਸੀਂ ਵੈਸੇ ਹੀ ਉੱਥੇ ਕੀਵਰਡ ਮਿਲਾਉਣ ਬੈ ਗਏ। ਐਕਚੁਅਲ ਦੇ ਵਿੱਚ ਜੇ ਦੇਖੀਏ ਤਾਂ ਇਹਦੇ ਟੌਪਿਕ ਸੈਂਟੈਂਸ ਨੇ ਆਨਸਰ ਦਿੱਤਾ ਹੀ ਨਹੀਂ। ਆਪਣੇ ਮੈਥਡ ਕੀ ਹੁੰਦੇ ਆ ਜੀ? ਸਭ ਤੋਂ ਪਹਿਲਾਂ ਟੌਪਿਕ ਸੈਂਟੈਂਸ ਦੇਖੋ, ਜਿਹਦੇ ਵਿੱਚ ਪਹਿਲੀਆਂ 2 ਲਾਈਨਾਂ ਹੁੰਦੀਆਂ ਜੀ। ਪਹਿਲੀਆਂ 2 ਕਿਉਂ ਰੱਖ ਲਿਆ? ਕਈ ਵਾਰੀ ਪਹਿਲੀ ਲਾਈਨ ਬੜੀ ਛੋਟੀ ਜੀ ਹੁੰਦੀ ਹੈ, ਦੂਜੀ ਆਪਾਂ ਵੈਸੇ ਹੀ ਨਾਲ ਪੜ੍ਹ ਜਾਂਦੇ ਹੁੰਦੇ। ਜੇ ਟੌਪਿਕ ਸੈਂਟੈਂਸ ਆਨਸਰ ਨਹੀਂ ਦੇ ਰਿਹਾ ਤਾਂ ਹੁਣ ਗਾਂਹ ਜਾ ਕੇ ਦੇਖੀਦਾ ਹੁੰਦਾ ਕਿ ਰਾਈਟਰ ਨੇ ਆਪਣਾ ਜੋ ਜਾਣੀ ਕਿ ਡਾਇਰੈਕਸ਼ਨ ਆ, ਡਾਇਰੈਕਸ਼ਨ ਚੇਂਜ ਕਰਤੀ ਉਹ ਜਾਣੀ ਕਿ ਪੈਰੇ ਦੀ। ਤੇ ਡਾਇਰੈਕਸ਼ਨ ਤੋਂ ਵੀ ਨਾ ਮਿਲੇ ਫਿਰ ਤਾਂ ਸਮਰੀ, ਫਿਰ ਤਾਂ ਉਹ ਸਾਰਾ ਪੈਰਾ ਜੀ, ਫਿਰ ਕੋਈ ਹੱਲ ਨਹੀਂਗਾ। ਉਹ ਪੈਰਾ ਥੋੜਾ ਔਖਾ ਹੁੰਦਾ ਫਿਰ। ਤੇ ਮੈਂ ਤੁਹਾਨੂੰ ਕਹਾਂ ਕਿ ਸਾਰੇ ਪੈਰੇ ਵੀ ਥੋੜਾ ਸਮਰੀ ਤੇ ਹੁੰਦੇ ਆ ਜੀ। ਜੇ ਤੁਹਾਨੂੰ ਜੇ 6 ਹੈਡਿੰਗਸ ਆ ਤਾਂ ਵਿੱਚੋਂ 3 ਟੌਪਿਕ ਸੈਂਟੈਂਸ ਤੇ ਆ ਜੀ, ਵਿੱਚੋਂ 2 ਮਿਡਲ ਦੇ ਵਿੱਚੋਂ ਸਿਰਫ ਇੱਕ ਸਿੰਗਲ ਹੈਡਿੰਗ ਹੋਊਗੀ ਜਿਹਦੇ ਲਈ ਤੁਹਾਨੂੰ ਜ਼ਿਆਦਾ ਪੈਰਾ ਪੜ੍ਹਨਾ ਪੈਣਾ ਜੀ। ਏਦਾਂ ਉਹ ਜਿਹੜਾ ਪੈਟਰਨ ਹੁੰਦਾ ਉਹ ਚੱਲਦਾ ਹੁੰਦਾ ਜੀ। ਚਲੋ ਜਾ ਕੇ ਦੇਖਦੇ ਜੀ। ਹੁਣ ਆਪਾਂ ਜਾ ਕੇ ਦੇਖਦੇ ਹਾਂ ਜੀ। ਓਕੇ, ਆਪਾਂ ਇੱਥੇ ਤੱਕ ਪੜ੍ਹ ਲਿਆ ਜੀ। ਹੁਣ ਕੀ ਕਹਿੰਦੇ? ਦੂਜੀ ਲਾਈਨ ਪੜ੍ਹਦੇ ਹਾਂ ਜੀ। ਕਹਿੰਦੇ ਦਿਸ ਸ਼ੋਡ, ਕਹਿੰਦੇ ਜੀ ਆ ਜਿਹੜੀ ਚੀਜ਼ ਹੈ ਸ਼ੋ ਕਰਦੀ ਆ ਕਲੀਅਰ ਪ੍ਰੈਫਰੈਂਸ ਕਿਹਦੀਆਂ? ਫੀਡਿੰਗ ਦੀਆਂ। ਫੀਡਿੰਗ ਦਾ ਲੈਣਾ ਦੇਣਾ ਕਿਹਦੇ ਨਾਲ ਆ? ਖਾਣੇ ਦੀ ਗੱਲ ਕਰ ਰਹੇ ਆ ਜੀ, ਫੂਡ ਦੀ। ਕਹਿੰਦੇ ਜੀ ਇਹਦੇ ਤੋਂ ਕਲੀਅਰਲੀ ਪਤਾ ਲੱਗਦਾ, ਹਾਂਜੀ, ਕਲੀਅਰ ਪ੍ਰੈਫਰੈਂਸ ਕਿਹਦੀ? ਫੀਡਿੰਗ ਦੀ। ਫੀਡਿੰਗ ਇਨ ਓਕੇ ਵੈਟਰ ਓਕੇ ਰੈਡ ਫੀਡ ਮਾਰਗਿਨ ਓਕੇ ਪਾਰਟਿਕੂਲਰਲੀ ਖਾਸ ਕਰਕੇ ਕਹਿੰਦੇ ਵਿਦ ਇਨ ਦਾ ਰੈਡ ਬੈਡ ਨੈਕਸਟ ਟੂ ਲਾਰਜ ਓਪਨ ਪੂਲ। ਹੁਣ ਮੈਂ ਰਿਲੇਟ ਕਰ ਪਾ ਰਿਹਾ ਆਪਣੇ ਬ੍ਰੇਨ ਦੇ ਵਿੱਚ ਹਲੇ ਤੱਕ ਕੁਝ ਮੈਚ ਨਹੀਂ ਹੋ ਰਿਹਾ ਜੀ। ਜੇ ਮੈਂ ਵਾਪਸ ਵੀ ਉੱਤੇ ਜਾਊਂਗਾ ਮੇਰੇ ਬ੍ਰੇਨ ਨੂੰ ਹਲਕੀਆਂ ਹਲਕੀਆਂ ਹੈਡਿੰਗ ਯਾਦ ਆ ਜੇ, ਤੁਹਾਨੂੰ ਵੀ ਯਾਦ ਹੋਣਗੀਆਂ। ਤੁਸੀਂ ਮੈਨੂੰ 2-3 ਤਾਂ ਵੈਸੇ ਹੀ ਬੋਲ ਕੇ ਦੱਸ ਸਕਦੇ ਹੋ ਕਿ ਸਰ ਇੱਕ ਤਾਂ ਇੰਟਰਨੈਸ਼ਨਲ ਦੀ ਗੱਲ ਹੋਈ ਜਾਂਦੀ ਹੈ ਜੀ ਉੱਥੇ, ਇੱਕ ਉੱਥੇ ਰਿਸਰਚ ਹੋਈ ਜਾਂਦੀ ਹੈ ਜੀ ਰੀਡਸ ਦੇ ਉੱਪਰ ਜੀ, ਇੱਕ ਉੱਥੇ ਲਿਖਿਆ ਜੀ ਇੰਪੋਰਟੈਂਸ ਆਫ ਫੂਡ। ਆ ਜਿਹੜੀਆਂ ਮੈਂ 3 ਬੋਲਤੀਆਂ ਇਹਨਾਂ ਲਈ ਮੈਨੂੰ ਵਾਪਸ ਤਾਂ ਜਾਣ ਦੀ ਲੋੜ ਹੀ ਨਹੀਂ ਪਈ ਜੀ। ਤਾਂ ਸਟੇ ਕਰੋ ਇੱਥੇ। ਅੱਗੇ ਜਾ ਕੇ ਦੇਖਦੇ ਹੁਣ ਕੀ ਕਹਿੰਦੇ ਜੀ। ਕਹਿੰਦੇ ਜਿਹੜੀ ਐਵਰੇਜ ਹੋਮ ਆ ਰੇਂਜ ਸਾਈਜ਼ ਆਫ ਮੇਲ ਬਿਟਰਸ ਵੀ ਫੋਲੋਡ। ਅੱਛਾ, ਉਹਨੇ ਟੌਪਿਕ ਚੇਂਜ ਕਰੀ ਜਾਂਦੇ ਆ ਜੀ। ਕਹਿੰਦੇ ਜਿਹੜੇ ਉਹਨਾਂ ਦਾ ਘਰ ਹੁੰਦਾ ਵਾ ਉਹਦਾ ਸਾਈਜ਼ ਕੀ ਹੁੰਦਾ ਵਾ? ਕਹਿੰਦੇ ਉਹ ਜਾਣੀ ਕਿ 20 ਹੈਕਟੇਅਰ ਹੁੰਦਾ ਜੀ। ਪ੍ਰੋਵਾਈਡਡ ਏ ਗੁੱਡ ਇੰਡੀਕੇਸ਼ਨ, ਗੁੱਡ ਇੰਡੀਕੇਸ਼ਨ ਪ੍ਰੋਵਾਈਡ ਕਰਦਾ ਜੀ ਉਹ ਕਿਹਦੀ? ਓਕੇ ਰੈਡ ਬੈਡ ਦੀ। ਓਕੇ ਨੀਡਡ ਵੈਨ ਮੈਨੇਜਿੰਗ ਔਰ ਕ੍ਰੀਏਟਿੰਗ ਹੈਬਿਟੈਂਟ ਫॉर ਦਿਸ ਸਪੀਸੀਜ਼। ਅੱਗੇ ਜਾ ਕੇ ਕੀ ਕਹਿ ਰਿਹਾ? ਫੀਮੇਲ ਬਿਟਰ ਅੰਡਰਕੇਟ ਆਲ ਦਾ। ਦੇਖੋ ਜੀ ਇੱਥੇ ਹੁਣ ਐਗਜ਼ਾਮੀਨਰ ਘੁਮਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਇੱਥੇ ਫੁੱਲੀ। ਜੇ ਆਪਾਂ ਸਟਾਰਟਿੰਗ ਦੇ ਵਿੱਚੋਂ ਦੇਖੀਏ ਤਾਂ ਸਟਾਰਟਿੰਗ 'ਚ ਕਿਹਾ ਸੀ ਜੀ ਉਹਨਾਂ ਨੇ ਰეკਮੈਂਡੇਸ਼ਨਸ ਨੂੰ ਪਿਉਰੀਫਾਈ ਕਰਨਾ। ਇਹਦੇ ਲਈ ਇਹਨਾਂ ਨੇ ਕੁਝ ਕੁ ਰਿਸਰਚ ਜੀ ਕਰਨੀ ਸਟਾਰਟ ਕੀਤੀ। ਰਿਸਰਚ ਕੀ ਕੀਤੀ ਜੀ? ਉਹਨਾਂ ਨੇ ਧਿਆਨ ਨਾਲ ਦੇਖਿਓ। ਇਹਨਾਂ ਨੇ ਰੇਡੀਓ ਟਰੈਕਡ ਮੇਲ ਬਿਟਨਸ ਜਿਹੜੇ ਸੀਗੇ ਜੀ ਆ ਕੋਈ ਨਾ ਕੋਈ ਸਿਸਟਮ ਲਾਤਾ। ਇਹਦੇ ਤੋਂ ਉਹਨਾਂ ਨੂੰ ਕਲੀਅਰਲੀ ਇਹ ਸ਼ੋ ਹੋ ਗਿਆ। ਕੀ ਸ਼ੋ ਹੋ ਗਿਆ? ਕਿ ਉਹਨਾਂ ਦੀਆਂ ਜਿਹੜੀਆਂ ਫੀਡਿੰਗ ਦੀਆਂ ਪ੍ਰੈਫਰੈਂਸ ਆ ਉਹ ਪਤਾ ਲੱਗ ਗਈਆਂ ਜੀ। ਅੱਗੇ ਜਾ ਕੇ ਦੇਖੀਏ ਹੋਰ ਕਿਹੜੀ ਚੀਜ਼ ਪਤਾ ਲੱਗ ਗਈ? ਇਹਨਾਂ ਨੂੰ ਇੱਕ ਚੀਜ਼ ਹੋਰ ਪਤਾ ਲੱਗ ਗਈ ਜੀ, ਬਈ ਉਹਨਾਂ ਦੇ ਜਿਹੜੇ ਘਰਾਂ ਦੇ ਜਿਹੜੇ ਸਾਈਜ਼ ਆ ਜੀ ਉਹ ਕਮ ਸੇ ਕਮ 20 ਹੈਕਟੇਅਰ ਹੈ ਜੀ। ਤੇ ਉਹ ਗੁੱਡ ਇੰਡੀਕੇਸ਼ਨ ਪ੍ਰੋਵਾਈਡ ਕਰਦੇ ਆ ਕਿਹੜੀ ਚੀਜ਼ ਦੀ ਜੀ? ਜਿਹੜੇ ਰੀਡ ਬੈਡ ਹੁੰਦੇ ਆ ਜੀ, ਜਦੋਂ ਕੋਈ ਮੈਨੇਜ ਕਰਨਾ ਹੋਵੇ ਕ੍ਰੀਏਟ ਹੈਬਿਟੈਂਟ। ਅੱਗੇ ਜਾ ਕੇ ਲਿਖਿਆ ਬਈ ਫੀਮੇਲ ਦਾ ਕੀ ਕੰਮ ਹੈ ਜੀ? ਫੀਮੇਲ ਬਿਟਨ ਜਿਹੜੀਆਂ ਹੁੰਦੀਆਂ ਅੰਡਰਟੇਕ ਦਾ ਮਤਲਬ ਪਰਫਾਰਮ ਕਰਨਾ। ਉਹ ਪਰਫਾਰਮ ਕਰਦੀਆਂ ਕੀ? ਪਰਫਾਰਮ ਕਰਦੀਆਂ ਇੱਕ ਤਾਂ ਉਹ ਇਨਕਬਰੇਸ਼ਨ ਆ ਕੋਈ ਨਾ ਕੋਈ ਕੰਮ ਹੋਊਗਾ ਜੀ ਉਹਨਾਂ ਦਾ। ਮੈਨੂੰ ਕਿਵੇਂ ਪਤਾ ਲੱਗਿਆ ਵੀ ਕੰਮ ਆ? ਕਿਉਂਕਿ ਮੈਂ ਇਹਦੇ ਨਾਲ ਵਾਲੀ ਫਰੇਜ਼ ਨੂੰ ਇਹਦੇ ਨਾਲ ਕੰਪੇਅਰ ਕਰਤਾ ਜੀ। ਇਹਨਾਂ ਦਾ ਦੂਜਾ ਕੰਮ ਆ ਯੰਗ ਲੋਕਾਂ ਦੀ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਕਰਨਾ। ਇਹਦਾ ਮਤਲਬ ਆ ਵੀ ਇੱਕ ਕੰਮ ਆ ਜੀ ਇਹਨਾਂ ਦਾ ਜੀ। ਇਹਦਾ ਮਤਲਬ ਜੇ ਵੋਕੈਬਲਰੀ ਨਹੀਂ ਵੀ ਪਤਾ, ਮੈਂ ਤੁਹਾਨੂੰ ਇਹ ਚੀਜ਼ ਛੱਤ ਲਾ ਕੇ ਕਹਿਣਾ ਕਿ ਤੁਸੀਂ ਫਿਰ ਵੀ ਵੋਕੈਬ ਦਾ ਪਤਾ ਲਾ ਸਕਦੇ ਹੋ ਕਿ ਇਹਦਾ ਮੀਨਿੰਗ ਕੀ ਹੈ ਜੀ। ਕਿਉਂਕਿ ਨਾਲ ਉਹਨੂੰ ਕੰਪੇਅਰ ਕਰੋ ਵੀ ਉਹ ਕਿਹੜੇ ਵਰਡ ਦੇ ਨਾਲ ਪਈ ਹੈ ਜੀ। ਇਹਦਾ ਮਤਲਬ ਆਹ ਜੇ ਇੱਕ ਕੰਮ ਆ ਵੀ ਜੇ ਇੱਕ ਕੰਮ ਹੈ ਜੀ। ਓਕੇ ਜੀ, ਹੁਣ ਆਪਾਂ ਨੂੰ ਟੋਟਲੀ ਪਤਾ ਲੱਗ ਗਿਆ। ਅੱਗੇ ਜਾ ਕੇ ਇੱਕ ਲਾਈਨ ਦੇ ਵਿੱਚ ਲਿਖਿਆ ਪਿਆ ਕਿ ਜੀ ਸਾਡੀ ਜਿਹੜੀ ਇਹ ਰਿਸਰਚ ਆ ਇਹਦਾ ਮੈਨੂੰ ਹੁਣ ਪਤਾ ਲੱਗ ਗਿਆ ਜੀ ਕਿਤੇ ਨਾ ਕਿਤੇ ਰਿਸਰਚ ਕਰੀ ਜਾਂਦੇ ਆ ਜੀ। ਰਿਸਰਚ ਕਿਹਦੇ ਤੇ ਕਰੀ ਜਾਂਦੇ ਆ ਜੀ? ਇਹ ਰਿਸਰਚ ਕਰੀ ਜਾਂਦੇ ਜਿਹੜੇ ਬਿਟਨਸ ਆ ਜੀ। ਹੁਣ ਜਾ ਕੇ ਮੈਚ ਕਰਦੇ ਆ ਜੀ ਆਪਾਂ। ਇਹ ਹੈਡਿੰਗ ਨੇ ਜਾਣੀ ਕਿ ਪਹਿਲਾਂ ਵਾਲੀਆਂ ਹੈਡਿੰਗਸ ਨਾਲੋਂ ਥੋੜਾ ਜਿਹਾ ਜ਼ਿਆਦਾ ਘਮਾਇਆ ਜੀ। ਤਾਂ ਹੁਣ ਮੈਨੂੰ ਤੁਸੀਂ ਇੱਕ ਵਾਰੀ ਦੱਸਣਾ ਜੀ ਪੜ੍ਹ ਕੇ
ਇੱਥੇ ਆਪਾਂ ਕ੍ਰੋਸ ਕਰ ਦਈਏ। ਇੱਕ ਤਾਂ ਹੈਗਾ ਜੀ ਪ੍ਰੋਟੈਕਸ਼ਨ ਦਾ ਯੰਗ ਬਿਟਰਨਸ। ਪ੍ਰੋਟੈਕਸ਼ਨ ਦੇ ਵਿੱਚ ਗਾਂ ਜਾ ਕੇ ਇੱਕ ਲਾਈਨ ਲਿਖੀ ਸੀਗੀ ਵੀ ਫੀਮੇਲਸ ਜਿਹੜੀਆਂ ਹੈਗੀਆਂ ਵਾ ਉਹ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਕਰਦੀਆਂ, ਟੇਕ ਕੇਅਰ ਕਰਦੀਆਂ। ਹਾਂਜੀ, ਇੰਟਰਨੈਸ਼ਨਲ ਕਾਰਪੋਰੇਸ਼ਨ ਵਰਕ ਮੇਰੇ ਹਿਸਾਬ ਨਾਲ ਇਹ ਨਹੀਂ ਗਾ ਜੀ, ਬਾਕੀ ਤੁਸੀਂ ਦੱਸਿਓ ਮੈਨੂੰ ਇੱਕ ਵਾਰੀ। ਫੂਡ ਦੀ ਇੰਪੋਰਟੈਂਸ ਨਹੀਂ ਜੀ। ਰੈੱਡ ਬੀਡ ਦੇ ਉੱਪਰ ਰਿਸਰਚ ਕਰ ਰਹੇ ਆ ਜੀ, ਤੁਸੀਂ ਮੈਨੂੰ ਦੱਸਿਓ ਜੀ ਉੱਥੇ ਰੈੱਡ ਬੀਡ ਨੂੰ ਨਾਲ ਵੇਟੇਜ ਰੱਖੀ ਹੈ ਜਾਂ ਨਹੀਂ ਜੀ। ਅੱਗੇ ਜਾ ਕੇ ਇਹਨਾਂ ਨੇ ਕਿਹਾ ਜੀ ਰਿਵਰਸ ਐਸਟੈਬਲਿਸ਼ ਹੋਲਡਿੰਗ ਬਿਟਨ ਇਨ ਵਿੰਟਰ। ਕੀ ਲੱਗ ਰਿਹਾ ਜੀ ਤੁਹਾਨੂੰ ਇਹਦਾ? ਹਾਂਜੀ ਸਰ 8 ਥਰਡ ਲੱਗ ਰਿਹਾ। ਥਰਡ ਲੱਗ ਰਿਹਾ ਜੀ। ਥਰਡ ਲੱਗ ਰਿਹਾ ਜੀ। ਹਾਂਜੀ ਅੱਛਾ, ਜਿਹੜੀ ਥਰਡ ਵਾਲੀ ਆ ਉਹ ਤਾਂ ਇੱਕ ਸਾਰੇ ਬੀਪੀ ਦੇ ਵਿੱਚੋਂ ਇੱਕ ਸਿੰਗਲ ਬੀਪੀ ਦੇ ਵਿੱਚ ਫੀਮੇਲ ਦੀਆਂ 2 ਡਿਊਟੀਆਂ ਲਿਖੀਆਂ ਵਾ। ਤੁਹਾਨੂੰ ਲੱਗਦਾ ਵੀ ਸਾਰੀ ਹੈਡਿੰਗ ਨੂੰ ਆ ਨਾਮ ਦੇਣਾ ਸਹੀ ਆ? ਯੈਸ ਔਰ ਨੋ? ਨੋ ਸਰ। ਹੁਣ ਜਿਹੜੇ ਬੱਚੇ ਤੀਜਾ ਕਰੇ ਇਹ ਚੀਜ਼ ਨੂੰ ਰਿਲੇਟ ਕਰਨ ਦੀ, ਜੇ ਤੁਸੀਂ ਇਹਨੂੰ ਰਿਲੇਟ ਕਰ ਗਏ ਤੁਹਾਡੀਆਂ ਪ੍ਰੋਬਲਮਸ ਬਹੁਤ ਸੋਲਵ ਹੋ ਜਾਣੀਆਂ ਜੀ। ਮੈਂ ਕਹਿ ਰਿਹਾ ਵੀ ਤੁਹਾਡੇ ਕੋਲੇ 10 ਲਾਈਨਾਂ ਲਿਖੀਆਂ ਪਈਆਂ, 10 ਲਾਈਨਾਂ ਚ ਇੱਕ ਸਿੰਗਲ ਲਾਈਨ ਦੇ ਵਿੱਚ ਸਿਰਫ ਇਹ ਲਿਖਿਆ ਸੀਗਾ ਕਿ ਫੀਮੇਲ ਦੀਆਂ ਜੀ 2 ਜੌਬਸ ਹੁੰਦੀਆਂ। ਬਾਕੀ ਸਾਰਾ ਬੀਪੀ ਫੀਮੇਲ ਦੀਆਂ ਜੌਬਸ ਉੱਪਰ ਫੋਕਸ ਨਹੀਂ ਕਰ ਰਿਹਾ, ਬਾਕੀ ਸਾਰੇ ਬੀਪੀ ਚ ਹੋਰ ਗੱਲਾਂ ਚੱਲੀ ਜਾਂਦੀਆਂ। ਤੁਹਾਨੂੰ ਲੱਗਦਾ ਵੀ ਉਹ ਸਿੰਗਲ ਲਾਈਨ ਦੇ ਕਰਕੇ ਆਪਾਂ ਨੂੰ ਸਾਰੇ ਬੀਪੀ ਨੂੰ ਹੈਡਿੰਗ ਦੇ ਦੇਣੀ ਚਾਹੀਦੀ ਹੈ? ਨੋ ਸਰ। ਨਹੀਂ ਨਹੀਂ, ਸਮਝ ਲੱਗ ਗਈ ਜੀ ਹੁਣ ਤੁਹਾਨੂੰ ਲੱਗ ਗਿਆ ਨਾ ਪਤਾ ਕਿਵੇਂ ਵਰਕ ਕਰ ਰਹੀ ਹੈ ਚੀਜ਼? ਤੇ ਏਦਾਂ ਹੈਗਾ ਵੀ ਇਹ ਸਾਰੇ ਬੀਪੀ ਵਿੱਚ ਰਿਸਰਚ ਚੱਲੀ ਜਾਂਦੀ ਹੈ ਜੀ ਕਿਸੇ ਚੀਜ਼ ਤੇ। ਹਾਂਜੀ ਬਾਕੀ ਤਾਂ ਜਮਾ ਹੀ ਨਹੀਂ, ਬਾਕੀ ਤਾਂ ਨੇੜੇ ਤੇੜੇ ਹੀ ਹੈ ਨਹੀਂ। ਹੁਣ ਤੁਸੀਂ ਕਹੋਗੇ ਵੀ ਰੈੱਡ ਬੀਡ, ਤਾਂ ਹੁਣ ਆਪਾਂ ਜਾ ਕੇ ਦੇਖਦੇ ਵੀ ਰੈੱਡ ਬੀਡ ਤੇ ਰਿਸਰਚ ਚੱਲੀ ਸੀ ਜੀ, ਤਾਂ ਆਪਾਂ ਜੇ ਧਿਆਨ ਨਾਲ ਇੱਥੋਂ ਜਾ ਕੇ ਦੇਖੀਏ ਜੀ, ਹਾਂਜੀ ਜੇ ਆਪਾਂ ਇੱਥੋਂ ਧਿਆਨ ਨਾਲ ਜਾ ਕੇ ਦੇਖੀਏ ਤਾਂ ਕੀ ਜੀ ਰੈੱਡ ਬੀਡ ਤੇ ਰਿਸਰਚ ਚੱਲੀ ਹੈ ਜੀ। ਤਾਂ ਇਹਨਾਂ ਨੇ ਆਪਾਂ ਨੂੰ ਇੱਥੇ ਕੀ ਕਿਹਾ ਜੀ? ਓਕੇ, ਇਸ ਤੋਂ ਕਹਿੰਦੇ ਜੀ ਪਤਾ ਲੱਗਿਆ ਜੀ। ਓਕੇ, ਆ ਦੇਖੋ ਨਾਲ ਇਹ ਰੈੱਡ ਬੀਡ ਦੀ ਗੱਲ ਦੇਖੋ ਜੀ। ਫਿਰ ਆ ਰੈੱਡ ਬੀਡ ਤੇ ਵੀ ਇਹ ਓਕੇ ਮਾਰਕਿੰਗਸ ਹੋ ਗਿਆ, ਪਾਰਟਿਕੂਲਰਲੀ ਵਿਦ ਰੈੱਡ ਬੀਡਸ ਹੋ ਗਿਆ, ਰੈੱਡ ਬੀਡਸ ਹੋ ਗਿਆ ਜੀ। ਯੈਸ ਔਰ ਨੋ ਜੀ? ਦੇਖੋ ਨਾਲ ਰਿਸਰਚ ਉਹਨਾਂ ਤੇ ਚੱਲ ਰਹੀ ਹੈ ਨਾ ਜੀ। ਇਹਦਾ ਮਤਲਬ ਕੀ ਨਿਕਲਿਆ? ਇਹਦਾ ਮਤਲਬ ਵੇਟੇਜ ਕਿਹਨੂੰ ਜ਼ਿਆਦਾ ਗਈ ਹੈ? ਹੁਣ ਸਾਰੇ ਪੈਰੇ ਚ ਰਿਸਰਚ ਹੋ ਰਹੀ ਹੈ ਜੀ ਸਾਰੇ ਪੈਰੇ। ਜਿਹੜਾ ਤੁਸੀਂ ਕਹਿ ਰਹੇ ਹੋ ਉਹ ਇੱਕ ਫਰੇਜ਼ ਸੀਗੀ, ਜਸਟ ਉਹ ਸੀਗੀ ਆ, ਬਸ ਆ ਇੱਕ ਸਿੰਗਲ ਫਰੇਜ਼ ਸੀ, ਬਸ ਇੱਕ ਸਿੰਗਲ ਫਰੇਜ਼। ਤੇ ਮੈਂ ਤੁਹਾਨੂੰ ਦੱਸਾਂ ਕਿ ਜਿਹੜੀ ਵਾਲੀ ਚੀਜ਼ ਦੇ ਬਾਰੇ ਪਤਾ ਲੱਗਿਆ, ਉਹਦੇ ਬਾਰੇ ਵੀ ਕਦੋਂ ਪਤਾ ਲੱਗਿਆ? ਰਿਸਰਚ ਦੇ ਥਰੂ ਹੀ ਪਤਾ ਲੱਗਿਆ ਨਾ, ਜਦੋਂ ਉਹਨਾਂ ਨੇ ਕਿ ਰੇਡੀਓ ਟਰੈਕ ਕੀਤਾ, ਲੱਗਿਆ ਪਤਾ ਜੀ। ਤੇ ਸਾਰੇ ਬੀਪੀ ਦੇ ਵਿੱਚ ਰਿਸਰਚ ਹੋ ਰਹੀ ਹੈ ਜੀ। ਇਹ ਚੀਜ਼ ਦਾ ਧਿਆਨ ਰੱਖਣਾ ਵਾ। ਇਹਦੇ ਨਾਲ ਤੁਹਾਨੂੰ ਇਦਾਂ ਵੀ ਪਤਾ ਲੱਗਿਆ ਕਿ ਜੇ ਇੱਕ ਸਿੰਗਲ ਲਾਈਨ ਆ ਮਿਡਲ ਦੇ ਵਿੱਚ ਪਈ ਆ ਤੇ ਬਾਕੀ ਪਹਿਲਾਂ ਉਹਦੀ ਗੱਲ ਹੀ ਨਹੀਂ ਕਰ ਰਿਹਾ, ਉਹਨੂੰ ਸਪੋਰਟ ਹੀ ਨਹੀਂ ਕਰ ਰਿਹਾ, ਉਹਦੀ ਗੱਲ ਉੱਥੇ ਬੰਦ ਕਰਤੀ ਬਸ ਉਹਨੇ, ਉਹ ਆਨਸਰ ਵੀ ਨਹੀਂ, ਉਹਨੂੰ ਸਾਰੇ ਦੀ ਹੈਡਿੰਗ ਦੇਣਾ ਇੱਕ ਸਹੀ ਗੱਲ ਨਹੀਂ ਹੋ ਸਕਦੀ। ਚਲੋ ਜੀ, ਤਾਂ ਆਪਾਂ ਇਹਨੂੰ ਕੀ ਕਰਤਾ ਜੀ? ਇਹਨੂੰ ਆਪਾਂ ਏਦਾਂ ਕਰਤਾ ਜੀ। ਚਲੋ ਜੀ ਅੱਗੇ ਚੱਲਦੇ ਹਾਂ, ਧਿਆਨ ਨਾਲ ਦੇਖਿਓ ਜੀ। ਅੱਗੇ ਜਾ ਕੇ ਦੇਖਦੇ ਹਾਂ ਜੀ ਆਪਾਂ ਡੀ ਤੋਂ ਆ ਆਪਣਾ ਪਹਿਲਾਂ ਹੀ ਹੋਇਆ ਵੇ, ਦਿੱਤਾ ਹੀ ਹੈ ਜੀ ਉਹਦਾ ਰੀਡਿੰਗ। ਅੱਗੇ ਜਾ ਕੇ ਦੇਖਦੇ ਆ ਪੈਰਾਗ੍ਰਾਫ, ਦੇਖਦੇ ਆ ਜੀ ਕੀ ਕਹਿੰਦੇ। ਕਹਿੰਦੇ ਜੀ ਸਾਡੀ ਜਿਹੜੀ ਫਾਈਨਲ ਫਰੇਜ਼ ਆ, ਫਾਈਨਲ ਫਰੇਜ਼ ਆਫ ਰਿਸਰਚ। ਅੱਛਾ, ਰਿਸਰਚ ਦਾ ਨਾ ਇੱਕ ਫਾਈਨਲ ਫੇਜ਼ ਆ। ਫੇਜ਼ ਕੀ ਹੁੰਦਾ ਜੀ? ਪਾਰਟ, ਜਿਹਨੂੰ ਫਾਈਨਲ ਪਾਰਟ ਕਹਿ ਦਿੰਦੇ ਜਿਹਨੂੰ। ਕਹਿੰਦੇ ਜੀ ਸਾਡੀ ਰਿਸਰਚ ਦਾ ਜਿਹੜਾ ਫਾਈਨਲ ਫੇਜ਼ ਆ, ਓਕੇ, ਇਨਵੋਲਵਡ, ਉਹਦੇ ਵਿੱਚ ਕੀ ਸ਼ਾਮਿਲ ਆ? ਧਿਆਨ ਨਾਲ ਦੇਖਿਓ, ਰਿਲੇਟ ਕਰੋ ਨਾ ਜੀ। ਰਿਲੇਟ ਕਰਨ ਲਈ ਘੰਟਾ ਨਹੀਂ ਲੱਗਦਾ, ਦੱਸਾਂ ਕਿੰਨਾ ਟਾਈਮ ਦਾ? ਜਸਟ ਸੈਕਿੰਡ ਦਾ ਵੀ ਹਾਫ ਸੈਕਿੰਡ ਲੱਗਦਾ ਜੀ, 0.5 ਸੈਕਿੰਡ ਲੱਗਦੇ ਹੁੰਦੇ ਆ ਜੀ। ਸਾਡੀ ਰਿਸਰਚ ਦਾ ਜਿਹੜਾ ਫਾਈਨਲ ਪਾਰਟ ਆ, ਇਹਦਾ ਮਤਲਬ ਆ ਸਾਰੀਆਂ ਰਿਸਰਚਾਂ ਹੀ ਚੱਲੀ ਜਾਂਦੀਆਂ ਜੀ। ਮੈਨੂੰ ਉੱਥੇ ਕੋਈ ਘੰਟਾ ਤਾਂ ਲੱਗਿਆ ਹੀ ਨਹੀਂ ਇਹਦੇ ਲਈ, ਪਹਿਲੇ ਵਰਡ ਵੇਖ ਕੇ ਹੀ ਪਤਾ ਲੱਗ ਗਿਆ। ਹੁਣ ਉੱਪਰ ਵਾਲੀਆਂ ਤੇ ਕੀ ਚੈੱਕ ਕਰੀ ਜਾਂਦੇ ਆ? ਬ੍ਰੇਨ ਨੂੰ ਯਾਦ ਆ ਗਿਆ, ਉਦੋਂ ਉੱਥੇ ਜਗ੍ਹਾ ਦੇਖੀ ਜਾਂਦੇ ਸੀ ਕਿੱਥੇ ਰਹਿੰਦੇ ਆ। ਜਿਹੜਾ ਇਹਨਾਂ ਦਾ ਹੁਣ ਅੱਗੇ ਗਾਂ ਵਾਲਾ ਵਾ ਜੀ ਰਿਸਰਚ, ਉਹਦੇ ਵਿੱਚ ਕੀ ਆ? ਉਹਦੇ ਵਿੱਚ ਡਾਈਟ ਦੀਆਂ ਗੱਲਾਂ ਕਰੀ ਜਾਂਦੇ ਆ ਜੀ। ਉਹਦੇ ਵਿੱਚ ਗੱਲਾਂ ਹੋਈ ਜਾਂਦੀਆਂ ਜੀ ਡਾਈਟ ਦੀਆਂ, ਸਰਵਾਈਵਲ। ਕਹਿੰਦੇ ਸਰਵਾਈਵਲ ਜਿਹੜਾ ਇਹਦਾ ਹੈਗਾ, ਖਾਣ ਪਾਣ ਜਿਹੜਾ ਇਹਦਾ ਜੋ ਵੀ ਹੈ। ਕਹਿੰਦੇ ਟੂ ਡੂ ਦਿਸ, ਕਹਿੰਦੇ ਜੇ ਕਰਨ ਦੇ ਲਈ, ਇੱਥੇ ਕੋਮਾ ਲੱਗਣਾ ਸੀਗਾ, ਇਹਨਾਂ ਨੂੰ ਲਾਇਆ ਨਹੀਂ। ਵੀ ਫਿਟਡ ਸਮਾਲ ਰੇਡੀਓ ਟੈਕਸ, ਅਸੀਂ ਨਿੱਕੇ ਨਿੱਕੇ ਰੇਡੀਓ ਲਾਤੇ। ਹੁਣ ਮੇਰੇ ਬ੍ਰੇਨ ਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਵੀ ਸਾਰੀ ਰਿਸਰਚ ਦਾ ਜਾਣੀ ਕਿ ਮੈਥਡ ਦੱਸੀ ਜਾਂਦੇ ਆ ਜੀ। ਰਿਸਰਚ ਹੋ ਕਿਹਦੇ ਤੇ ਰਹੀ ਆ? ਡਾਈਟ ਤੇ ਹੋ ਰਹੀ ਹੈ ਜੀ।
ਮੇਰੇ ਬ੍ਰੇਨ ਨੇ ਹਲਕਾ ਜਿਹਾ ਗਾਂਹ ਜਾ ਕੇ ਦੇਖਿਆ ਅੱਗੇ ਕਿਹਦੀਆਂ ਗੱਲਾਂ ਹੋਈ ਜਾਂਦੀਆਂ। ਕਹਿੰਦੇ ਜ਼ਿਆਦਾਤਰ ਚਿਕਸ ਆ ਜਿਹੜੇ ਉਹ ਸਰਵਾਈਵ ਹੀ ਨਹੀਂ ਕਰ ਪਾਏ, ਮਰ ਗਏ। ਉਹ ਭੁੱਖਮਰੀ ਫੈਲ ਗਈ ਸੀਗੀ ਜੀ, ਸਟਾਰਵੇਸ਼ਨ। ਮੇਰੇ ਬ੍ਰੇਨ ਨੇ ਫਿਰ ਕਿਹਾ ਜੀ ਬਾਕੀ ਤੇ ਫੂਡ ਤੇ ਫੋਕਸ ਕਰ ਰਹੇ ਆ ਜੀ। ਸਟਾਰਵੇਸ਼ਨ ਕਹਿੰਦੇ ਜੀ ਮੋਸਟ ਲਾਈਕਲੀ ਰੀਜ਼ਨ ਸੀਗਾ ਕਾਹਦਾ, ਉਹਨਾਂ ਦੇ ਡਿਸਅਪੀਅਰ ਹੋਣ ਦਾ ਜੀ, ਸਰਵਾਈਵ ਨਾ ਕਰਨ ਦਾ ਜੀ। ਦ ਫਿਸ਼ ਪ੍ਰੇ ਫੈਡ ਟੂ ਚਿਕਸ, ਜਿਹੜੀ ਫਿਸ਼ ਉਹਨਾਂ ਦਾ ਸ਼ਿਕਾਰ ਹੁੰਦੀ ਸੀ ਉਹ ਵੀ ਡੋਮੀਨੇਟ ਹੋ ਗਈ ਜੀ ਕਹਿੰਦੇ। ਤਾਂ ਗੱਲਾਂ ਸਭ ਤੋਂ ਲਾਸਟ ਉੱਪਰ ਜਾ ਉਡੂ ਕਿਹਦੀ ਗੱਲ ਹੋਈ ਜਾਂਦੀ ਆ, ਹੈਲਦੀ ਨੇਟਿਵ ਫਿਸ਼। ਯਾਨੀ ਕਿ ਸਾਰੇ ਪੈਰੇ ਦੇ ਵਿੱਚ ਕਿਹਦੀਆਂ ਗੱਲਾਂ ਕੀਤੀਆਂ ਜੀ, ਫੂਡ ਦੀਆਂ ਗੱਲਾਂ ਕੀਤੀਆਂ ਜੀ। ਹੁਣ ਜਾ ਕੇ ਦੇਖਦੇ ਆ ਜੀ ਪ੍ਰੋਟੈਕਟ ਦੀ ਗੱਲ ਥੋੜੀ ਹੋਈ ਹੈ ਜੀ, ਇੰਟਰਨੈਸ਼ਨਲ ਕਾਰਪੋਰੇਸ਼ਨ ਦੀ ਗੱਲ ਥੋੜੀ ਹੋਈ ਹੈ ਜੀ, ਕੋਈ ਇਹ ਵਿੰਟਰ ਹੋਲਡਿੰਗ ਬਿਟਰ ਥੋੜੀ ਹੋਇਆ ਜੀ। ਇੰਪੋਰਟੈਂਸ ਆਫ ਫੂਡ, ਫੂਡ ਦੀ ਮਹੱਤਤਾ ਦੇ ਬਾਰੇ ਦੱਸਿਆ ਉੱਥੇ ਕਿ ਕਿਵੇਂ ਸਟਾਰਵੇਸ਼ਨ ਆ ਜਾਂ ਕਿਵੇਂ ਉਹ ਮਰੇ, ਵੀ ਫੂਡ ਕਿੰਨਾ ਮਾਇਨੇ ਰੱਖਦਾ ਵਾ। ਉਹ ਪਹਿਲੇ ਦੱਸਿਆ ਵੀ ਫੂਡ ਤੋਂ ਬਿਨਾਂ ਕਿਹੜੀਆਂ ਚੀਜ਼ਾਂ ਹੋਈਆਂ, ਫੂਡ ਤੋਂ ਬਿਨਾਂ ਕੀ ਹੋਇਆ ਜੀ, ਫੂਡ ਤੋਂ ਬਿਨਾਂ ਭੁੱਖਮਰੀ ਫੈਲ ਗਈ, ਫੂਡ ਤੋਂ ਬਿਨਾਂ ਉਹਨਾਂ ਦੀ ਜਿਹੜੀ ਪ੍ਰਜਾਤੀ ਸੀ ਉਹ ਡਿਸਅਪੀਅਰ ਹੋ ਗਈ ਜੀ। ਤਾਂ ਯੈਸ ਔਰ ਨੋ ਜੀ, ਉਹ ਇੰਪੋਰਟੈਂਸ ਆਫ ਫੂਡ ਹੀ ਹੈ ਨਾ ਇਹਦਾ ਮਤਲਬ ਪਹਿਰਾ। ਉਹਦੇ ਤੋਂ ਬਿਨਾਂ ਦੇਖੋ ਕਿੰਨੀਆਂ ਚੀਜ਼ਾਂ ਹੋ ਰਹੀਆਂ ਨੇ। ਹਾਂਜੀ ਸਰ, ਹਾਂਜੀ। ਹਾਂ, ਤਾਂ ਇਹਦਾ ਮਤਲਬ ਦੇਖੋ ਨਾ, ਜਦੋਂ ਤੁਸੀਂ ਕਨੈਕਟੀਵਿਟੀ ਬਣਾਉਣ ਲੱਗ ਜਾਂਦੇ ਹੋ ਤਾਂ ਮੇਰੇ ਹਿਸਾਬ ਨਾਲ ਕਈ ਪੈਰੇ ਤੁਹਾਨੂੰ ਸਾਰੇ ਪੜ੍ਹਨੇ ਨਹੀਂ ਪੈਂਦੇ। ਤੁਸੀਂ ਦੇਖੋ ਕਿ ਪਹਿਲਿਆਂ ਵਾਲਿਆਂ ਨਾਲੋਂ ਆਪਾਂ ਨੂੰ ਸੌਖਾ ਲੱਭ ਗਿਆ ਜੀ, ਕਿਉਂਕਿ ਆਪਾਂ ਨੂੰ ਪਹਿਲੀ ਲਾਈਨ 'ਚ ਪਤਾ ਲੱਗ ਗਿਆ ਕਿ ਡਾਈਟ ਉੱਪਰ ਰਿਸਰਚਾਂ ਹੋ ਰਹੀਆਂ ਜੀ ਇਹਦੇ ਵਿੱਚ। ਫਾਈਨਲ ਦੇ ਵਿੱਚ ਵੀ ਜੇ ਤੁਸੀਂ ਕੋਈ ਟਫ ਹੈਡਿੰਗ ਕਰ ਰਹੇ ਹੋ ਤਾਂ ਇਦੋਂ ਅਗਲੀ ਜਿਹੜੀ ਹੈਡਿੰਗ ਹੈ ਜੀ ਉਹ ਉਦੋਂ 100 ਗੁਣਾ ਸੌਖੀ ਹੋ ਸਕਦੀ ਹੈ ਜੀ, ਉਦੋਂ 100 ਗੁਣਾ ਸੌਖੀ ਜੀ। ਹੋ ਸਕਦਾ ਤੁਹਾਨੂੰ ਪਹਿਲੀ ਲਾਈਨ ਹਾਫ ਪੜ੍ਹਨ ਤੇ ਉਹ ਪਤਾ ਲੱਗ ਜੇ ਕਿ ਉਹ ਹੈਡਿੰਗ ਕਿਹੜੀ ਹੈ। ਚਲੋ ਜੀ ਅੱਗੇ ਚੱਲਦੇ ਹਾਂ ਆਪਾਂ, ਕੀ ਕਿਹਾ ਜੀ ਉਹਨਾਂ ਨੇ। ਅੱਛਾ ਹੁਣ ਆਪਣਾ ਆਉਂਦਾ ਜੀ ਜੀ, ਹੁਣ ਆਪਣਾ ਆਉਂਦਾ ਜੀ ਜੀ, ਧਿਆਨ ਨਾਲ ਦੇਖਿਓ ਜੀ। ਹੁਣ ਜੇ ਆਪਾਂ ਉੱਧਰ ਜਾ ਕੇ ਦੇਖੀਏ ਤਾਂ ਆਪਣੀਆਂ ਆਪਸ਼ਨਾਂ ਵੀ ਜਿਹੜੀਆਂ ਰਹਿ ਗਈਆਂ ਕਿੰਨੀਆਂ ਰਹਿ ਗਈਆਂ ਜੀ, ਗਿਣਤੀ ਦੀਆਂ ਸਿਰਫ 3 ਰਹਿ ਗਈਆਂ ਜੀ, ਗਿਣਤੀ ਦੀਆਂ 3 ਰਹਿ ਗਈਆਂ ਜੀ ਆਪਣੀ। ਤੇ ਆਪਾਂ ਨੂੰ ਓਕੇ ਜੀ, ਚਲੋ ਪਹਿਲਾਂ ਜੀ ਪੜ੍ਹਦੇ ਹਾਂ ਜੀ ਆਪਾਂ। ਕੀ ਕਹਿੰਦੇ ਜੀ, ਕਹਿੰਦੇ once independent, ਜਦੋਂ ਉਹ ਇੱਕ ਵਾਰੀ ਓਕੇ ਇੰਡੀਪੈਂਡੈਂਟ ਹੋ ਜਾਣ। ਇੰਡੀਪੈਂਡੈਂਟ ਦਾ ਮਤਲਬ ਕੀ, ਜਦੋਂ ਇੱਕ ਵਾਰੀ ਫ੍ਰੀडम ਮਿਲ ਜਾਵੇ, ਜਦੋਂ ਕਿਸੇ ਤੇ ਡਿਪੈਂਡ ਨਾ ਹੋਣਾ ਪਵੇ। ਰੇਡੀਓ ਟੈਗਡ ਯੰਗ ਬਿਟਨਸ ਜਿਹੜੇ ਹੈਗੇ ਆ were found, ਉਹਨਾਂ ਨੂੰ ਦੇਖਿਆ ਗਿਆ। ਕੀ ਦੇਖਿਆ ਗਿਆ, ਟੂ ਸੀਕ ਆਊਟ ਨਿਊ ਸਾਈਟਸ। ਹੁਣ ਸੀਕ ਦਾ ਮਤਲਬ ਹੁੰਦਾ ਜੀ ਫਾਈਂਡ ਕਰਨਾ, ਸੌਖਾ ਵਰਡ ਹੈ ਜੀ। ਦੇਖੋ ਰੀਡਿੰਗ ਤੁਹਾਡੇ ਡੇਲੀ ਯੂਜ਼ਸ ਵਾਲੇ ਵਰਡ ਰਿਪੀਟ ਕਰੀ ਜਾਂਦੀ ਹੈ ਜੀ। ਸਾਈਟ ਦਾ ਮਤਲਬ ਹੁੰਦਾ ਜਗ੍ਹਾ। ਇਹ ਰਾਈਟਰ ਨੇ ਆਹ ਵਰਡ 10 ਵਾਰੀ ਲਿਖਤਾ ਜੀ ਹੁਣ ਤੱਕ। ਕਹਿੰਦੇ ਜੀ ਜਦੋਂ ਇੱਕ ਵਾਰੀ ਉਹਨਾਂ ਨੂੰ ਇੰਡੀਪੈਂਡੈਂਟ ਹੋ ਜਾਂਦੀ ਉਹ, ਤਾਂ ਜਿਹੜੇ ਯੰਗ ਬਿਟਰ ਨਾ ਇਹ ਦੇਖਿਆ ਗਿਆ ਬਈ ਉਹ ਲੱਭਦੇ ਆ, ਕੀ ਲੱਭਦੇ ਆ, ਨਵੀਆਂ ਜਗ੍ਹਾ ਲੱਭਦੇ ਆ ਜੀ। ਡਿਊਰਿੰਗ ਦਾ ਫਸਟ ਵਿੰਟਰ, ਜਦੋਂ ਉਹਨਾਂ ਦੀ ਪਹਿਲੀ ਵਿੰਟਰ ਹੁੰਦੀ ਹੈ ਉਹ ਨਵੀਆਂ ਜਗ੍ਹਾ ਲੱਭਦੇ ਆ। ਸੈਂਟੈਂਸ ਜੇ ਖਤਮ ਨਹੀਂ ਹੋਇਆ। ਕਹਿੰਦੇ ਪ੍ਰਪੋਰਸ਼ਨ ਆਫ ਦੀਜ਼, ਉਹਨਾਂ ਦੀ ਜਿਹੜੀ ਪ੍ਰਪੋਰਸ਼ਨ ਆ, ਉਹਨਾਂ ਦੀ ਜਿਹੜੀ ਪਰਸੈਂਟੇਜ ਆ, ਵੁੱਡ ਰਿਮੇਨ ਔਨ ਨਿਊ ਸਾਈਟ, ਉਹ ਨਵੀਂ ਜਗ੍ਹਾ ਤੇ ਰਹਿੰਦੀ ਹੈ ਜੀ। ਟੂ ਬਰੀਡ, ਬਰੀਡਿੰਗ ਕਰਨ ਦੇ ਲਈ, ਜੇ ਉੱਥੋਂ ਦੀਆਂ ਕੰਡੀਸ਼ਨਸ ਸੁਟੇਬਲ ਹੋਣ ਤਾਂ। ਪਾਸਟ ਵਿੱਚ ਆ ਉਹਨਾਂ ਨੇ ਕਹਿੰਦੇ ਉੱਥੇ ਸਟੇ ਕੀਤਾ ਜੀ, ਜੇ ਉਹਨਾਂ ਦੀਆਂ ਉੱਥੇ ਕੰਡੀਸ਼ਨ ਸੁਟੇਬਲ ਸੀ ਤਾਂ ਉਹਨਾਂ ਨੇ ਉੱਥੇ ਸਟੇ ਕੀਤਾ। ਇਹ ਚੀਜ਼ ਦੇਖੀ ਗਈ, ਕਿਵੇਂ ਦੇਖੀ ਗਈ, ਰੇਡੀਓ ਦੇਖੋ ਨਾ ਲਾਇਆ ਸੀ ਨਾ ਉਹਨਾਂ ਤੇ, ਰੇਡੀਓ ਟੈਗਡ ਕੋਈ ਨਾ ਕੋਈ ਡਿਵਾਈਸ ਲਾਈ ਸੀ ਉਹਨਾਂ ਤੇ। ਅੱਛਾ ਪਹਿਲੀ ਲਾਈਨ ਕੀ ਕਹਿੰਦੀ ਆ, ਪਹਿਲੀ ਲਾਈਨ ਕਹਿੰਦੀ ਜੀ ਜਦੋਂ ਉਹਨਾਂ ਨੂੰ ਆਜ਼ਾਦੀ ਮਿਲ ਜਾਵੇ ਤਾਂ ਉਹ ਨਵੀਂ ਜਗ੍ਹਾ ਜਾ ਕੇ ਲੱਭਦੇ ਆ ਜੀ। ਨਵੀਂ ਜਗ੍ਹਾ ਦੇ ਜੇ ਤਾਂ ਉੱਥੋਂ ਦੀਆਂ ਕੰਡੀਸ਼ਨਸ ਵੈਦਰ ਵਗੈਰਾ ਸਹੀ ਹੋਵੇ ਤਾਂ ਉੱਥੇ ਰਹਿਣ ਲੱਗ ਜਾਂਦੇ ਆ ਜੀ, ਤੇ ਉੱਥੇ ਬਰੀਡਿੰਗ ਵਗੈਰਾ ਕਰਦੇ ਆ ਜੀ। ਹੁਣ ਆਪਾਂ ਜਾ ਕੇ ਦੇਖਦੇ ਹਾਂ ਜੀ, ਜਾ ਕੇ ਦੇਖਦੇ ਵੀ ਕੀ ਹੁਣ ਤੱਕ ਮੈਚ ਹੋਇਆ ਜੀ। ਹਾਂਜੀ ਜਾ ਕੇ ਦੇਖਦੇ ਜੀ ਕੀ ਹੁਣ ਤੱਕ ਮੈਚ ਹੋਇਆ। ਇੱਥੇ ਲਿਖਿਆ ਪ੍ਰੋਟੈਕਟ ਦਾ ਯੰਗ ਬਿਟਰਨਸ। ਅੱਛਾ ਯੰਗ ਬਿਟਰਨ ਤਾਂ ਗੱਲ ਹੋਈ ਹੈ, ਬਿਲਕੁਲ 50% ਤਾਂ ਮੈਚ ਹੋ ਗਿਆ ਜੀ। ਅੱਛਾ ਪ੍ਰੋਟੈਕਟ ਜਾ ਕੇ ਦੇਖਦੇ ਆਪਾਂ, ਥੋੜਾ ਕਲੈਰੀਫਾਈ ਕਰਾਂਗੇ। ਇੰਟਰਨੈਸ਼ਨਲ ਕਾਰਪੋਰੇਸ਼ਨ ਵਰਕਸ, ਹਲੇ ਤੱਕ ਇਹਦੀ ਕੋਈ ਚੀਜ਼ ਗੱਲ ਨਹੀਂ ਬਣਦੀ ਜੀ। ਰਿਵਰਸ ਐਸਟੈਬਲਿਸ਼ਡ, ਰਿਵਰਸ ਓਕੇ ਐਸਟੈਬਲਿਸ਼ ਹੋਲਡਿੰਗ ਬਿਟਰਸ। ਹੋਲਡਿੰਗ ਬਿਟਰਸ ਕੀ ਹੁੰਦਾ ਜੀ, ਹੋਲਡ ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਰਹਿਣਾ, ਕਿਸੇ ਚੀਜ਼ ਦਾ ਸਟੇ ਕਰਨਾ। ਤੇ ਵਿੰਟਰ ਦਾ ਮਤਲਬ, ਹੁਣ ਉਹਨਾਂ ਨੇ ਵੀ ਤਾਂ ਕਿਹਾ ਹੀ ਸੀ ਕਿ ਵਿੰਟਰ ਦੇ ਵਿੱਚ ਉੱਥੇ ਸਟੇ ਕਰਦੇ ਆ ਜੀ। ਤਾਂ ਤੁਸੀਂ ਮੈਨੂੰ ਦੱਸੋ ਕਿਤਨਾ ਕਿਤੇ ਤੁਹਾਨੂੰ ਤੀਜੇ ਤੇ 9ਵੇਂ ਦੇ ਵਿੱਚ ਡਾਊਟ ਹੋ ਰਿਹਾ ਜੀ ਦੋਨਾਂ ਦੇ ਵਿੱਚੋਂ, ਬਟ ਜੇ ਪੱਕਾ ਸ਼ੋਰ ਨਹੀਂ, ਯੈਸ ਔਰ ਨੋ।
ਹਾਂਜੀ ਸਰ Yes, sir. ਜੀ ਨੰਬਰ ਵਿੱਚ ਮੈਂ ਲਾਸਟ ਵਾਲਾ ਲੱਗ ਰਿਹਾ। ਬਿਲਕੁਲ ਜੀ ਹੁਣ ਜਾ ਕੇ ਆਪਾਂ ਕਲੈਰੀਫਾਈ ਕਰਾਂਗੇ ਬਈ ਕਿਹੜਾ ਇਹਨਾਂ ਨੇ ਲਾਇਆ ਜੀ ਕਿਹੜਾ ਨਹੀਂ ਲਾਇਆ। ਚਲੋ ਜੀ ਜਾ ਕੇ ਦੇਖਦੇ ਹਾਂਜੀ ਆਪਾਂ ਜਾ ਕੇ ਦੇਖਦੇ ਹਾਂ ਜੀ ਇਹਨਾਂ ਨੇ ਕਿਹੜਾ ਲਾਇਆ ਤੇ ਕਿਹੜਾ ਨਹੀਂ ਲਾਇਆ। ਓਕੇ ਚਲੋ ਜੀ ਤਾਂ ਜਾ ਕੇ ਦੇਖਦੇ ਹਾਂ ਜੀ ਇਹਨਾਂ ਨੇ ਆਪਾਂ ਨੂੰ ਜੀ ਪੈਰਾਗ੍ਰਾਫ ਅੱਛਾ ਦੋਨਾਂ ਦਾ ਭੁਲੇਖਾ ਪੈ ਰਿਹਾ ਜੀ। ਉੱਥੋਂ ਦੇ ਵਿੰਟਰ ਵਰਡ ਮੈਚ ਹੋ ਰਹੇ ਆ ਜੀ ਤੇ ਉੱਥੋਂ ਦੇ ਆ ਯੰਗ ਬਿਟਨ ਮੈਚ ਹੋ ਰਿਹਾ ਜੀ। ਇਹਦਾ ਮਤਲਬ ਐਗਜ਼ਾਮੀਨਰ ਹੁਣ ਥੋੜਾ ਜਿਹਾ ਸਟੂਡੈਂਟ ਨੂੰ ਚੱਕਰ ਚ ਪਾਉਣਾ ਚਾਹੁੰਦਾ। ਹੁਣ ਕਿਹੜਾ ਬੱਚਾ ਜਿਹੜਾ ਇੱਥੇ ਤੁੱਕਾ ਲਾ ਦੂਗਾ। ਬੱਚੇ ਕਈਆਂ ਨੇ ਯੰਗ ਵੇਖਿਆ ਨਾ ਚਲੋ ਕੋਈ ਨਾ ਯੰਗ ਹੀ ਲਾ ਦਿੰਦੇ ਆ ਹੋਇਆ ਤਾਂ ਠੀਕ ਹੈ ਨਹੀਂ ਕੋਈ ਚੱਕਰ। ਕਈਆਂ ਨੇ ਕਹਿਣਾ ਵਿੰਟਰ ਵੀ ਲੱਗਦਾ। ਸਹੀ ਬੱਚਾ ਕਿਹੜਾ ਵਾ ਜਿਹਨੇ ਕਹਿਣਾ ਕਿ ਜੀ ਗਾਉਂ ਜਾ ਕੇ ਰੀਡਿੰਗ ਔਨ ਡਿਸਾਈਡ ਕਰੂਗੀ ਕਿ ਵੇਟੇਜ ਕਿਹਨੂੰ ਮਿਲ ਰਹੀ ਆ। ਦੋਨਾਂ ਦੇ ਵਿੱਚੋਂ ਵਿਨਰ ਕੌਣ ਆ ਜੀ। ਦੋਨਾਂ ਦੇ ਵਿੱਚੋਂ ਵਿਨਰ ਕਹਿੰਦੇ ਜੀ ਜਿਹੜਾ ਕਹਿੰਦੇ ਸੈਕੰਡ ਈਯੂ ਓਕੇ ਲਾਈਫ ਫੰਡਡ ਪ੍ਰੋਜੈਕਟ ਆ ਜੀ। ਉਹਦਾ ਮੇਨ ਜਿਹੜਾ ਇਰਾਦਾ ਵਾ ਉਹਦਾ ਮੇਨ ਜਿਹੜਾ ਮੋਟਿਵ ਆ ਉਹ ਮੋਟਿਵ ਆ ਕਿ ਉਹਨਾਂ ਨੂੰ ਪ੍ਰੋਵਾਈਡ ਕਰਨਾ ਸੁਟੇਬਲ ਜਗ੍ਹਾ। ਸੁਟੇਬਲ ਜਗ੍ਹਾ ਕੀ ਉਹਨਾਂ ਨੂੰ ਏਦਾਂ ਦੀ ਜਗ੍ਹਾ ਪ੍ਰੋਵਾਈਡ ਕਰਨਾ ਜਿਹਦੇ ਵਿੱਚ ਉਹ ਰਹਿ ਸਕਣ ਜਿਹੜੀ ਉਹਨਾਂ ਲਈ ਸੁਟੇਬਲ ਹੋਵੇ ਜੀ ਨਿਊ ਇਲਾਕਿਆਂ ਦੇ ਵਿੱਚ। ਤੇ ਨੈਟਵਰਕ ਆ ਜੀ ਕਹਿੰਦੇ 19 ਜਗ੍ਹਾ ਓਕੇ ਡਿਵੈਲਪਡ ਹੋ ਗਈਆਂ ਜੀ। ਕਹਿੰਦੇ ਇਹ ਜਿਹੜਾ ਕੋਈ ਨਾ ਕੋਈ ਪ੍ਰੋਜੈਕਟ ਆ ਜੀ ਉਹਨੇ ਕੀ ਕਰਤਾ ਉਹਨੇ 19 ਜਗ੍ਹਾ ਡਿਵੈਲਪ ਕਰਤੀਆਂ ਜੀ ਜਿਹੜੀਆਂ ਮੋਰ ਸਸਟੇਨੇਬਲ ਆ ਜੀ। ਮੋਰ ਸਸਟੇਨੇਬਲ ਦਾ ਮਤਲਬ ਕੀ ਆ ਉੱਥੇ ਉਹ ਆਰਾਮ ਨਾਲ ਸੇਫ ਰਹਿ ਸਕਦੇ ਆ ਜੀ। ਉਹ ਲੈਸ ਵਲਨਰੇਬਲ ਆ ਓਕੇ ਲੈਸ ਵਲਨਰੇਬਲ ਦਾ ਮਤਲਬ ਕੀ ਆ ਉਹਨਾਂ ਨੂੰ ਉੱਥੇ ਜ਼ਿਆਦਾ ਕੋਈ ਪਰੇਸ਼ਾਨੀ ਨਹੀਂ ਜੀ ਉਹਨਾਂ ਨੂੰ ਕੋਈ ਵੀ। ਹੁਣ ਮੈਨੂੰ ਦੱਸੋ ਕਿ ਹੁਣ ਜਿਹੜਾ ਤੁਹਾਡੀ ਵੇਟੇਜ ਜਾਵੜੀ ਉਹ ਵੇਟੇਜ ਕਿਹਦੇ ਤੇ ਜਾਵੜੀ ਉਹ ਪ੍ਰੋਟੈਕਟ ਕਰਨ ਵਾਲੀਆਂ ਗੱਲਾਂ ਗਾਂ ਕਰੀ ਜਾਂਦੇ ਆ ਕਿ ਉਹ ਰਿਵਰਸ ਇਸਟੈਬਲਿਸ਼ ਦਾ ਕੋਈ ਤੁਹਾਨੂੰ ਦੋਨਾਂ ਦੇ ਵਿੱਚੋਂ ਕਿਹੜੀ ਚੀਜ਼ ਦਾ ਸਬੂਤ ਦੇ ਰਹੀ ਹੈ ਤੁਹਾਨੂੰ ਰੀਡਿੰਗ ਗਾਂ ਜਾ ਕੇ। Sir, third ਦਾ Third ਵਾਲੀ ਠੀਕ ਹੈ ਜੀ third ਦਾ sir, third Tent ਦਾ young ਦਾ bittern। ਬਿਲਕੁਲ। ਹੁਣ ਮੈਨੂੰ ਯੈਸ ਔਰ ਨੋ ਦੱਸੋ ਕਿ ਜੇ ਤੁਸੀਂ ਦੋਵਾਂ ਦੇ ਵਿੱਚ ਫਸੇ ਸੀਗੇ ਤਾਂ ਉਹਦਾ ਸੋਲੂਸ਼ਨ ਮਿਲ ਜਾਂਦਾ ਹੈ ਨਾ ਬੰਦੇ ਨੂੰ। ਹਾਂਜੀ ਹਾਂਜੀ ਸਰ। ਉਹਦਾ ਸੋਲੂਸ਼ਨ ਕਿਵੇਂ ਮਿਲਦਾ ਜੀ ਉਹਦੀ ਇੱਕ ਸਟ੍ਰੈਟਜੀ ਹੈ ਨਾ। ਉਹਦੀ ਸਟ੍ਰੈਟਜੀ ਕੀ ਆ ਹੁਣ ਉਹਦੀ ਸਟ੍ਰੈਟਜੀ ਹੈ ਕਿ ਜੇ ਤੁਹਾਡੀਆਂ ਪਹਿਲੀਆਂ 2 ਲਾਈਨਾਂ ਧਿਆਨ ਨਾਲ ਦੇਖਿਓ ਜੀ ਜੇ ਤੁਹਾਡੀਆਂ ਪਹਿਲੀਆਂ 2 ਜਾਂ 3 ਲਾਈਨਾਂ ਪੈਸੇਜ ਦੀਆਂ ਤੁਹਾਨੂੰ 2 ਹੈਡਿੰਗ ਤੇ ਡਾਊਟ ਕਰਾਉਣ ਲੱਗ ਜਾਣ। ਜੇ ਹਾਂਜੀ ਪੈਸੇਜ ਦੀਆਂ ਪਹਿਲੀਆਂ 2 ਜਾਂ 3 ਲਾਈਨਾਂ ਤੁਹਾਨੂੰ 2 ਹੈਡਿੰਗਸ ਤੇ ਡਾਊਟ ਕਰਾਉਣ ਲੱਗ ਜਾਣ ਤਾਂ ਪੱਕਾ ਹੁਣ ਤੁਸੀਂ ਗਾਂ ਜਾ ਕੇ ਵੇਟੇਜ ਚੈੱਕ ਕਰੋਗੇ ਕਿ ਜਿਹੜੀ ਫਰਦਰ ਇਨਫੋਰਮੇਸ਼ਨ ਆ ਉਹ ਸਾਥ ਕਿਹਦਾ ਦੇ ਰਹੀ ਆ ਆਹ ਵਾਲੀ ਦਾ ਕਿ ਸੈਕੰਡ ਵਾਲੀ ਦਾ। ਲੱਗ ਗਿਆ ਪਤਾ ਜੀ ਕਿ ਫਾਈਨਲ ਦੇ ਵਿੱਚੋਂ ਕਿੱਦਾਂ ਚੀਜ਼ ਚੋਂ ਨਿਕਲ ਸਕਦੇ ਹੋ ਤੁਸੀਂ। ਕਲੀਅਰ ਹੈ ਜੀ। yes sir। ਹਾਂਜੀ ਹਾਂਜੀ ਚਲੋ ਜੀ ਅੱਗੇ ਚੱਲਦੇ ਹਾਂ ਜੀ। ਓਕੇ ਜੀ ਅੱਗੇ ਹੁਣ ਮੇਰੇ ਹਿਸਾਬ ਨਾਲ ਦੇਖੋ ਆਪਣੇ ਕੋਲ 2 ਰਹਿ ਗਈਆਂ ਜੀ। ਹੁਣ ਤੁਸੀਂ ਉਹਨੂੰ ਓਵਰਵਿਊ ਜਾਂ ਦੇਖ ਕੇ ਵੀ ਲਾ ਸਕਦੇ ਹੋ। ਆਹ ਲਾਤਾ ਜੀ ਆਪਾਂ ਆਪਣੇ ਕੋਲੇ ਕਿਹੜੀਆਂ ਬੱਚੀਆਂ ਹੁਣ ਜੀ ਆਪਣੇ ਕੋਲੇ ਹੁਣ ਗਿਣਤੀ ਦੀਆਂ 2 ਬੱਚੀਆਂ ਜੀ। ਇੱਕ ਤਾਂ ਬੱਚੀ ਜੀ 4ਥੇ ਨੰਬਰ ਵਾਲੀ ਇੱਕ ਬੱਚੀ 9ਵੇਂ ਨੰਬਰ ਵਾਲੀ। ਦੇਖੋ ਜੇ ਤਾਂ ਵੀ ਔਖੀ ਹੋਈ ਤਾਂ ਕਹਿਣਾ ਹੀ ਕੀ ਆ ਤੇ ਨਹੀਂ ਕਈ ਵਾਰੀ ਜਦੋਂ 2 ਬੱਚੇ ਆਣ ਤਾਂ ਵੈਸੇ ਹੀ ਹਲਕਾ ਜਿਹਾ ਦੇਖਣ ਤੇ ਪਤਾ ਲੱਗ ਜਾਂਦਾ ਹੁੰਦਾ ਵੇਟੇਜ ਕਿੱਧਰ ਗਈ ਆ ਗੱਲਾਂ ਕਿਹਦੀਆਂ ਹੋ ਰਹੀਆਂ। ਚਲੋ ਜਾ ਕੇ ਦੇਖਦੇ ਉਹ ਥੋੜੇ ਜਿਹੇ ਮੈਨੂੰ ਲੱਗਦਾ ਇੱਥੇ ਸਮਾਰਟ ਬਣਨ ਦੀ ਕੋਸ਼ਿਸ਼ ਕਰ ਰਹੇ ਆ। ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹ 2 ਰਹਿ ਗਈਆਂ ਹੁਣ ਲਾਸਟ ਉੱਪਰ ਬੱਚੇ ਕੋਲੇ ਤੇ ਉਹਨਾਂ ਨੇ ਪਹਿਰਾ ਹੀ ਜਾਣ ਬੁੱਝ ਕੇ ਉਹ ਕੀ ਕਰਤਾ ਸਾਰਿਆਂ ਤੋਂ ਡਬਲ ਪਾਤਾ ਜੀ। ਅੱਗੇ ਵਾਲਾ ਪਹਿਰਾ ਆਪਾਂ ਨੂੰ ਦਿੱਤਾ ਹੀ ਨਹੀਂ ਜੀ ਇਹ ਵੈਸੇ ਹੀ ਲਿਖਿਆ ਇੱਥੇ। ਹਾਂਜੀ ਕੀ ਕਹਿ ਰਹੇ ਆ ਜੀ ਇਹਦੇ ਵਿੱਚ ਜੇ ਆਪਾਂ ਤੇ ਹਲਕੀ ਜੀ ਨਿਗਾਹ ਮਾਰੀਏ ਜੀ ਜੇ ਆਪਾਂ ਤੇ ਹਲਕੀ ਨਿਗਾਹ ਮਾਰੀਏ ਤਾਂ ਕਹਿੰਦੇ 2004 ਦੇ ਦੌਰਾਨ ਨੰਬਰ ਆਫ ਬੂਮਿੰਗ ਮੇਲ ਜਿਹੜੇ ਯੂਕੇ ਦੇ ਵਿੱਚ ਸੀਗੇ ਉਹ ਵੱਧ ਗਏ ਸੀਗੇ 55 ਤੱਕ ਤੇ ਕਹਿੰਦੇ ਆਲਮੋਸਟ ਸਾਰੇ ਜਿਹੜੇ ਸੀਗੇ ਉਹ ਇਨਕਰੀਜ਼ ਹੋ ਗਏ ਬੀਇੰਗ ਔਨ ਦੋਜ਼ ਸਾਈਟ ਕਿਹੜੀਆਂ ਜੀ ਕਨੈਕਟੀਵਿਟੀ ਜਿਹੜੀਆਂ ਉੱਪਰ ਜਗ੍ਹਾ ਪ੍ਰੋਵਾਈਡ ਕੀਤੀਆਂ ਗਈਆਂ। ਕੋਈ ਪ੍ਰੋਜੈਕਟ ਸੀਗਾ ਤਾਂ ਵਾਲੇ ਪਹਿਰੇ ਦੇ ਵਿੱਚ ਜਿਨ੍ਹਾਂ ਨੇ ਜਗ੍ਹਾ ਪ੍ਰੋਵਾਈਡ ਕੀਤੀਆਂ ਸੀ ਕਿਉਂ ਕੀਤੀਆਂ ਸੀ ਉਹਨਾਂ ਦੀ ਸੇਫਟੀ ਦੇ ਲਈ। ਉਹ ਜਗ੍ਹਾ ਦੇ ਵਿੱਚ ਜੀ ਕਹਿੰਦੇ ਕੀ ਹੋਇਆ ਉਹਨਾਂ ਦਾ ਜਿਹੜਾ ਨੰਬਰ ਆ ਉਹ ਵਧਣਾ ਸ਼ੁਰੂ ਹੋ ਗਿਆ ਕਿਉਂਕਿ ਉੱਥੇ ਉਹ ਪ੍ਰੋਟੈਕਟ ਫੀਲ ਕਰਨ ਲੱਗ ਗਏ ਹੋਣਗੇ। ਕਹਿੰਦੇ ਦੋਜ਼ ਸਾਈਟ ਅੰਡਰਟੇਕਿੰਗ ਮੈਨੇਜਮੈਂਟ ਬੇਸਡ ਔਨ ਐਡਵਾਈਸ ਡਰਾਈਵਡ ਫਰੋਮ ਆਵਰ ਰਿਸਰਚ ਜਿਹੜੀਆਂ ਉਹ ਜਗ੍ਹਾ ਸੀਗੀਆਂ ਜੀ ਅੰਡਰਟੇਕਿੰਗ ਮੈਨੇਜਮੈਂਟ ਜਿਹੜੀ ਉੱਥੋਂ ਦੀ ਮੈਨੇਜਮੈਂਟ ਸੀਗੀ ਉਹ ਕਾਹਦੇ ਤੇ ਬੇਸ ਸੀਗੀ ਉਹ ਸਾਡੀ ਸਲਾਹ ਤੇ ਚੱਲਦੇ ਸੀ ਜੀ ਸਾਡੀ ਰਿਸਰਚ ਦੀ ਜਿਹੜੀ ਸਲਾਹ ਵਾ ਕਹਿੰਦੀ
ਭਾਵੇਂ ਕਹਿੰਦੇ ਜਿਹੜੀ ਸਾਇੰਸ ਆ ਹੈਜ਼ ਬੀਨ ਐਟ ਦਾ ਕੋਰ ਆਫ ਦਾ ਬਿਟਨ ਸਟੋਰੀ, ਭਾਵੇਂ ਕਹਿੰਦੇ ਸਾਇੰਸ ਉਹਦੇ ਕੋਰ ਵਿੱਚ ਲਾਏ ਕਰਦੀ, ਭਾਵੇਂ ਮੇਨ ਕਹਿੰਦੇ ਸਾਇੰਸ ਆ, ਸਕਸੈਸ ਹੈਜ਼ ਓਨਲੀ ਬੀਨ ਅਚੀਵ ਥਰੂ ਦਾ ਟਰਸਟ, ਪਰ ਕਹਿੰਦੇ ਸਕਸੈਸ ਟਰਸਟ ਰਾਹੀਂ ਮਿਲਦੀ ਹੁੰਦੀ ਹੈ, ਹਾਰਡ ਵਰਕ ਰਾਹੀਂ ਮਿਲਦੀ ਹੈ, ਡੈਡੀਕੇਸ਼ਨ ਦੇ ਰਾਹੀਂ ਮਿਲਦੀ ਹੈ ਜੀ। ਹਾਂਜੀ, ਇਹ ਸਾਰੀਆਂ ਚੀਜ਼ਾਂ ਕਿਹਨਾਂ ਦੀਆਂ? ਸਾਰੇ ਮੈਨੇਜਰਸ ਦੀਆਂ, ਸਾਰੇ ਜਿਹੜੇ ਓਨਰਸ ਆ ਜੀ, ਸਾਰੇ ਜਿਹੜੇ ਜੋ ਜਾਣੀ ਕਿ ਵਾਰਡਨਰ ਆ, ਕਿਹਨਾਂ ਦੇ? ਉਹ ਸਾਈਟਸ ਦੇ। ਤਾਂ ਦੇਖੋ ਹੁਣ ਜਾ ਕੇ ਆਪਾਂ ਦੇਖਦੇ ਹਾਂ ਜੀ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜੇ ਆਪਾਂ ਹਲਕਾ ਜਿਹਾ ਗਾਂਹ ਪੜੀਏ ਤਾਂ ਇੱਥੇ ਯੂਕੇ ਦੀ ਗੱਲ ਹੋਈ ਜਾਂਦੀ ਹੈ ਜੀ। ਫੇਰ ਤੇ ਹਾਂਜੀ, ਜਾ ਕੇ ਇੱਥੇ ਇਹਨਾਂ ਨੇ ਗਾਂਹ ਕਹੀ 3 ਕਿਲੋਮੀਟਰ ਨਿਊ ਡਿਚਸ ਵਗੈਰਾ ਦੀ ਗੱਲ ਕਰੀ ਜਾਂਦੀ। ਹੁਣ ਦੇਖੋ ਆਪਣੇ ਕੋਲ 2 ਬੱਚੇ ਜੀ, ਉੱਧਰ ਆਪਣੇ ਕੋਲੇ 2 ਬੱਚੇ। ਇੱਕ ਤਾਂ ਹੈਗਾ ਜੀ ਇੰਟਰਨੈਸ਼ਨਲ, ਹਾਂਜੀ, ਕਾਰਪੋਰੇਸ਼ਨ ਆ ਜਿਹੜੀ, ਉਹ ਵਰਕ ਕਿਵੇਂ ਕਰਦੀ ਆ। ਕਿਤੇ ਇਹ ਪੈਰੇ ਵਿੱਚ ਕੁਝ ਦੱਸਿਆ ਤਾਂ ਨਹੀਂ ਗਿਆ ਵੀ ਕੋਈ ਚੀਜ਼ ਕੰਮ ਕਿਵੇਂ ਕਰਦੀ ਆ। ਜਿਹੜੀ ਉਹ ਚੀਜ਼ਾਂ ਸਾਈਟ ਵਗੈਰਾ ਪ੍ਰੋਵਾਈਡ ਕਰ ਰਿਹਾ, ਉਹ ਕੋਈ ਨਾ ਕੋਈ ਕਾਰਪੋਰੇਸ਼ਨ ਆ, ਉਹਦੇ ਵਿੱਚ ਕਿਤੇ ਏਦਾਂ ਤਾਂ ਨਹੀਂ ਦੱਸਿਆ ਉਹ ਕੰਮ ਕਿਵੇਂ ਕਰਦੀ ਆ। ਜਿੱਥੋਂ ਤੱਕ ਮੇਰਾ ਮੰਨਣਾ, ਉਹ ਗੱਲਾਂ ਕਰੀ ਜਾਂਦੇ ਜੀ, ਉਹ ਜਿਹੜੀ ਚੀਜ਼ ਕਹਿੰਦੇ ਚੱਲਦੀ, ਉਹ ਸਾਡੀ ਸਲਾਹ ਤੇ ਚੱਲਦੀ ਆ। ਜਿਹੜੇ ਸਾਡੇ ਮੈਨੇਜਰ ਆ, ਓਨਰ ਆ, ਉਹ ਚੀਜ਼ਾਂ ਵਾ ਉਹਨਾਂ ਦੀ ਜਿਹੜੀ ਰਿਸਰਚ ਆ, ਉਹਨਾਂ ਦੇ ਸਿਰ ਤੇ ਉਹ ਚੱਲਦੇ ਆ। ਤਾਂ ਕਿਤੇ ਨਾ ਕਿਤੇ ਏਦਾਂ ਤਾਂ ਨਹੀਂ ਲਿਖਿਆ ਇਹ ਪੈਰੇ 'ਚ ਵੀ ਇਹ ਚੀਜ਼ਾਂ ਕੰਮ ਕਿ ਬਈ ਇਹ ਪੈਰਾ ਕਿਤੇ ਚੌਥਾ ਤਾਂ ਨਹੀਂ ਗਾ ਕਿ ਏਦਾਂ ਲਿਖਿਆ ਕਿ ਕੋਈ ਵਿੰਟਰ ਦੀ ਹੋਲਡਿੰਗ ਬਿਟਨ ਦੀ? ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੇਰਾ ਮੰਨਣਾ, ਤਾਂ 9ਵੀਂ ਦੀ ਕਿਤੇ ਵੀ ਦੂਰ ਦੂਰ ਤੱਕ ਗੱਲ ਨਹੀਂ ਹੋਈ ਜੀ। ਇਹਦੇ ਵਿੱਚ ਤਾਂ ਦੱਸਿਆ ਕਿ ਕਾਰਪੋਰੇਸ਼ਨ ਕੰਮ ਕਿਵੇਂ ਕਰਦੀ ਹੈ। ਕਲੀਅਰ ਹੈ ਜੀ ਸਾਰਿਆਂ ਨੂੰ? ਇੱਥੇ ਫੋਰਥ ਹੈ ਜੀ, ਫੋਰਥ। ਤੁਹਾਡੇ ਸਾਹਮਣੇ ਲਿਖਿਆ ਪਿਆ ਕਿ ਕਾਰਪੋਰੇਸ਼ਨ ਕੰਮ ਕਿਵੇਂ ਕਰਦੀ ਹੈ। ਕਿਵੇਂ ਕੰਮ ਕਰਦੀ ਹੈ ਜੀ? ਧਿਆਨ ਨਾਲ ਦੇਖੋ ਨਾ। ਮੈਨੇਜਮੈਂਟ ਕਿਵੇਂ ਕੰਮ ਕਰਦੀ ਹੈ, ਕਿਹਦੀ ਸਲਾਹ ਤੇ ਕੰਮ ਕਰਦੀ ਆ? ਉਹਨਾਂ ਦੀ ਰਿਸਰਚ ਉੱਪਰ। ਗਾਂ ਦੇਖੋ ਕਿਵੇਂ ਕੰਮ ਕਰਦੀ ਹੈ ਜੀ, ਆਹ ਚੀਜ਼ਾਂ ਦੇ ਉੱਪਰ। ਇਹ ਚੀਜ਼ਾਂ ਕਿਹਨਾਂ ਦੀਆਂ? ਇਹਨਾਂ ਦੀਆਂ ਜੀ। ਯਾਨੀ ਕਿ ਇਹ ਪੈਰੇ ਦੇ ਵਿੱਚ ਆਪਾਂ ਨੂੰ ਸਮਝਾਇਆ ਹੋਇਆ ਵਾ ਕਿ ਕਾਰਪੋਰੇਸ਼ਨ ਜਿਹੜੀ ਇਹ ਹੈਗੀ ਆ, ਇਹ ਕੰਮ ਕਿਵੇਂ ਕਰਦੀ ਹੈ ਜੀ। ਸੋ ਇਹਦਾ ਆਪਣਾ ਐਂਡ ਅਲਾਉ ਮੈਚ ਹੋ ਗਿਆ ਜੀ। ਅਗੇਨ ਜੀ ਹੈਡਿੰਗਸ ਜਿਹੜੀਆਂ ਸੀਗੀਆਂ, ਹੈਡਿੰਗ ਕਈ ਆਪਾਂ ਨੂੰ ਮਿਲੀਆਂ ਜੀ ਟੌਪਿਕ ਸੈਂਟੈਂਸ ਤੋਂ। ਮੇਰੇ ਹਿਸਾਬ ਨਾਲ ਇੱਕ ਸਿੰਗਲ ਇੱਕ ਅੱਧੀ ਹੋਊਗੀ, 1 ਜਾਂ 2 ਹੋਣਗੀਆਂ। 2 ਦੇਖੀਏ ਤਾਂ ਆਪਾਂ ਨੂੰ ਟੌਪਿਕ ਸੈਂਟੈਂਸ ਨੇ ਆਂਸਰ ਦਿੱਤਾ ਹੀ ਨਹੀਂ, ਬਲਕਿ ਰਾਈਟਰ ਨੇ ਗਾਂ ਜਾ ਕੇ ਗੱਲ ਹੀ ਘੁਮਾਤੀ। ਇਹਦਾ ਮਤਲਬ ਉਹ ਕਿਤੇ ਨਾ ਕਿਤੇ ਗਾਂ ਫਰਦਰ ਆਪਣਾ ਜੋ ਡਾਇਰੈਕਸ਼ਨ ਆ ਉਹ ਚੇਂਜ ਕਰਨ ਤੋਂ ਮਿਲੀਆਂ। ਤੇ ਇੱਕ ਅੱਧੀ ਆਪਣੇ ਕੋਲ ਏਦਾਂ ਸੀਗੀ ਜੀ ਜਿਹਨੇ ਆਪਣੇ ਤੋਂ ਸਾਰੀ ਸਮਰੀ ਪੜ੍ਹਾਤੀ। ਇੱਕ ਆਪਣੇ ਕੋਲ ਏਦਾਂ ਦੀ ਸੀਗੀ ਜਿਹਨੇ ਆਪਾਂ ਨੂੰ ਸਾਰੀ ਸਮਰੀ ਪੜ੍ਹਾਤੀ। ਤਾਂ ਯੈਸ ਔਰ ਨੋ ਦੱਸੋ ਮੈਨੂੰ ਕਿ ਕੀ ਇਹ ਤਿੰਨੇ ਸਟ੍ਰੈਟਜੀ ਸੀ ਰਲ ਕੇ ਕੰਮ ਕਰਦੀਆਂ ਨਾ ਸਾਰੀ ਹੈਡਿੰਗ ਦੇ ਵਿੱਚ? ਕੋਈ ਇੱਕ ਸਿੰਗਲ ਸਟ੍ਰੈਟਜੀ ਨਹੀਂ ਹੁੰਦੀ ਇਹਦੇ ਵਿੱਚ, 3 ਆ ਬਸ। ਹਾਂਜੀ ਸਰ। ਤਿੰਨਾਂ ਤੋਂ ਬਿਨਾਂ ਚੌਥੀ ਹੋਰ ਕੋਈ ਨਹੀਂ ਹੋਊਗੀ। ਠੀਕ ਹੈ ਨਾ? ਓਕੇ, ਠੀਕ ਹੈ ਜੀ। ਤਾਂ ਦੇਖੋ ਹੁਣ ਆਪਾਂ ਕੀ ਕਰਦੇ ਹਾਂ ਜੀ, ਹੈਡਿੰਗਸ ਨੂੰ ਆਪਾਂ ਕੀਤਾ, ਹੁਣ ਆਪਾਂ ਚੱਲਦੇ ਹਾਂ ਕੁਐਸਚਨ ਦੇ ਉੱਪਰ। ਹੈਡਿੰਗ ਇਹਦੀਆਂ ਕਿਤੇ ਨਾ ਕਿਤੇ ਜਿਹੜੀਆਂ ਥੋੜੀਆਂ ਚੱਕਰ ਚ ਪਾਉਂਦੀਆਂ ਸੀਗੀਆਂ, ਬਟ ਕੁਐਸਚਨ ਇਹਦੇ ਬਹੁਤ ਜ਼ਿਆਦਾ ਸੌਖੇ ਆ ਜੀ। ਦੇਖੋ ਇਹ ਚੀਜ਼ ਨੂੰ ਤੁਸੀਂ ਏਦਾਂ ਨਹੀਂ ਕਹਿ ਸਕਦੇ। ਮੈਂ ਤੁਹਾਨੂੰ ਇੱਕ ਸ਼ਾਇਦ ਤੁਸੀਂ ਕੀਤਾ ਹੋਵੇ, ਕਿਸੇ ਨੇ ਆਹ ਵਾਲਾ ਪੈਸੇ ਕੀਤਾ, ਦਾ ਹਿਸਟਰੀ ਆਫ ਪੈਨਸਿਲ, ਦਾ ਹਿਸਟਰੀ ਆਫ ਪੈਨਸਿਲ ਸੇਮ ਵੈਬਸਾਈਟ ਦੇ ਵਿੱਚ ਇੱਕ ਬੁੱਕ ਦੇ ਵਿੱਚ ਪਿਆ ਜੀ, ਦਾ ਹਿਸਟਰੀ ਆਫ ਪੈਨਸਿਲ। ਕੀਤਾ ਜੀ? ਹਾਂਜੀ ਸਰ, ਫਾਈਨਲ ਐਗਜ਼ਾਮ ਚ ਆਇਆ ਸੀ ਮੈਨੂੰ ਦਾ ਹਿਸਟਰੀ ਬਿਲਕੁਲ ਜੀ। ਆਫ। ਜੇ ਤੁਸੀਂ ਹੁਣ ਜਾ ਕੇ ਦੇਖੋ ਤਾਂ ਹਿਸਟਰੀ ਆਫ ਪੈਨਸਿਲ ਫਾਈਨਲ ਚ ਆਇਆ। ਤੇ ਹੁਣ ਜਿਹੜੇ ਬੱਚੇ ਨੇ ਸੋਲਵ ਕੀਤਾ, ਮੈਨੂੰ ਦੱਸਿਓ ਕਿੰਨਾ ਸੌਖਾ ਸੀਗਾ ਜੀ? ਹਾਂਜੀ, ਬਹੁਤ ਈਜ਼ੀ ਸੀ। ਵੈਰੀ ਈਜ਼ੀ ਜੀ। ਤੁਸੀਂ ਉਹ 13 ਦੇ ਵਿੱਚੋਂ ਹੁਣੀ ਕਰੋਗੇ, ਤੁਹਾਡੇ 11 ਸਹੀ ਜਾਣੇ ਆ ਸਾਰਿਆਂ ਦੇ। 13 ਸਰ ਦੇ ਵਿੱਚੋਂ ਏਦਾਂ ਦੇ 11। ਹੀ ਪੈਸੇਜ ਹੁੰਦੇ ਆ ਜਿਹੜੇ ਆਪਣੇ ਨਾ ਰੀਡਿੰਗ ਦੇ ਵਿੱਚੋਂ ਫਾਈਨਲ ਚੋਂ ਆਪਾਂ ਨੂੰ ਬੈਂਡ ਸਕੋਰ ਅਚੀਵ ਕਰਨ ਲਈ ਹੈਲਪ ਕਰਦੇ ਆ। ਹੁਣ ਤੁਸੀਂ ਇਹ ਦੇਖੋਗੇ ਇਹਦੀਆਂ ਹੈਡਿੰਗ ਚਲੋ ਥੋੜੀਆਂ ਜਿਹੀਆਂ ਘਮਾਉਣ ਵਾਲੀਆਂ ਸੀਗੀਆਂ, ਬਟ ਇਹਦੇ ਜਿਹੜੀਆਂ ਕੁਐਸਚਨ ਉਹ ਬੜੇ ਸੌਖੇ ਆ ਜੀ। ਤੇ ਜਿਹੜੀ ਹਿਸਟਰੀ ਆਫ ਪੈਨਸਿਲ ਆ, ਅੱਜ ਤੋਂ ਮੈਨੂੰ ਹਿਸਾਬ ਨਾਲ ਵੀ 5 ਤੋਂ 6 ਮਹੀਨੇ ਪਹਿਲਾਂ ਰਿਪੀਟ ਹੋਇਆ ਵਾ ਪੈਸੇਜ ਆਓ, ਤੇ ਉਹਦੇ ਵਿੱਚੋਂ ਜੇ ਤੁਸੀਂ ਕਰਕੇ ਦੇਖੋ ਤੁਹਾਡੇ ਸਾਰਿਆਂ ਦੇ 13 ਦੇ ਵਿੱਚੋਂ 11 ਸਹੀ ਜਾਣੇ ਆ। ਉਹਦੇ ਵਿੱਚ ਕੀ ਸੀਗੀਆਂ ਜੀ? ਉਹਦੇ ਵਿੱਚ 7 ਤੋਂ 8 ਤਾਂ ਉਹਨਾਂ ਨੇ ਸਿੱਧੀਆਂ ਬਲੈਂਕਸ ਪਾਈਆਂ, ਜਿਹੜੀਆਂ ਸਿੱਧੀਆਂ ਡਾਇਰੈਕਟਲੀ ਕੋਈ ਪੈਰਾਫਰੇਜ਼ਿੰਗ ਵੀ ਨਹੀਂ ਕੀਤੀ ਜੀ। ਉਹਨਾਂ ਨੇ ਕੁਐਸਚਨ ਤੇ ਮੇਨਟੇਨ ਲਿਖਿਆ, ਜਾ ਕੇ ਰੀਡਿੰਗ 'ਚ ਵੀ ਮੇਨਟੇਨ ਲਿਖਤਾ। ਉਹਨਾਂ ਨੇ ਕੁਐਸਚਨ 'ਚ ਜਿਹੜੀ ਵਰਬ ਪਾਈ, ਜਾ ਕੇ ਰੀਡਿੰਗ 'ਚ ਵੀ ਵਰਬ ਪਾਤੀ, ਤੇ ਉਹ ਫਾਈਨਲ 'ਚ ਆਇਆ ਸੀ। ਜਿਹੜਾ ਦੇਖ ਲਓ ਤਾਂ ਸੌਖੀ ਔਖੀ ਕੋਈ ਚੀਜ਼ ਨਹੀਂ। ਜੇ ਤੁਸੀਂ ਕਿਤੇ ਦਿਨ ਮੰਨ ਕੇ ਚੱਲੋ, ਮੈਂ ਸਟੂਡੈਂਟ ਕੀ ਦੇਖਿਆ, ਤੁਸੀਂ ਮੰਨ ਕੇ ਲੋ ਘਰੇ ਰੈਡੀ, ਤੁਸੀਂ ਰੀਡਿੰਗ ਕਰ ਲਈ ਜੀ ਘਰੇ, ਤੁਸੀਂ ਰੀਡਿੰਗ ਕਰ ਲਈ, ਤੁਹਾਡੇ ਰੀਡਿੰਗ 'ਚ ਜਾ ਵੜੇ ਉਹਦੇ ਸਹੀ, ਮੰਨ ਕੇ ਤੁਹਾਡੇ 32 ਸਹੀ ਜਾ ਵੜੇ, ਤਾਂ ਤੁਸੀਂ ਮਨ ਦੇ ਵਿੱਚ ਸੋਚੀ ਜਾਂਦੇ ਰਹਿੰਦੇ ਆ ਵੀ ਨਹੀਂ ਇਹ ਤਾਂ ਰੀਡਿੰਗ ਹੀ ਨਹੀਂ ਫਾਈਨਲ 'ਚ ਹੋ ਸਕਦੀ, ਵੀ ਮੇਰੇ 32 ਮੇਰੇ ਸਹੀ ਜਾ ਵੜੇ, ਫਾਈਨਲ ਤਾਂ ਲੈਵਲ ਹੀ ਹੈ ਨਹੀਂਗਾ।
ਵੀ ਫਾਈਨਲ ਤੋਂ ਤਾਂ ਇਹ ਬਹੁਤ ਨੀਚੇ ਆ, ਤੁਹਾਡੇ ਬ੍ਰੇਨ ਦਾ ਪਰਸੈਪਸ਼ਨ ਹੈ। ਮੈਂ ਤੁਹਾਨੂੰ ਦੱਸ ਰਿਹਾ ਵੀ ਜੇ ਤੁਹਾਡੇ 32 ਸਹੀ ਜਾਵੜੇ ਹੋ, ਤੁਸੀਂ ਉਹ ਰੀਡਿੰਗ ਨੂੰ ਕੀ ਕਹਿੰਦੇ ਹੁੰਦੇ ਆ ਕਿ ਰੀਡਿੰਗ ਤਾਂ ਜੀ ਫਾਈਨਲ ਚ ਆ ਸਕਦੀ ਹੋਈ ਨਹੀਂ, ਕਿਉਂਕਿ ਇਹ ਚ ਤਾਂ ਮੇਰੇ 32 ਸਹੀ ਜਾਵੜੇ। ਯੈਸ ਔਰ ਨੋ? ਲੱਗਦਾ ਹੁੰਦਾ ਜੀ ਏਦਾਂ? ਹਾਂਜੀ ਲੱਗਦਾ ਸਰ ਹੁੰਦਾ ਲੱਗਦਾ ਜੀ। ਹੈ। ਲੱਗਦਾ ਹੁੰਦਾ ਨਾ ਜੀ। ਤਾਂ ਮੈਂ ਤੁਹਾਨੂੰ ਹਾਂਜੀ ਕਹਿ ਦਵਾਂ ਜੀ, ਇਹ ਚੀਜ਼ ਦਾ ਕੋਈ ਪਤਾ ਨਹੀਂ ਹੁੰਦਾ। ਜੇ ਤੁਹਾਡੇ 32 ਸਹੀ ਗਏ ਆ ਤਾਂ ਸਮਝ ਲਓ ਫਾਈਨਲ ਦੇ ਵਿੱਚ ਵੀ ਉਹ ਚੋਂ ਸੌਖਾ ਜਿਹਾ ਪੈਸੇਜ ਆ ਸਕਦਾ ਜੀ, ਕੋਈ ਵੀ ਪਾ ਸਕਦੇ ਆ ਜੀ। ਹੁਣ ਦੇ ਸਮੇਂ ਦੇ ਵਿੱਚ ਕੋਈ ਵੀ ਚੀਜ਼ ਪ੍ਰੈਡਿਕਟੇਬਲ ਹੈ ਨਹੀਂ ਜੀ। ਆਹ ਵਾਲਾ ਆਪਾਂ ਪੈਸੇਜ ਕੀਤਾ, ਕੁਝ ਨਹੀਂ ਪਤਾ ਅਗਲੇ ਮਹੀਨੇ ਕਿਹੜੀ ਰੀਡਿੰਗ ਦੇ ਵਿੱਚ ਚੱਕ ਕੇ ਉਹ ਪਾ ਦੇਣ ਸੇਵਿੰਗ ਦਾ ਬ੍ਰਿਟਿਸ਼ ਬ੍ਰਿਟਨਸ। ਹਾਂਜੀ ਚਲੋ, ਵੈਸੇ ਵਧੀਆ ਗੱਲ ਆ ਜੇ ਤੁਸੀਂ ਇਹ ਲੱਗ ਜੇ ਪਤਾ ਤੁਹਾਨੂੰ, ਜੇ ਉੱਥੇ ਰਿਪੀਟ ਹੋ ਜੇ ਤਾਂ ਮੇਰੇ ਹਿਸਾਬ ਨਾਲ ਤੁਸੀਂ ਬਿਨਾਂ ਪੜ੍ਹੀ ਕਰ ਦੇਣਾ ਉਹਨੇ 5 ਮਿੰਟਾਂ 'ਚ। ਚਲੋ ਜੀ ਅੱਗੇ ਚੱਲਦੇ ਹਾਂ ਜੀ। ਕੀ ਕਹਿੰਦੇ? ਹਾਂਜੀ, ਤਾਂ ਇਹਨਾਂ ਨੇ ਆਪਾਂ ਨੂੰ ਉਹਨੇ ਕਿਹਾ ਜੀ, ਦੇਖੋ ਕੁਐਸਚਨ ਸੌਖੇ ਕਿਉਂ ਬਣੇ ਹੁੰਦੇ ਐਕਚੁਅਲ ਦੇ ਵਿੱਚ? ਇਹਦੇ ਕੁਐਸਚਨ ਸੌਖੇ ਤਾਂ ਬਣੇ ਕਿਉਂਕਿ ਹੈਡਿੰਗਸ ਨੂੰ ਉਸ ਹਿਸਾਬ ਨਾਲ ਪੜਾਇਆ ਜੀ। ਜਿਹੜਾ ਇਹਦਾ ਜਾਣੀ ਕਿ ਐਗਜ਼ਾਮੀਨਰ ਸੀਗਾ, ਜਿਹੜੀਆਂ ਲਾਈਨਾਂ ਤੁਸੀਂ ਪੈਰਿਆਂ ਦੇ ਵਿੱਚ ਸਟਾਰਟਿੰਗ ਚੋਂ ਪੜ੍ਹ ਕੇ ਆਂਦੇ, ਸੇਮ ਲਾਈਨਾਂ ਦੇ ਵਿੱਚ ਉਹ ਰਿਪੀਟ ਕੀਤੇ ਪਏ ਆ ਜੀ। ਹੁਣ ਤੁਸੀਂ ਧਿਆਨ ਨਾਲ ਦੇਖਿਓ ਜੀ। ਕਹਿੰਦੇ ਜੀ what did the okay birth of bitter reach its peak, okay when, ਕਦੋਂ ਕਹਿੰਦੇ ਉਹਨਾਂ ਦਾ ਬਰਥ ਪੀਕ ਤੇ ਪਹੁੰਚ ਗਿਆ ਸੀਗਾ। ਜੇ ਤੁਸੀਂ ਧਿਆਨ ਨਾਲ ਜਾ ਕੇ ਦੇਖੋ ਤਾਂ ਪਹਿਲੇ ਪੈਸੇਜ ਤੇ ਹੀ ਆਪਾਂ ਇੱਕ ਚੀਜ਼ ਪੜ੍ਹੀ ਸੀਗੀ, ਸਟਾਰਟਿੰਗ 'ਚ ਦੱਸਿਆ ਉਹ ਪੀਕ ਤੇ ਕਦੋਂ ਪਹੁੰਚੇ ਸੀਗੇ। ਸਟਾਰਟਿੰਗ ਦੇ ਵਿੱਚ ਹੀ ਦੱਸਿਆ ਕਿ ਉਹ ਪੀਕ ਤੇ ਕਦੋਂ ਪਹੁੰਚੇ ਸੀ ਜੀ। ਧਿਆਨ ਨਾਲ ਦੇਖਿਓ ਜੀ। ਉਹ ਜਿਹੜੇ ਸੀਗੇ ਪਹਿਲਾਂ ਤਾਂ ਉਹ ਡਿਸਟਿੰਕਟ ਹੋ ਗਏ ਸੀਗੇ, ਪਹਿਲਾਂ ਤੋਂ ਕੀ ਹੋ ਗਏ ਸੀ ਜੀ, ਉਹ ਡਿਸਅਪੀਅਰ ਹੋ ਗਏ ਸੀ। ਬਾਅਦ ਚ ਉਹਨਾਂ ਨੇ ਫਿਰ ਅਮਰਜ ਹੋਏ ਤੇ ਉਹ ਪੀਕ ਤੇ ਪਹੁੰਚੇ। ਆਪਾਂ ਸਮਾਂ ਲੱਭਣ ਆਏ ਆ ਤੇ ਸਮਾਂ ਲਿਖਿਆ ਪਿਆ ਜੀ ਆਹ ਵਾਲਾ। ਆਨਸਰ ਕੀ ਹੈ ਜੀ ਇਹਦਾ? ਆਨਸਰ ਇਹਦਾ ਆਹ ਵਾਲਾ ਤੁਹਾਡਾ ਹੋ ਗਿਆ ਜੀ। ਹਲੋ, ਇਹ ਤੁਹਾਡਾ ਆਨਸਰ ਹੈ ਜੀ। ਤੇ ਜੇ ਤੁਸੀਂ ਇਹਨੂੰ ਪੂਰਾ ਵੀ ਏਦਾਂ ਲਿਖ ਦਿੰਦੇ ਹੋ ਜੀ ਤਾਂ ਵੀ ਤੁਹਾਡਾ ਇਹ ਸਹੀ ਹੈ ਜੀ। ਬਟ ਜੇ ਤੁਸੀਂ ਇਕੱਲਾ ਸਮਾਂ ਹੀ ਲਿਖਦੇ ਹੋ ਵੀ ਤੁਹਾਡਾ ਸਹੀ ਹੈ ਜੀ। ਤਾਂ ਪਹਿਲੇ ਦਾ ਆਨਸਰ ਕੀ ਹੋ ਗਿਆ ਜੀ? ਪਹਿਲੇ ਦਾ ਆਨਸਰ ਸਟਾਰਟਿੰਗ 'ਚ ਹੀ ਪਿਆ ਸੀ ਜੀ, ਪੀਕ ਤੇ ਕਦੋਂ ਪਹੁੰਚੇ? ਆਹ ਵਾਲੇ ਸਮੇਂ ਦੇ ਵਿੱਚ, ਆਹ ਵਾਲੇ ਸਮੇਂ ਦੇ ਵਿੱਚ। ਅੱਗੇ ਜਾ ਕੇ ਦੇਖਦੇ ਹਾਂ, ਧਿਆਨ ਨਾਲ ਦੇਖਿਓ ਜੀ ਕੀ ਕਿਹਾ ਉਹਨਾਂ ਨੇ। What does the writer describe the Bitterns character? ਬਿਟਨ ਦੇ ਕਰੈਕਟਰ ਬਾਰੇ ਕੀ ਕਹਿੰਦਾ ਜੀ ਉਹ? ਹੁਣ ਤੁਸੀਂ ਮੈਨੂੰ ਧਿਆਨ ਨਾਲ ਦੇਖੋ, ਕਿਤੇ ਨਾ ਕਿਤੇ ਕਰੈਕਟਰ ਵਾਲੇ ਪਹਿਰੇ ਦੇ ਗੋ ਥਰੂ ਹੋ ਕੇ ਆਏ ਹੋ ਤੁਸੀਂ। ਯੈਸ Yes, ਸਰ। ਆਏ ਹਾਂਜੀ ਸੀਗੇ ਸਰ। ਜੀ, ਸ਼ਾਹੀ ਦੱਸਿਆ ਸੀਗਾ ਉਹਨਾਂ ਨੂੰ। ਆਏ ਦੱਸਿਆ ਸੀ, ਬਿਲਕੁਲ ਜੀ। ਤਾਂ ਆਪਾਂ ਜਾ ਕੇ ਦੇਖੀਏ ਤੇ ਇਹਦਾ ਆਨਸਰ ਕੀ ਹੈ ਜੀ? ਇਹਦਾ ਆਨਸਰ ਕੀ ਹੈ ਜੀ? ਸ਼ਾਇ। ਸ਼ਾਇ ਨੇਚਰ ਵੀ ਲਿਖ ਸਕਦੇ ਹੋ। ਕਰੈਕਟਰ ਕੀ ਜੀ ਉਹਨਾਂ ਦਾ? ਸ਼ਾਇ। ਜੇ ਕੱਲਾ ਕਰੈਕਟਰ ਤਾਂ ਕਰੈਕਟਰ ਕਿਹੜਾ ਜੀ? ਸ਼ਾਇ। ਨੇਚਰ ਤਾਂ ਕਰੈਕਟਰ ਨੂੰ ਹੀ ਕਹਿਤਾ ਨਾ ਫਿਰ ਉਹਨਾਂ ਨੇ, ਨੇਚਰ ਨਾ ਲਿਖੋ ਇਹਦੇ ਨਾਲ। ਯੈਸ ਔਰ ਨੋ? ਹੁਣ ਕਈ ਬੰਦੇ ਹਾਂਜੀ ਕਹੋਗੇ ਹਾਂਜੀ ਸਰ ਮੈਂ ਸ਼ਾਇ ਨੇਚਰ ਪੂਰਾ ਲਿਖਦਾ। ਮੈਂ ਕਹਿਣਾ ਕਿ ਕਰੈਕਟਰ ਕਿਹਨੂੰ ਕਿਹਾ ਗਿਆ ਵਾ? ਨੇਚਰ ਨੂੰ। ਤੇ ਪਿੱਛੇ ਕੀ ਬਚਿਆ ਜੀ? ਕੱਲਾ ਸ਼ਾਇ ਬਚਿਆ। ਲੱਗ ਗਿਆ ਪਤਾ ਜੀ? ਐਂਡ ਕਲੀਅਰ ਹੈ ਜੀ ਐਂਡ ਤੋਂ ਤੁਹਾਨੂੰ? ਪਹਿਲਾਂ ਨਾ ਵੀ ਲਿਖ ਸਕਦੇ ਆ ਜੀ। ਹਾਂਜੀ, ਐਂਡ ਤੋਂ ਪਹਿਲਾਂ ਜਿਹੜਾ ਲਿਖਿਆ ਉਹਨਾਂ ਨੇ। ਐਂਡ ਤੋਂ ਪਹਿਲਾਂ। ਹੁਣ ਇੱਥੇ ਧਿਆਨ ਨਾਲ ਦੇਖਿਓ ਜੀ। ਤੁਸੀਂ ਕਹਿ ਰਹੇ ਹੋ ਐਂਡ ਤੋਂ ਪਹਿਲਾਂ, ਤੁਹਾਡੀ ਟਾਰਗੇਟ ਆ ਸਾਰੀ ਚੀਜ਼ ਹੁੰਦੀ ਹੈ। ਯੈਸ ਔਰ ਨੋ? ਟਾਰਗੇਟ ਤਾਂ ਸਾਰੀ ਚੀਜ਼ ਹੁੰਦੀ ਹੈ ਹਨਾ। ਆਪਾਂ ਨੇਚਰ ਨੂੰ ਵਿੱਚੋਂ ਕ੍ਰੋਸ ਕਰਤਾ, ਲੋ ਜੀ। ਤਾਂ ਪਿੱਛੇ ਕਿੰਨੇ ਹਾਂਜੀ ਵਰਡ ਬਚੇ ਆਪਣੇ ਕੋਲੇ? ਆਪਣੇ ਕੋਲੇ ਵਰਡ ਬਚੇ ਜੀ ਆਹ ਵਾਲੇ, ਹਨਾ ਜੀ। ਹੁਣ ਇਹਦੇ ਵਿੱਚੋਂ ਦੇਖੋ, ਆ ਜਿਹੜਾ ਕ੍ਰਿਪਟਿਕ ਦਾ ਮਤਲਬ ਹੁੰਦਾ ਜਾਨੀ ਕਿ ਮਿਸਟੀਰੀਅਸ, ਸੀਕ੍ਰੇਟ। ਆ ਐਕਚੁਅਲ ਦੇ ਵਿੱਚ ਖੰਭਾਂ ਨੂੰ ਕਹਿ ਦਿੰਦੇ। ਇੱਥੇ ਹੁਣ ਵੋਕੈਬ ਤੁਹਾਡਾ ਡਿੱਕਾ ਪਾ ਸਕਦੀ ਸੀ ਬਸ। ਹੁਣ ਉਹਨਾਂ ਦੇ ਜਿਹੜੇ ਖੰਭ ਜੇ ਹੁੰਦੇ, ਉਹ ਉਹਨਾਂ ਦਾ ਇੱਕ ਨੇਚਰ ਤਾਂ ਨਹੀਂਗਾ, ਉਹਨਾਂ ਦੇ ਜਿਹੜੇ ਫੈਦਰ ਹੁੰਦੇ ਆ ਜੀ। ਯੈਸ ਔਰ ਨੋ? ਠੀਕ ਹੈ, ਹਾਂਜੀ ਹਾਂਜੀ ਸਮਝ ਗਏ ਜੀ। ਹੁਣ ਇਹ ਇਕੱਲਾ ਛਾਇਆ ਆ ਗਿਆ, ਲੱਗ ਗਿਆ ਪਤਾ ਜੀ? ਠੀਕ, ਤਾਂ ਹਾਂਜੀ ਇਹ ਉਹ ਹਾਂਜੀ ਤਾਂ vocabulary, ਅਪੀਅਰੈਂਸ ਹੋ ਗਈ ਨਾ। ਹਾਂ ਬਿਲਕੁਲ, ਉਹ ਉਹਨਾਂ ਦੀ ਅਪੀਅਰੈਂਸ ਹੋ ਗਈ। ਬਿਲਕੁਲ, ਉਹ ਉਹਨਾਂ ਦਾ ਇੱਕ ਬੋਡੀ ਪਾਰਟ ਕਹਿ ਲਓ ਉਹਨਾਂ ਨੂੰ। ਵੋਕੈਬ ਟਿੱਕਾ ਲਾਉਂਦੀ ਹੁੰਦੀ ਹੈ ਇੱਕ ਅੱਧੇ ਸਿੰਗਲ ਕੁਐਸਚਨ ਤੇ ਜੀ, ਸਾਰਿਆਂ ਤੇ ਵੋਕੈਬ ਟਿੱਕਾ ਨਹੀਂ ਲਾਊਗੀ ਕਦੇ ਵੀ। ਆਪਾਂ ਜਾ ਕੇ ਦੇਖਦੇ ਹਾਂ, ਆਪਾਂ ਇਹਦੇ ਚ ਹੀ ਨੋਟ ਕਰ ਲੈਂਦੇ ਕਿ ਵੋਕੈਬ ਨੇ ਕਿੰਨੇ ਕੁ ਚ ਟਿੱਕਾ ਲਾਇਆ ਜੀ। ਆਪਾਂ ਐਂਡ ਉੱਪਰ ਕੈਲਕੂਲੇਟ ਕਰ ਲਾਂਗੇ। ਤਾਂ ਪਹਿਲੇ ਦਾ ਜੀ ਆਪਣਾ ਉਹ ਹੋ ਗਿਆ ਜੀ ਆਨਸਰ ਜਿਹੜਾ ਸੀਗਾ ਜੀ ਆਹ ਵਾਲਾ ਜੀ। ਦੂਸਰੇ ਵਾਰ ਜਾ ਕੇ ਦੇਖੀਏ ਤਾਂ ਸ਼ਾਇਦ ਜੀ। ਤੀਸਰਾ ਜਾ ਕੇ ਦੇਖੀਏ ਤਾਂ ਅੱਛਾ, ਇੱਥੇ ਹੁਣ ਇੱਕ ਚੀਜ਼ ਹੋਰ ਸੀਗੀ, ਆਪਾਂ ਖੁਦ ਦੀ ਸਟ੍ਰੈਟਜੀ ਭੁੱਲ ਗਏ। ਉਹਨਾਂ ਨੇ ਕਰੈਕਟਰ ਵੀ ਇੱਕ ਸਿੰਗਲ ਪੁੱਛਿਆ ਜੀ। ਆਪਾਂ ਦੇਖਿਆ ਸੀ ਵੀ ਨੋਟ ਕਰੈਕਟਰਸ, ਸਿਰਫ ਕਰੈਕਟਰ। ਅੱਗੇ ਜਾ ਕੇ ਉਹਨਾਂ ਨੇ ਮੇਨ ਕੌਜ਼ ਪੁੱਛਿਆ ਉਹਨਾਂ ਦੀ ਡੈਥ ਹੋਣ ਦਾ ਜੀ।
ਤੇ ਤੁਹਾਨੂੰ ਸਾਰਿਆਂ ਨੂੰ ਜੇ ਪਤਾ ਹੋਵੇ ਤਾਂ ਜੀ ਇੱਕ ਜਗ੍ਹਾ ਤੇ ਉਹਨਾਂ ਦਾ ਮੇਨ ਕਾਜ਼ ਲਿਖਿਆ, ਅੱਛਾ ਡੈਥ ਹੁੰਦਾ ਜੀ, ਤੇ ਉਹ ਵਾਲਾ ਪੈਰਾਗ੍ਰਾਫ ਵਾ ਧਿਆਨ ਨਾਲ ਦੇਖਿਓ, ਜਿਹਦੇ ਵਿੱਚ ਆ ਲਿਖਿਆ ਪਿਆ ਮੈਨੀ ਚਿਕਸ ਡਿਡ ਨੋਟ ਸਰਵਾਈਵ। ਹੁਣ ਡਿਡ ਨੋਟ ਸਰਵਾਈਵ ਦਾ ਮਤਲਬ ਕੀ ਹੁੰਦਾ ਕਿ ਉਹਨਾਂ ਦੀ ਡੈਥ ਹੋ ਗਈ ਸੀ ਜੀ, ਤੇ ਮੇਨ ਕਾਰਨ ਪੁੱਛਿਆ ਵਾ ਤਾਂ ਉਹਨਾਂ ਨੇ ਇੱਥੇ ਕਹੀ ਜਾਂਦੇ ਆ starvation was found to be the most likely reason for their demise। demise ਦਾ ਮਤਲਬ ਉਹਨਾਂ ਦੀ ਡੈਥ ਜੀ, ਅੱਗੇ ਜਾ ਕੇ ਫਿਰ ਉਹਨਾਂ ਨੇ ਕਹਤਾ ਜੀ, ਤਾਂ ਇਹਨਾਂ ਮੇਨ ਕਾਰਨ ਕੀ ਹੋ ਗਿਆ ਜੀ, starvation ਹੋ ਗਿਆ ਜੀ। ਇਹਦਾ ਆਨਸਰ ਕੀ ਆ ਗਿਆ ਜੀ, ਇਹਦਾ ਮੇਨ ਕਾਰਨ ਇਹਨਾਂ ਦੀ starvation। ਹੁਣ ਜਿਵੇਂ ਤੁਸੀਂ 24ਵੇਂ 25ਵੇਂ 26ਵੇਂ ਤੇ ਜਾਈ ਜਾਓਗੇ, 26ਵਾਂ ਸਭ ਤੋਂ ਲਾਸਟ ਉੱਪਰ ਆ, ਜੇ ਆਪਾਂ ਮੈਪ ਰੀਡਿੰਗ ਦੇ ਅਕੋਰਡਿੰਗ ਦੇਖੀਏ ਤਾਂ ਇਹ ਹੁੰਦੇ ਵੀ ਸੀਕੁਐਂਸ ਦੇ ਵਿੱਚ ਆ ਜੀ। ਤੁਹਾਨੂੰ ਮੇਨ ਕਾਰਨ ਪਤਾ ਲੱਗ ਗਿਆ ਜੀ ਕਿਹਦਾ, ਉਹਨਾਂ ਦੀ ਡੈਥ ਦਾ। ਹੁਣ ਤੁਸੀਂ ਉਹਨਾਂ ਦਾ ਮੇਨ ਫੂਡ ਲੱਭ ਕੇ ਲਿਆਉਣਾ ਜੀ, ਮੇਨ ਫੂਡ। ਤਾਂ ਆਹ ਮੈਨੂੰ ਆਹ ਵਾਲੇ ਪੈਰੇ ਚੋਂ ਤੁਸੀਂ ਮੈਨੂੰ ਦੱਸੋਗੇ ਜੀ ਸਾਰੇ ਜਾਣੇ ਕਿ ਉਹਨਾਂ ਦਾ ਮੇਨ ਫੂਡ ਕਿਹੜਾ ਜੀ, ਇੰਨੇ ਪੈਰੇ ਦੇ ਵਿੱਚ ਦੱਸੋਗੇ ਜੀ ਕਿ ਉਹਨਾਂ ਦਾ ਮੇਨ ਫੂਡ ਕਿਹੜਾ ਜੀ। ਤੁਹਾਡੇ ਤੋਂ ਉਹਨਾਂ ਦਾ ਮੇਨ ਫੂਡ ਪੁੱਛਿਆ ਜੀ, ਹਾਂਜੀ ਮੇਨ ਫੂਡ ਲਿਖਿਆ ਜੀ ਇੱਥੋਂ। ਫਿਸ਼ ਹੈ ਜੀ। ਹਾਂਜੀ, ਬਾਕੀਆਂ ਦਾ ਕੀ ਕਹਿਣਾ ਜੀ? ਸਰ ਫਿਸ਼ ਫਿਸ਼ ਹੈ ਜੀ। ਕਹਿੰਦੇ ਜਿਹੜੀਆਂ ਫਿਸ਼ ਪ੍ਰੇ ਫੈਡ ਟੂ ਚਿਕਸ, ਉਹਨਾਂ ਦਾ ਸ਼ਿਕਾਰ ਹੁੰਦੇ ਉਹ ਡੋਮੀਨੇਟ ਹੋ ਗਏ। ਇਹਦਾ ਮਤਲਬ ਕਿਹੜੀ ਚੀਜ਼ ਨੂੰ ਖਾਂਦੇ ਆ ਉਹ, ਫਿਸ਼ ਨੂੰ ਜੀ। ਤੇ ਅੱਗੇ ਜਾ ਕੇ ਕਿਹਾ ਵੀ ਕੀ ਆ ਉਹਨਾਂ ਨੇ ਕਿ ਪ੍ਰਮੋਟ ਕਿਹਨੂੰ ਕਰੋ, ਹੈਲਦੀ ਫਿਸ਼ ਪੋਪੂਲੇਸ਼ਨ ਨੂੰ, ਕਿਉਂਕਿ ਜੇ ਫਿਸ਼ ਦੀ ਪੋਪੂਲੇਸ਼ਨ ਡਿਵੈਲਪ ਹੋ ਗਈ ਤਾਂ ਉਹ ਵੀ ਫਿਰ ਸਰਵਾਈਵ ਕਰ ਜਿਆ ਕਰਨਗੇ। ਯੈਸ ਸਰ ਨੂੰ। ਤਾਂ ਇਹਦਾ ਮਤਲਬ ਮੇਨ ਫੂਡ ਕਿਹੜਾ ਵਾ ਜੀ, ਮੇਨ ਫੂਡ ਉਹਨਾਂ ਦਾ ਫਿਸ਼ ਹੈ ਜੀ। ਇਹਦਾ ਮਤਲਬ ਤਾਂ ਹੀ ਤਾਂ ਨੀਚੇ ਆ ਕੇ ਰੀਡਿੰਗ ਫੇਰ ਜ਼ੋਰ ਦਈ ਜਾਂਦੀ ਆ ਕਿ ਜੀ ਫਿਸ਼ ਨੂੰ ਡਿਵੈਲਪ ਕਰੋ। ਯਾਨੀ ਕਿ ਜੇ ਬਿੱਲੀਆਂ ਨੂੰ ਬਚਾਉਣਾ ਹੋਵੇ ਤਾਂ ਜਿਹੜੇ ਚੂਹੇ ਆ ਉਹਨਾਂ ਨੂੰ ਥੋੜਾ ਵਧਾ ਸਕਦੇ ਆ ਜੀ, ਕਿਉਂਕਿ ਫਿਰ ਜਿਹੜੀਆਂ ਕੈਟਸ ਆ ਸਰਵਾਈਵ ਕਰ ਜਾਣਗੀਆਂ। ਵੈਸੇ ਐਗਜ਼ਾਮਪਲ ਦਿੱਤੀ ਮੈਂ ਤੁਹਾਨੂੰ। ਚਲੋ ਜੀ ਜਾ ਕੇ ਦੇਖਦੇ ਜੀ ਹੁਣ ਆਪਾਂ ਹੋਰ ਅੱਗੇ ਵਾਲਾ। ਕਹਿੰਦੇ ਜੀ ਕਿਹੜਾ ਸਿਸਟਮ ਆ does it secure the stability of Britain's population। ਉਹ ਕਿਹੜਾ ਸਿਸਟਮ ਆ ਜੀ ਜਿਹੜਾ ਉਹਨਾਂ ਦੀ ਪੋਪੂਲੇਸ਼ਨ ਨੂੰ ਸਿਕਿਉਰ ਕਰ ਦਿੰਦਾ, ਸਟੇਬਲ ਕਰ ਦਿੰਦਾ ਜੀ। ਚਲੋ ਜੀ ਜਾ ਕੇ ਦੇਖਦੇ ਆ ਵੀ ਉਹ ਕਿਹੜਾ ਸਿਸਟਮ ਹੈ ਜੀ। ਇੱਥੇ ਕਿਤੇ ਨਾ ਕਿਤੇ ਤਾਂ ਨਾਮ ਲਿਖਿਆ ਪਿਆ ਹੋਊਗਾ ਨਾ ਜੀ ਸਿਸਟਮ ਦਾ। ਮੈਂ ਥੋੜਾ ਜ਼ੂਮ ਆਊਟ ਕਰਦਾ ਜੀ, ਰੇਜ਼ ਕਰਦਾ ਥੋੜਾ ਜਿਹਾ, ਤਾਂ ਮੈਨੂੰ ਦੱਸੋਗੇ ਜੀ ਇੱਥੋਂ ਵੀ ਕਿਤੇ ਨਾ ਕਿਤੇ ਕੋਈ ਸਿਸਟਮ ਦੀ ਗੱਲ ਹੋਈ ਗਈ ਹੋਵੇ ਜੀ। ਕੋਈ ਸਿਸਟਮ ਲੱਭਣਾ ਹੈ ਜੀ ਆਪਾਂ ਇਹਦੇ ਵਿੱਚ। ਮੈਂ ਤੁਹਾਨੂੰ ਮਿਊਟ ਤੋਂ ਖੋਲਦਾ, ਮੈਂ ਇੱਕ ਵਾਰੀ ਇਹਨੂੰ ਦੇਖੋ ਜੀ, ਰੀਡਿੰਗ ਮਾਰੋ ਇਹਦੇ ਤੇ। ਕਿਹੜਾ ਸਿਸਟਮ ਹੈ ਜੀ? ਤੁਹਾਨੂੰ ਮਿਊਟ ਤੋਂ ਖੋਲਦਾ ਜੀ, ਬੈਕਗ੍ਰਾਉਂਡ ਨੋਇਸ ਨਾ ਕਰਿਓ ਕੋਈ ਵੀ। ਦੇਖੋ ਜੀ ਇੱਥੇ EU ਲਾਈਫ ਲਿਖਿਆ ਹੋਇਆ ਜੀ ਇੱਕ ਤਾਂ। ਹਾਂਜੀ, ਉਹਨਾਂ ਨੇ ਆਪਾਂ ਨੂੰ ਕਿਹਾ ਸੀ ਕਿਹੜਾ ਸਿਸਟਮ ਆ ਜਿਹੜਾ ਉਹਨਾਂ ਨੂੰ ਸਿਕਿਉਰ ਕਰ ਦਿੰਦਾ, ਕਿਹੜੀ ਉਹਨਾਂ ਦੀ ਸਟੇਬਿਲਿਟੀ ਬਣਾ ਦਿੰਦਾ ਜੀ। ਕਿਹੜਾ ਸਿਸਟਮ ਹੈ ਜੀ? ਕੋਈ ਸਿਸਟਮ ਲਿਖਿਆ ਰੀਡਿੰਗ ਦੇ ਵਿੱਚ। ਸਰ EU ਲਾਈਫ ਲਿਖਿਆ ਹੋਇਆ ਜੀ ਇੱਕ ਤਾਂ ਫਾਊਂਡਡ ਆਹ ਪ੍ਰੋਜੈਕਟ। ਵਾਲਾ ਜੀ। ਹਾਂਜੀ ਹਾਂਜੀ ਸਰ ਨੈਟਵਰਕ ਹੁਣ ਇੱਥੇ ਧਿਆਨ ਨਾਲ ਦੇਖਿਓ ਜੀ, ਇਹ ਜਿਹੜੀ ਧਿਆਨ ਨਾਲ ਦੇਖਿਓ ਜੀ, ਇਹਦੇ ਆਨਸਰ ਜਿਹੜੇ ਦੋ ਆ ਜੀ। ਰੀਡਿੰਗ ਕਹਿੰਦੀ ਦੋਵਾਂ ਦੇ ਵਿੱਚ ਜਿਹੜਾ ਮਰਜ਼ੀ ਲਾ ਦਿਓ ਜੀ। ਇਹਦੇ ਆਨਸਰਸ ਜਿਹੜੇ ਉਹ ਦੋ ਆ ਜੀ। ਰੀਡਿੰਗ ਕਹਿੰਦੀ ਵੀ ਦੋਵਾਂ ਦੇ ਵਿੱਚ ਜਿਹੜਾ ਮਰਜ਼ੀ ਲਾ ਦਿਓ ਜੀ। ਧਿਆਨ ਨਾਲ ਦੇਖੋ ਜੀ, ਪਹਿਲਾ ਆਨਸਰ ਤਾਂ ਹੈਗਾ ਜੀ ਇਹਦਾ ਕਿ ਨੈਟਵਰਕ ਆਫ 19 ਸਾਈਟਸ। ਕਿਹੜੀ ਚੀਜ਼ ਨੇ ਉਹਨਾਂ ਨੂੰ ਸਿਕਿਉਰ ਕੀਤਾ ਵਾ ਜੀ? ਉਹਨਾਂ ਨੂੰ ਸਿਕਿਉਰ ਕੀਤਾ ਵਾ ਜਿਹੜਾ ਨੈਟਵਰਕ ਬਣਾਤਾ ਸੀ ਉਹਨਾਂ ਨੇ 19 ਜਗ੍ਹਾ ਦਾ। ਉਹ 19 ਸਾਈਟ ਦੇ ਵਿੱਚ ਹੀ ਉਹ ਸੇਫ ਰਹਿੰਦੇ ਆ ਜੀ, ਸਟੇਬਲ ਰਹਿੰਦੇ ਆ ਉੱਥੇ। ਅੱਗੇ ਜਾ ਕੇ ਉਹਨਾਂ ਨੇ ਕਿਹਾ ਜੀ ਕਿਹੜਾ ਲਾ ਦਈਏ? ਹਾਂਜੀ ਪਾਰਟਨਰਸ਼ਿਪ ਪ੍ਰੋਗਰਾਮ। ਹਾਂਜੀ ਵੇਟ ਕਰੋ, ਰੀਡਿੰਗ ਚੱਲ ਰਹੀ ਹੈ, ਮੈਂ ਤੁਹਾਨੂੰ ਭੇਜਦਾ ਰੀਡਿੰਗ ਚੱਲ ਰਹੀ। ਅੱਗੇ ਜਾ ਕੇ ਕਹਿੰਦੇ ਜਾਂ ਤੁਸੀਂ ਇਹਨੂੰ ਕੀ ਕਹਿ ਸਕਦੇ ਹੋ, ਪਾਰਟਨਰਸ਼ਿਪ ਪਰ ਉਹ ਕਹਿੰਦੇ ਕਿ ਪ੍ਰੋਜੈਕਟ ਵੀ ਕਹਿ ਸਕਦੇ ਹੋ।
ਜਿਹੜੀ ਆਹ ਵਾਲੀ ਚੀਜ਼ ਹੈ ਜੀ, ਜਿਹੜਾ ਸੈਕਿੰਡ ਈਜ਼ੂ ਲਾਈਫ ਫੰਡਡ ਪ੍ਰੋਜੈਕਟ ਆ, ਧਿਆਨ ਨਾਲ ਦੇਖਿਓ ਜੀ। ਇਹਦਾ ਮੇਨ ਇਰਾਦਾ ਕੀ ਸੀਗਾ ਜੀ? ਪ੍ਰੋਵਾਈਡ ਕਰਨਾ ਇਹ ਜਿਹੜੀਆਂ ਜਗ੍ਹਾ ਹੈਗੀਆਂ ਵਾ ਨਵੇਂ ਇਲਾਕਿਆਂ ਦੇ ਵਿੱਚ। ਕੁਐਸਚਨ ਨੇ ਪੁੱਛਿਆ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਦੀ ਆ? ਸਿਕਿਉਰਿਟੀ ਪ੍ਰੋਵਾਈਡ ਕਰਦੀ ਜਿਹੜੀ ਉਹਨਾਂ ਨੇ 19 ਜਗ੍ਹਾ ਪ੍ਰੋਵਾਈਡ ਕੀਤੀਆਂ ਸੀਗੀਆਂ ਜੀ। ਤੇ ਜਾਂ ਇਹਨੂੰ ਦੂਸਰਾ ਲਿਖ ਦਿਓ ਜੀ, ਉਹ ਕਹਿੰਦੇ ਪਾਰਟਨਰਸ਼ਿਪ ਪ੍ਰੋਗਰਾਮ। ਯੈਸ ਸਰ ਨੋ ਜੀ। ਉਹਨਾਂ ਨੇ ਕਿਹਾ ਸੀ ਉਹ ਕਿਹੜੀ ਚੀਜ਼ ਆ, ਉਹ ਕਿਹੜਾ ਸਿਸਟਮ ਆ ਜਿਹੜੀ ਉਹਨਾਂ ਨੂੰ ਸਟੇਬਲ ਕਰਦੀ ਆ ਜੀ, ਉਹਨਾਂ ਦੀ ਪੋਪੂਲੇਸ਼ਨ ਨੂੰ। ਤੇ ਰੀਡਿੰਗ ਕੀ ਕਹਿ ਰਹੀ ਆ? ਉਹਨਾਂ ਦੀ ਪੋਪੂਲੇਸ਼ਨ ਕਿੱਥੇ ਸਟੇਬਲ ਫੀਲ ਕਰਦੀ ਆ? ਜਿਹੜਾ ਉਹਨਾਂ ਨੇ ਨੈਟਵਰਕ ਬਣਾਤਾ ਸੀਗਾ 19 ਸਾਈਟਸ ਦਾ ਜੀ। ਲੱਗਿਆ ਪਤਾ ਜੀ ਸਾਰਿਆਂ ਨੂੰ ਇਹ ਚੀਜ਼? ਹਾਂਜੀ ਸਰ। ਤੇ ਜਾਂ ਇਹਦਾ ਨਾਮ ਕਹਿੰਦੇ ਜੀ ਤੁਸੀਂ ਇਹਨੂੰ ਜਾਣੀ ਕਿ ਪਾਰਟਨਰਸ਼ਿਪ ਪ੍ਰੋਜੈਕਟ ਵੀ ਕਹਿ ਸਕਦੇ ਹੋ ਜੀ। ਪਾਰਟਨਰਸ਼ਿਪ ਪ੍ਰੋਜੈਕਟ। ਸਾਈਟਸ ਅੱਗੇ ਵੀ ਆਊਗਾ ਚੱਲਦੇ। ਪਿੱਛੇ ਜੀ, ਹਾਂਜੀ ਸਾਈਟਸ ਆਊਗਾ ਪਿੱਛੇ, ਨੈਟਵਰਕ ਆਫ 19 ਸਾਈਟਸ। ਬਿਲਕੁਲ ਬਿਲਕੁਲ ਜੀ, ਸਾਈਟਸ ਵੀ ਲਿਖਣਾ। ਹੁਣ ਤੁਸੀਂ ਕਹੋਗੇ ਵਰਡ 4 ਹੋ ਗਏ, ਨਹੀਂ ਜੀ, ਵਰਡ 3 ਹੀ ਆ। ਨੰਬਰ 1 ਆ ਗਿਆ, ਸਮਝ ਲੱਗੀ ਜੀ? ਤੇ ਇੱਕ ਉਹਨਾਂ ਵਿੱਚੋਂ ਨੰਬਰ ਪਿਆ ਵਾ, ਉਹ ਜਮਾ ਸਹੀ ਹੈ। ਲੱਗਿਆ ਪਤਾ ਜੀ? ਜੇ ਤੁਸੀਂ ਆਹ ਵਾਲਾ ਵਰਡ ਲਿਖੋਗੇ, ਮੈਂ ਤੁਹਾਨੂੰ ਫੇਰ ਦੱਸ ਦਿੰਦਾ ਜੀ, ਆ ਤੁਹਾਡਾ 1 ਵਰਡ ਹੋ ਗਿਆ, ਆ ਤੁਹਾਡਾ 2 ਵਰਡ ਹੋ ਗਿਆ, ਆ ਤੁਹਾਡਾ 3 ਵਰਡ ਹੋ ਗਿਆ। ਤੇ 3 ਵਰਡ ਆਪਾਂ ਲਿਖ ਸਕਦੇ ਆ, ਤੇ ਨਾਲ ਆਪਾਂ ਇੱਕ ਨੰਬਰ ਵੀ ਲਿਖ ਸਕਦੇ ਆ। ਕਲੀਅਰ ਹੋ ਗਿਆ ਸਾਨੂੰ? ਪਰ ਤੁਸੀਂ ਇਹਦੇ ਮੂਰੇ ਆਹ ਵਾਲਾ ਵਰਡ ਨਹੀਂ ਪਾ ਸਕਦੇ, ਫਿਰ ਨੰਬਰ 4 ਹੋ ਗਏ, ਉਹਨਾਂ ਦੀ ਕੰਡੀਸ਼ਨ ਟੁੱਟ ਗਈ। ਕਲੀਅਰ ਹੈ ਜੀ ਸਾਰਿਆਂ ਨੂੰ? ਤੁਸੀਂ 3 ਲਿਖ ਸਕਦੇ ਹੋ ਵਰਡ, ਤੇ ਨਾਲ ਤੁਸੀਂ ਜੀ ਕੀ ਪਾਇਆ ਉਹਨਾਂ ਨੇ? ਇਹਦਾ ਮਤਲਬ ਕੀ ਹੁੰਦਾ? ਹਾਂਜੀ, ਪਲੱਸ ਵੀ ਕਰ ਸਕਦੇ ਹੋ ਤੁਸੀਂ। ਕੀ ਪਲੱਸ ਕਰ ਸਕਦੇ ਹੋ? ਇੱਕ ਵਿੱਚ ਨੰਬਰ ਵੀ ਵਿੱਚ ਇੱਕ ਪਲੱਸ ਕਰ ਸਕਦੇ ਹੋ। ਲੱਗ ਗਿਆ ਪਤਾ ਜੀ? ਕਲੀਅਰ ਹੈ ਜੀ? ਆਹ ਦੋਨਾਂ ਵਰਡ ਦੇ ਵਿੱਚ ਫਰਕ ਪਤਾ ਵਾ ਨਾ? ਆਹ ਦੋਨਾਂ ਵਰਡ ਦੇ ਵਿੱਚ ਇਹਦਾ ਮਤਲਬ ਆਪਾਂ ਪਲੱਸ ਵੀ ਕਰ ਸਕਦੇ ਹੁੰਨੇ ਆ। ਲੱਗ ਗਿਆ ਪਤਾ ਜੀ? ਤੇ ਆਹ ਕੀ ਹੁੰਦਾ? ਦੋਨਾਂ ਵਿੱਚੋਂ ਇੱਕ ਸਿੰਗਲ ਚੂਜ਼ ਕਰਨ ਦੇ ਲਈ ਲਾਇਆ ਜਾਂਦਾ। ਹਾਂਜੀ, ਅੱਗੇ ਦੇਖਦੇ ਹਾਂ। ਲਾਸਟ ਰਹਿ ਗਿਆ ਜੀ ਆਪਣਾ, ਲਾਸਟ ਰਹਿ ਗਿਆ ਜੀ। ਕਹਿੰਦੇ ਓਕੇ, ਬਿਟਰਨ ਤੇ ਰੇਅਰ ਵੈਜੀਟੇਸ਼ਨ ਦੇ ਨਾਲ ਹੋਰ ਕਿਹੜੇ ਮੈਮਲਸ ਆ ਜਿਨ੍ਹਾਂ ਨੂੰ ਇਹ ਪਲਾਨ ਤੋਂ ਬੈਨੀਫਿਟ ਹੋਇਆ? ਚਲੋ ਜਾ ਕੇ ਦੇਖ ਲੈਂਦੇ ਜੀ। ਹੋਰ ਕਿਹੜੇ ਮੈਮਲਸ ਆ ਜਿਨ੍ਹਾਂ ਨੂੰ, ਆ ਲਾਸਟ ਪੈਰਾ ਤੁਹਾਡੇ ਸਾਹਮਣੇ ਲੈ ਕੇ ਆਉਂਦਾ ਜੀ, ਲੱਭਣ ਦੀ ਕੋਸ਼ਿਸ਼ ਕਰਿਓ ਜੀ ਕਿ ਬਿਟਰਨਸ ਤੇ ਵੈਜੀਟੇਸ਼ਨ ਦੇ ਨਾਲ ਹੋਰ ਕਿਹੜੀ ਚੀਜ਼ ਆ ਜਿਨ੍ਹਾਂ ਨੂੰ ਬੈਨੀਫਿਟ ਹੋਇਆ? ਮੈਮਲਸ ਹੈ ਜੀ। ਮੈਮਲਸ ਮਤਲਬ ਜਾਨਵਰ। ਵਾਈਲਡਫਾਲ ਬੀਟਰੀਡ। ਹਾਂਜੀ, ਸਰ ਗ੍ਰਾਸ ਹੌਪਰ ਲੱਗ ਰਿਹਾ, ਗ੍ਰਾਸ ਹੌਪਰ। ਵਾਈਲਡਫਾਲ ਬਰੀਡ ਨਹੀਂ, ਇੱਕ ਪ੍ਰੋਪਰ ਨਾਮ ਹੋਣਗੇ ਜੀ। ਉਹ ਆ ਪਏ ਆ ਜੀ, ਉਹ 2 ਪਏ ਆ। ਨਾਲੇ ਮੈਂ ਤੁਹਾਨੂੰ ਕੀ ਕਿਹਾ ਸੀਗਾ ਪਹਿਲਾਂ ਕਿ ਉਹਦੇ ਵਿੱਚ ਐਂਡ ਪਾ ਕੇ ਐ ਹੋਣਾ ਵਾ। ਆ ਦੇਖਿਓ, ਸਿੰਗੂਲਰ ਨਹੀਂ। ਯੈਸ ਔਰ ਨੋ? ਜਿਹੜੇ ਬੱਚੇ ਨੇ ਕਿਹਾ ਸੀ ਸਿੰਗੂਲਰ ਨਹੀਂਗਾ। ਕੁਐਸਚਨ ਕੀ ਪੁੱਛਿਆ ਆਪਣੇ ਤੋਂ? ਦੇਖੋ ਨਿੱਕੀ ਜਿਹੀ ਸਟ੍ਰੈਟਜੀ ਬੜੇ ਕੰਮ ਦੀ ਨਿਕਲੀ। ਮੈਮਲ ਤੇ ਪੈਰੇ ਚ ਮੈਮਲਸ ਕਿੱਥੇ ਲਿਖਿਆ ਪਿਆ? ਆਹ ਲਿਖਿਆ ਪਿਆ ਜੀ। ਮੈਂ ਜਿਹੜੇ ਆ 2 ਤਰ੍ਹਾਂ ਦੇ ਜਾਨਵਰ ਵੀ ਅਕਰ ਹੋਏ ਸੀ ਕਿੱਥੇ? ਸਾਈਟ ਉੱਪਰ। ਤੇ ਸਾਈਟ ਕਿਹੜੀਆਂ ਚੱਲੀ ਜਾਂਦੀਆਂ? ਪ੍ਰੋਟੈਕਟ ਕਰਨ ਵਾਲੀਆਂ। ਇਹਦਾ ਮਤਲਬ ਉਹਨਾਂ ਦੇ ਨਾਲ ਹੋਰ ਕਿੱਥੇ, ਹੋਰ ਕਿਹੜੇ ਜਾਨਵਰ ਰਹਿ ਪਏ ਉੱਥੇ? ਆਹ ਵਾਲੇ ਜੀ। ਯੈਸ ਔਰ ਨੋ ਜੀ? ਹੁਣ ਤੁਸੀਂ ਕਹੋਗੇ ਸਾਰੇ ਤਾਂ 4 ਵਰਡ ਆ ਜੀ, 1 2 3 4। ਮੈਂ ਕਹਿ ਰਿਹਾ ਜੀ ਆ ਇੱਕ ਵਰਡ ਚ ਕਾਊਂਟ ਹੁੰਦਾ ਜਿਹਦੇ ਵਿੱਚ ਹਾਈਫਨ ਹੋਵੇ। ਕਲੀਅਰ ਹੈ ਜੀ ਸਾਰਿਆਂ ਨੂੰ? ਹਾਂਜੀ ਸਰ। ਠੀਕ ਹੈ ਜੀ। ਹਾਂਜੀ, ਹੁਣ ਅੱਗੇ ਚੱਲਦੇ ਹਾਂ ਜੀ। ਲਾਸਟ ਰਹਿ ਗਿਆ ਜਿਹਦੇ ਤੋਂ ਤੁਸੀਂ ਤੁੱਕਾ ਹੀ ਲਾਉਣਾ ਹੁੰਦਾ। ਮੈਂ ਤੁਹਾਨੂੰ ਇਹ ਸੁਜੈਸਟ ਨਹੀਂ ਕਰੂੰਗਾ ਵੀ ਤੁਸੀਂ ਇਹਨੂੰ ਲੱਭੋ, ਇਹਨੂੰ ਤੁੱਕਾ ਲਾ ਦਿਆ ਕਰੋ ਜੀ। ਹੁਣ ਤੁਸੀਂ ਇੱਕ ਸਿੰਗਲ ਕੁਐਸਚਨ ਦੇ ਲਈ, ਉਹ ਵੀ ਜਿਹੜਾ ਪੁੱਛਿਆ ਸਾਰੇ ਦਾ ਮੇਨ ਪਰਪਸ ਆ। ਚਲੋ ਦੇਖਦੇ ਹਾਂ ਜੀ ਤੁੱਕਾ ਕਿੰਨੇ ਦਾ ਸਹੀ ਜਾਂਦਾ। ਤੇ ਕੀ ਕਹਿੰਦੇ ਜੀ? ਹੁਣ ਧਿਆਨ ਨਾਲ ਦੇਖਿਓ ਜੀ। ਮੇਨ ਪਰਪਸ ਕੀ ਹੈ ਜੀ ਪੈਸੇਜ ਦਾ? ਕਹਿੰਦੇ ਜੀ ਮੇਨ ਕਰੈਕਟਰਿਸਟਿਕਸ ਦੱਸੀਆਂ ਇਹਦੇ ਵਿੱਚ ਆਹ ਵਾਲੇ ਜਾਨਵਰਾਂ ਦੀਆਂ, ਇਹਦੀਆਂ ਮੇਨ ਕਰੈਕਟਰਿਸਟਿਕਸ। ਅੱਛਾ, ਸਾਰੇ ਪੈਰੇ ਵਿੱਚ ਬਸ ਇਹਦੇ ਗੁਣ ਹੀ ਦੱਸੇ ਆ? ਯੈਸ ਔਰ ਨੋ? ਨੋ ਸਰ। ਆਪੇ ਹੀ ਪਤਾ ਲੱਗ ਗਿਆ ਨਾ ਵੀ ਨਹੀਂ, ਸਾਰੇ ਚ ਸਿਰਫ ਗੁਣ ਹੀ ਥੋੜੇ ਦੱਸੇ ਆ। ਕਹਿੰਦੇ ਜੀ ਇਹਦੇ ਵਿੱਚ ਇੱਕ ਕੋਆਪਰੇਸ਼ਨ ਕੈਨ ਪ੍ਰੋਟੈਕਟ। ਇਹਦੇ ਵਿੱਚ ਇੱਕ ਤਰ੍ਹਾਂ ਦਾ ਕੋਆਪਰੇਸ਼ਨ ਦੱਸਿਆ ਜਿਹੜਾ ਪ੍ਰੋਟੈਕਟ ਕਰ ਸਕਦਾ ਇੰਡੇਂਜਰਡ ਸਪੀਸੀਜ਼ ਨੂੰ। ਇੱਕ ਤਾਂ ਬਿਟਨਸ ਆ, ਇੱਕ ਰੈੱਡ ਰੀਫ ਹੈਗੇ ਆ, ਉਹ ਜਾਣੀ ਕਿ ਰੈੱਡ ਬੀਡ,
ਨੀਚੇ ਜਾ ਕੇ 2-4 ਤਰ੍ਹਾਂ ਦੇ ਹੋਰ ਹੋ ਗਏ, ਸਾਰਿਆਂ ਦੇ ਵਿੱਚ ਸਪੀਸੀਜ਼ ਤਾਂ ਪਹਿਰੇ 'ਚ ਕੰਮ ਕਰ ਰਹੀਆਂ ਤੇ ਪ੍ਰੋਟੈਕਸ਼ਨ ਵੀ ਕਿਤੇ ਨਾ ਕਿਤੇ ਹੋ ਰਹੀ ਆ ਕਾਰਪੋਰੇਸ਼ਨ ਦੇ ਰਾਹੀਂ। ਸੀ ਲੱਗਦਾ ਚਲੋ ਸਰ। ਆਪਾਂ ਨੂੰ ਡਾਊਟ 'ਚ ਰੱਖ ਲੈਂਦੇ, ਆਪਾਂ ਨੂੰ ਰੱਖਤਾ ਡਾਊਟ ਦੇ ਵਿੱਚ। ਕਹਿੰਦੇ ਡਿਫਿਕਲਟੀ ਆਈ ਕਿਹਦੇ ਵਿੱਚ ਜੀ, ਅਸੈਸ ਇਨਫੋਰਮੇਸ਼ਨ ਆਫ ਓਕੇ ਬਿਟਨਸ ਹੈਬਿਟੈਂਟ ਤੇ ਡਾਈਟ। ਕਹਿੰਦੇ ਜੀ ਜਿਹੜੀ ਬਿਟਨਸ ਦੇ ਹੈਬਿਟੈਂਟ ਆ ਤੇ ਡਾਈਟ ਆ ਉਹਨਾਂ ਨੂੰ ਰੀਚ ਕਰਨ ਦੇ ਵਿੱਚ ਡਿਫਿਕਲਟੀ ਆਈ। ਗੱਲ ਕੀਤੀ ਜੀ। ਸਰ ਡਿਫਿਕਲਟੀ ਦੀ ਤਾਂ ਨਹੀਂ ਗੱਲ ਹੋਈ। डी लग रहा था। ਉਹਨਾਂ ਨੂੰ ਨੰਬਰ ਦੇ ਵਿੱਚ ਜ਼ਰੂਰ ਡਾਊਟ, ਦੇਖੋ ਉਹਨਾਂ ਨੂੰ ਉਹ ਚੀਜ਼ ਲਾਤੀ ਸੀ ਨਾ, ਉਹਨਾਂ ਤੇ ਰੇਡੀਓ ਟਰੈਕਡ ਲਾ ਕੇ ਉਹਨਾਂ ਨੇ ਪਤਾ ਤਾਂ ਕਰ ਲਿਆ ਸੀ ਸਾਰਾ ਕੁਝ। ਹਾਂਜੀ ਸਰ ਹੈਬਿਟੈਂਟ 20 ਹੈਕਟੇਅਰ ਆ, ਫੂਡ ਕਿਹੜਾ ਖਾਂਦੇ ਕਿਹੜਾ ਨਹੀਂ, ਮੈਨੂੰ ਨਹੀਂ ਲੱਗਦਾ ਕੋਈ ਡਿਫਿਕਲਟੀ ਆਈ, ਸਾਰਾ ਕੁਝ ਤਾਂ ਪਤਾ ਕਰ ਲਿਆ ਉਹਨਾਂ ਨੇ। ਚਲੋ ਆਪਾਂ ਨੂੰ ਡਾਊਟ 'ਚ ਰੱਖ ਲੈਂਦੇ ਇਹਨੂੰ, ਡੋਂਟ ਵਰੀ। ਟੂ ਸੇਵ, ਅੱਛਾ ਇਹਦੀ ਗੱਲ ਕੀਤੀ ਜੀ, ਸੇਵ ਵੈਟਲੈਂਡ ਤੇ ਰੀਡ। ਇਹਦੇ ਵਿੱਚ ਤਾਂ ਮੇਨ ਕੀਵਰਡ ਹੀ ਛੱਡ ਗਏ ਜੀ, ਇਹ ਕਿਹੜਾ? ਬਿਟਨ ਤਾਂ ਆਪਣਾ ਸਭ ਤੋਂ ਜ਼ਿਆਦਾ ਹੀਰੋ ਹੈ ਰੀਡਿੰਗ ਦੇ ਵਿੱਚ ਜੀ। ਹਾਂਜੀ ਉਹ ਤਾਂ ਆਪਣਾ ਹੀਰੋ ਆ ਨਾ, ਇਹਨੂੰ ਤਾਂ ਫਿਰ ਵੈਸੇ ਹੀ ਕ੍ਰੋਸ ਕਰ ਦਿਓ ਜੀ। ਟੀ ਹੋਈ ਹੈ ਸਰ। ਕਿਹੜਾ ਆਨਸਰ ਹੈ ਜੀ? ਨਹੀਂ ਸਰ ਇਹ ਆ ਕਿਹੜਾ ਲੱਗ ਰਿਹਾ ਜੀ? ਦੇਖੋ ਸਰ B ਆਊਗਾ ਜੀ ਆਂਸਰ। ਸਿੰਗਲ ਲਾਈਨ ਹੈ ਜੀ, ਕੀ ਕਰ ਰਹੇ ਹੋ? ਆਹ ਤਾਂ ਇੱਕ ਸਿੰਗਲ ਲਾਈਨ ਦੱਸੀ ਉਹਨਾਂ ਦੀ, ਜਸਟ ਸਾਰਾ ਪੈਰਾ ਥੋੜੀ ਉੱਤੇ ਫੋਕਸ ਕਰ ਰਿਹਾ ਕਿ ਉਹਨਾਂ ਦੇ ਗੁਣ ਕਿਹੜੇ ਆ। ਇੰਨਾ ਸਰ B ਹੈ। B ਹੈ ਸਰ, B। B ਹੈ ਸਰ, C। ਬਿਲਕੁਲ ਜੀ, ਇਹਦਾ ਸਹੀ ਆਨਸਰ ਹੈ B ਹੈ। ਇਹਨੂੰ ਲੱਭਣ ਦੇ ਲਈ ਬੈਕ ਵੀ ਨਾ ਜਾਇਓ, ਡੋਂਟ ਵਰੀ। ਇੱਕ ਜੇ ਤੁਹਾਡਾ ਗਲਤ